हाँ जी गुरमेल सर, सत श्री अकाल जी। सत श्री अकाल सर, सत श्री अकाल जी। वेलकम सर, वेलकम जी। थैंक यू जी, थैंक यू सर। ਆਪਾਂ ਕਰਦੇ ਹਾਂ ਸ਼ੁਰੂ। ਮੈਂ ਜਰਾ ਐਡਮਿਟ ਕਰਾ ਲਵਾਂ। ਹਾਂਜੀ ਹਾਂ, ਕਰ ਲਓ, ਕੋਈ ਗੱਲ ਨਹੀਂ। ਤੇ ਜਿਹੜੇ ਮੈਂ ਨੰਬਰ ਤੋਂ ਫੋਨ ਕੀਤਾ ਸੀ ਨਾ ਜੀ, ਜੇ ਕੋਈ ਉਹ ਲੱਗੇ ਤਾਂ ਤੁਸੀਂ ਉਹ ਫੋਨ ਤੇ ਹੁਣੇ ਕੀਤਾ ਸੀ 1 ਮਿੰਟ ਪਹਿਲਾਂ, ਤੇ ਉਹ ਤੇ ਕਾਲ ਕਰ ਲਿਓ ਜੀ। ਉਹ ਤਾਂ ਆਪੇ ਕਰਨਾ। नहीं कर सकने हम वास्ते आउंदा नहीं मोर से करके देखना। एक मिनट ਕੀ ਹਾਲ ਹੈ? ਤੇ ਇੱਕ ਮੈਂ ਪੁੱਛਦਾ ਸੀਗਾ, ਜਿਹੜੇ ਤੁਸੀਂ ਪੈਸੇ ਕਢਾਏ ਸੀਗੇ ਆਰੋ ਵਾਲਾ ਬਿੱਲ ਪੇ ਹੋ ਗਿਆ ਤੇ मेरे को तो आने रहे। तुम अपने कमरे की रही चंगा, उधर ना जाए, ये कोई लोड पे मैं हो जाऊं। फोन आऊ। ਹੈਲੋ ਗੁਰਮੇਲ ਸਾਹਿਬ, ਕਰ ਲਓ ਤੁਸੀਂ ਸ਼ੁਰੂ ਪਲੀਜ਼। ठीक है सर, ठीक है सर। ਓਕੇ ਸਰ, ਓਕੇ ਜੀ। ਪਿਆਰੇ ਸਿਖਿਆਰਥੀਓ, ਜਿਵੇਂ ਕਿ ਤੁਹਾਨੂੰ ਪਤਾ ਕੋਵਿਡ ਦਾ ਜਿਹੜਾ ਹੈਗਾ ਖਤਰਾ ਦਿਨੋਂ ਦਿਨ ਵੱਧ ਰਿਹਾ, ਫਿਲਹਾਲ ਜਿਹੜਾ ਹੈਗਾ ਘਟਿਆ ਨਹੀਂ ਹੈਗਾ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਬਿਨਾਂ ਜ਼ਰੂਰਤ ਤੋਂ ਬਾਹਰ ਨਾ ਜਾਓ। ਅਗਰ ਕਿਸੇ ਜ਼ਰੂਰੀ ਕਾਰਨ ਤੁਹਾਨੂੰ ਬਾਹਰ ਜਾਣਾ ਪੈ ਗਿਆ
ਤਾਂ ਨਿੱਜੀ ਵਹੀਕਲ ਤੇ ਹੀ ਜਾਓ, ਕਿਉਂਕਿ ਜਿਹੜਾ ਬੱਸਾਂ ਰਾਹੀਂ ਜਦੋਂ ਜਾਵਾਂਗੇ ਆਪਾਂ ਤਾਂ ਉਹਦੇ ਵਿੱਚ ਕੋਵਿਡ ਦਾ ਜਿਹੜਾ ਹੈਗਾ ਖਤਰਾ ਜ਼ਿਆਦਾ ਹੈਗਾ। ਬੇਸ਼ੱਕ ਸਾਡੇ ਡਿਪਾਰਟਮੈਂਟ ਦੇ ਸੁਚੱਜੇ ਪ੍ਰਬੰਧਾਂ ਦੇ ਕਾਰਨ ਸਾਡੀ ਜਿਹੜਾ ਹੈਗਾ ਐਜੂਕੇਸ਼ਨ ਦੇ ਉੱਪਰ ਕੋਈ ਫਰਕ ਨਹੀਂ ਪੈਣ ਦਿੱਤਾ, ਭਾਵੇਂ ਉਹ ਥਿਊਰੀ ਦੀਆਂ ਕਲਾਸਾਂ ਹੋਣ ਭਾਵੇਂ ਉਹ ਪ੍ਰੈਕਟੀਕਲ ਦੀਆਂ ਹੋਣ। ਸਾਡੇ ਯੋਗ ਅਧਿਕਾਰੀਆਂ ਦੀ ਅਗਵਾਈ ਸਦਕਾ ਜਿਹੜਾ ਹੈਗਾ ਸਾਡੇ ਥਿਊਰੀ ਦੀਆਂ ਕਲਾਸਾਂ ਤੇ ਪ੍ਰੈਕਟੀਕਲ ਦੀਆਂ ਕਲਾਸਾਂ ਰੂਟੀਨ ਦੇ ਵਿੱਚ ਚੱਲ ਰਹੀਆਂ ਹਨ। ਤੇ ਮੈਂ ਸਾਡੇ ਡਿਪਾਰਟਮੈਂਟ ਦੇ ਆਫੀਸਰ ਸਾਹਿਬਾਨ ਦਾ ਤੇ ਸਪੈਸ਼ਲ ਵਿਸ਼ੇਸ਼ ਧੰਨਵਾਦ ਆਈਟੌਟ ਲਾਲੜੂ ਦੇ ਆਫੀਸਰ ਸਾਹਿਬਾਨ ਦਾ ਤੇ ਮੇਰੇ ਨਾਲ ਇਸ ਲੈਕਚਰ ਦੇ ਵਿੱਚ ਜੁੜੇ ਹੋਏ ਸਾਡੇ ਵੱਖ-ਵੱਖ ਪ੍ਰਿੰਸੀਪਲ ਤੇ ਮੇਰੇ ਇੰਸਟ੍ਰਕਟਰ ਸਾਹਿਬਾਨ ਤੇ ਪਿਆਰੇ ਸਿਖਿਆਰਥੀਓ। ਅੱਜ ਦਾ ਜਿਹੜਾ ਟੌਪਿਕ ਆ ਉਹ ਹੈਗਾ ਬਹੁਤ ਹੀ ਇੰਪੋਰਟੈਂਟ ਟੌਪਿਕ ਆ, ਬਹੁਤ ਹੀ ਇੰਟਰਸਟਡ ਟੌਪਿਕ ਆ। ਅੱਜ ਦਾ ਜਿਹੜਾ ਟੌਪਿਕ ਆ ਫਰੋਸਟ ਫਰੀ ਰੈਫਰੀਜਰੇਟਰ। ਮੈਂ ਜੁੜੇ ਹੋਏ ਸਾਰੇ ਸਿਖਿਆਰਥੀਆਂ ਨੂੰ ਅਤੇ ਸਟਾਫ ਮੈਂਬਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹਨੂੰ ਧਿਆਨ ਨਾਲ ਸੁਣਿਓ, ਕਿਉਂਕਿ ਇਹ ਸਿਰਫ ਇੱਕ ਐਜੂਕੇਸ਼ਨ ਤੱਕ ਸੰਬੰਧਿਤ ਨਹੀਂ ਹੈਗਾ। ਇਹ ਜਿਹੜਾ ਟੌਪਿਕ ਆ ਆਪਾਂ ਨੂੰ ਰੋਜ਼ਾਨਾ ਘਰ ਦੇ ਕੰਮਾਂ ਵਿੱਚ ਰੂਟੀਨ ਦੇ ਵਿੱਚ ਵਰਤੋਂ ਦੇ ਵਿੱਚ ਆਉਣ ਵਾਲਾ ਜਿਹੜਾ ਹੈਗਾ ਲੋੜ ਅਨੁਸਾਰ ਜਿਹੜਾ ਲੋੜ ਪੈਂਦੀ ਰਹਿੰਦੀ ਆ, ਕਿਉਂਕਿ ਅੱਜ ਹਰ ਘਰ ਦੇ ਵਿੱਚ ਭਾਵੇਂ ਉਹ ਡਾਇਰੈਕਟ ਕੂਲ ਰੈਫਰੀਜਰੇਟਰ ਹੋਵੇ ਭਾਵੇਂ ਫਰੋਸਟ ਫਰੀ ਰੈਫਰੀਜਰੇਟਰ ਹੋਵੇ, ਹਰ ਘਰ ਦੇ ਵਿੱਚ ਆਪਣੇ ਫ੍ਰਿਜ ਦੀ ਜਿਹੜੀ ਆਪਾਂ ਵਰਤੋਂ ਕਰਦੇ ਹਾਂ। ਇਸ ਕਰਕੇ ਉਮੀਦ ਆ ਵੀ ਤੁਹਾਨੂੰ ਇਸ ਲੈਕਚਰ ਦੇ ਵਿੱਚੋਂ ਕਾਫੀ ਜਾਣਕਾਰੀ ਜਿਹੜੀ ਹੈਗੀ ਆ ਮਿਲੂਗੀ। ਤੇ ਸਾਰੇ ਭਾਵੇਂ ਉਹ ਸਟਾਫ ਮੈਂਬਰ ਨੇ ਭਾਵੇਂ ਸਿਖਿਆਰਥੀ ਨੇ ਪਲੀਜ਼ ਜਿਹੜਾ ਹੈਗਾ ਧਿਆਨ ਨਾਲ ਜਿਹੜਾ ਇਹ ਤੇ ਧਿਆਨ ਨਾਲ ਇੰਟਰਸਟ ਨਾਲ ਜਿਹੜਾ ਹੈਗਾ ਸੁਣਨਾ, ਕਿਉਂਕਿ ਆਪਾਂ ਨੂੰ ਹਰ ਇੱਕ ਨੂੰ ਇਹਦੀ ਲੋੜ ਪੈਂਦੀ ਰਹਿੰਦੀ ਆ ਡੇਲੀ ਰੂਟੀਨ ਦੇ ਕੰਮਾਂ ਦੇ ਵਿੱਚ ਘਰੇ। ਅੱਜ ਆਪਾਂ ਫਰੋਸਟ ਫਰੀ ਰੈਫਰੀਜਰੇਟਰ ਦੇ ਵਿੱਚ ਜਿਹੜਾ ਹੈਗਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੰਟਰੋਡਕਸ਼ਨ ਦੇਵਾਂਗਾ। ਫਰੋਸਟ ਫਰੀ ਕੀ ਫਰਕ ਆ ਦੂਜੇ ਨਾਲੋਂ, ਜਿਹੜਾ ਹੈਗਾ ਨੇਚਰਲ ਕਨਵੈਨਸ਼ਨ ਰੈਫਰੀਜਰੇਟਰ ਜਾਂ ਜਿਹੜਾ ਹੈਗਾ ਡਾਇਰੈਕਟ ਕੂਲ ਰੈਫਰੀਜਰੇਟਰ ਤੇ ਕੀ ਅੰਤਰ ਆ ਇਹਦੇ ਵਿੱਚ। ਇੰਟਰੋਡਕਸ਼ਨ ਹੋਊਗੀ, ਡਿਫਰੈਂਸ ਹੋਊਗਾ ਬਿਟਵੀਨ ਕੀ ਅੰਤਰ ਆ ਜਿਹੜਾ ਹੈਗਾ ਨੇਚਰਲ ਕਨਵੈਨਸ਼ਨ ਰੈਫਰੀਜਰੇਟਰ ਤੇ ਫਰੋਸਟ ਫਰੀ ਦੇ ਵਿੱਚ, ਤੇ ਫਰੋਸਟ ਫਰੀ ਰੈਫ੍ਰਿਜਰੇਟਰ ਦਾ ਰੈਫ੍ਰਿਜਰੇਟਰ ਸਾਈਕਲ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਜਾਊ। ਇਲੈਕਟ੍ਰਿਕ ਕੰਪੋਨੈਂਟ, ਵਿਸ਼ੇਸ਼ ਕਰਕੇ ਇਲੈਕਟ੍ਰਿਕ ਕੰਪੋਨੈਂਟ ਨੇ ਜਿਹੜੇ ਇਹਦੇ ਇਸੇ ਦੇ ਵਿੱਚ ਅੰਤਰ ਆ। ਸਾਡਾ ਹੈਗਾ ਰੈਫ੍ਰਿਜਰੇਟਰ ਸਾਈਕਲ ਜਿਹੜਾ ਹੈਗਾ ਸੇਮ ਆ, ਭਾਵੇਂ ਉਹ ਡਾਇਰੈਕਟ ਕੂਲ ਰੈਫ੍ਰਿਜਰੇਟਰ ਹੋਵੇ, ਤੇ ਇਲੈਕਟ੍ਰਿਕ ਕੰਪੋਨੈਂਟਾਂ ਦੇ ਨਾਲ ਹੀ ਇਹਨੂੰ ਕੰਟਰੋਲ ਕਰਕੇ ਜਿਹੜਾ ਹੈਗਾ ਫਰੋਸਟ ਫਰੀ ਨੂੰ ਅਸੀਂ ਇਹ ਤੋਂ ਵਿਦਆਊਟ ਫਰੋਸਟ ਤੋਂ ਜਿਹੜਾ ਕੰਮ ਲੈਂਦੇ ਆ। ਇਲੈਕਟ੍ਰਿਕ ਵਾਇਰਿੰਗ ਇਹ ਵੀ ਬਹੁਤ ਇੰਪੋਰਟੈਂਟ ਆ। ਤੇ ਪਿਛਲੇ ਮੇਰੇ ਟੌਪਿਕ ਦੇ ਵਿੱਚ 7 ਤਰੀਕ ਦੇ ਜਿਹੜਾ ਹੈਗਾ ਡਾਇਰੈਕਟ ਕੂਲ ਰੈਫ੍ਰਿਜਰੇਟਰ 'ਚ ਇੱਕ ਕੁਐਸਚਨ ਉੱਠਿਆ ਸੀਗਾ, ਤੇ ਉਹ ਸੀਗਾ ਵੀ ਰਨਿੰਗ ਕਾਮਨ ਸਟਾਰਟਿੰਗ ਫਾਈਂਡ ਕਿਵੇਂ ਕੀਤੇ ਜਾ ਸਕਦੇ ਨੇ, ਕਿਵੇਂ ਇਹਨਾਂ ਦਾ ਪਤਾ ਕੀਤਾ ਜਾ ਸਕਦਾ। ਅੱਜ ਲਾਸਟ ਦੇ ਵਿੱਚ ਉਹ ਤੇ ਵੀ ਡਿਸਕਸ ਕਰਾਂਗੇ। ਐਂਡ ਤੇ ਕਰਾਂਗੇ ਆਪਾਂ ਟੈਸਟਿੰਗ ਫਾਲਟ ਫਾਈਂਡਿੰਗ। ਮੇਨ ਜਿਹੜਾ ਹੈਗਾ ਫਰੋਸਟ ਫਰੀ ਰੈਫ੍ਰਿਜਰੇਟਰ ਦੇ ਵਿੱਚ ਕਿਹੜੇ ਕਿਹੜੇ ਫਾਲਟ ਪੈਂਦੇ ਨੇ, ਕਿਵੇਂ ਰਿਮੂਵ ਕੀਤਾ ਜਾ ਸਕਦਾ ਉਹਨਾਂ ਨੂੰ, ਤੇ ਮੇਨ ਜਿਹੜੇ ਜਨਰਲ ਫਾਲਟ ਪੈਂਦੇ ਨੇ ਉਹਨਾਂ ਦੇ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ ਜਾਊਗੀ। ਇੰਟਰੋਡਕਸ਼ਨ, ਫਰੋਸਟ ਫਰੀ ਕੀ ਆ? ਫਰੋਸਟ ਫਰੀ ਉਹ ਫ੍ਰਿਜ ਆ ਜਿਸ ਦੇ ਵਿੱਚ ਜਿਹੜਾ ਹੈਗਾ ਫਰੋਸਟਿੰਗ ਨਹੀਂ ਜੰਮਦੀ ਹੈਗੀ। ਫਰੋਸਟ ਫਰੀ ਦੇ ਫ੍ਰਿਜ ਦੇ ਵਿੱਚ ਜਿਸ ਤਰ੍ਹਾਂ ਡਾਇਰੈਕਟ ਕੂਲ ਰੈਫ੍ਰਿਜਰੇਟਰ ਜਾਂ ਨੇਚਰਲ ਕਨਵੈਨਸ਼ਨ ਰੈਫ੍ਰਿਜਰੇਟਰ ਦੇ ਵਿੱਚ ਫ੍ਰੀਜ਼ਰ ਦੇ ਵਿੱਚ ਫਰੋਸਟ ਜੰਮਦੀ ਆ, ਜੋ ਕਿ ਸਾਨੂੰ ਕਈ ਜਗ੍ਹਾ ਤੇ ਜਾ ਕੇ ਪ੍ਰੋਬਲਮ ਕ੍ਰੀਏਟ ਕਰਦੀ ਆ। ਪਰੰਤੂ ਜਿਹੜਾ ਫਰੋਸਟ ਫਰੀ ਆ, ਫਰੋਸਟ ਮੀਨ ਜਿਹੜੀ ਹੈਗੀ ਆ ਬਿਨਾਂ ਫਰੋਸਟ ਤੋਂ ਫ੍ਰੀਜ਼ਰ ਦੇ ਉੱਪਰ ਫਰੋਸਟ ਨਹੀਂ ਆਉਂਦੀ ਹੈਗੀ, ਬਰਫ਼ ਜੰਮਦੀ ਆ ਪਰੰਤੂ ਫਰੋਸਟ ਨਹੀਂ ਆਉਂਦੀ। ਫਰੋਸਟ ਫਰੀ ਮਤਲਬ ਵਿਦਆਊਟ ਫਰੋਸਟ, ਜਿਹੜਾ ਇਹਦਾ ਵੈਪੋਰੇਟਰ ਆ ਵਿਦਆਊਟ ਫਰੋਸਟ ਇਹ ਤੋਂ ਆਪਾਂ ਕੰਮ ਲੈਂਦੇ ਆ। ਤੁਹਾਨੂੰ ਜਿਹੜੇ ਹੈਗੇ ਫਰੋਸਟ ਫਰੀ ਫ੍ਰਿਜ ਦੀਆਂ 2 ਡਾਇਆਗ੍ਰਾਮ ਦਿਖਾਈ ਦੇ ਰਹੀਆਂ ਨੇ, ਜਿਹਦੇ ਵਿੱਚ ਇੱਕ ਫ੍ਰਿਜ ਜਿਹੜਾ ਹੈਗਾ ਬੈਕ ਸਾਈਡ ਦਿਖਾਈ ਦੇ ਰਿਹਾ ਤੇ ਇੱਕ ਫਰੰਟ ਦਿਖਾਈ ਦੇ ਰਿਹਾ। ਇਹਦੇ ਮੈਂ ਮੇਨ ਜਿਹੜੇ ਤੁਹਾਨੂੰ ਹੈਗਾ ਕੰਪੋਨੈਂਟਾਂ ਦੇ ਬਾਰੇ ਵਿੱਚ ਜਾਣਕਾਰੀ ਦੇ ਦਿਆਂ। ਉੱਪਰਲੇ ਹਿੱਸੇ ਦੇ ਵਿੱਚ ਉੱਪਰਲਾ ਹਿੱਸਾ ਜਿਹੜਾ ਹੈਗਾ ਫ੍ਰੀਜ਼ਰ ਕੰਪਾਰਟਮੈਂਟ। ਫ੍ਰੀਜ਼ਰ ਕੰਪਾਰਟਮੈਂਟ ਦੇ ਵਿੱਚ ਕਿਉਂਕਿ ਇਹਦੇ ਵਿੱਚ ਫ੍ਰੀਜ਼ਰ ਆ ਜਿਹੜਾ ਇਹ ਬੈਕ ਸਾਈਡ ਤੇ ਲੱਗਿਆ, ਜਿਹੜਾ ਕਿ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਹੈਗਾ। ਅੱਗੇ ਜਾ ਕੇ ਮੈਂ ਤੁਹਾਨੂੰ ਅਲੱਗ-ਅਲੱਗ ਕੰਪੋਨੈਂਟਾਂ ਦੇ ਵਿੱਚ ਦਿਖਾਊਂਗਾ,
परंतु ਇਹਦਾ ਫ੍ਰੀਜ਼ਰ ਆ ਜਿਹੜਾ ਹੈਗਾ बैक साइड उपरले पोर्शन ਦੇ ਵਿੱਚ बैक साइड ਤੇ ਜਿਹੜਾ ਹੈਗਾ ਲੱਗਿਆ ਹੋਇਆ ਜੋ ਕਿ ਦਿਖਾਈ ਨਹੀਂ ਦੇ ਰਿਹਾ ਤੇ ਇਹਦੀ बैक साइड ਤੇ ਹੀ ਇੱਕ ਫੈਨ ਲੱਗਿਆ ਹੋਇਆ ਜਿਹੜਾ ਕਿ ਹਵਾ ਨੂੰ ਫ੍ਰੀਜ਼ਰ ਦੇ ਵਿੱਚੋਂ ਸੱਕ ਕਰਕੇ ਕੋਇਲਾਂ ਦੇ ਥਰੂ ਸੱਕ ਕਰਕੇ ਫ੍ਰੀਜ਼ਰ ਕੰਪਾਰਟਮੈਂਟ ਦੇ ਵਿੱਚ ਭੇਜਦਾ। ਫ੍ਰੀਜ਼ਰ ਕੰਪਾਰਟਮੈਂਟ ਤੋਂ ਇਲਾਵਾ ਇੱਕ ਡਕਟ ਦੇ ਰਾਹੀਂ ਜਿਹੜਾ ਇੰਟਰਨਲ ਕੰਪਾਰਟਮੈਂਟ ਆ ਜਿਹੜਾ ਨੀਚੇ ਵਾਲਾ ਕੰਪਾਰਟਮੈਂਟ ਆ ਉਹਦੇ ਵਿੱਚ ਇੱਕ ਡਕਟ ਰਾਹੀਂ ਜਿਹੜਾ ਹੈਗਾ ਹਵਾ ਨੂੰ ਭੇਜਦਾ ਜਿਹੜਾ ਹੈਗਾ। ਉੱਪਰਲੇ ਹਿੱਸੇ ਦੇ ਵਿੱਚ ਫ੍ਰੀਜ਼ਰ ਲੱਗਿਆ ਹੋਇਆ ਬੈਕ ਸਾਈਡ ਤੇ ਜਿਹੜਾ ਐਡਜਸਟੇਬਲ ਨੋਬ ਲੱਗੀ ਹੁੰਦੀ ਆ ਮੇਨ ਇੱਕ ਇਹਦੇ ਵਿੱਚ ਐਡਜਸਟੇਬਲ ਨੋਬ ਲੱਗੀ ਹੁੰਦੀ ਆ ਜਿਹੜੀ ਕਿ ਏਅਰ ਨੂੰ ਵੱਧ ਜਾਂ ਘੱਟ ਕਰਨ ਵਾਸਤੇ ਜੇ ਨੀਚੇ ਕੰਪਾਰਟਮੈਂਟ ਦੇ ਵਿੱਚ ਅਸੀਂ ਕੂਲਿੰਗ ਨੂੰ ਵੱਧ ਕਰਨਾ ਜਾਂ ਉੱਪਰ ਵਾਲੇ ਕੰਪਾਰਟਮੈਂਟ ਦੇ ਵਿੱਚ ਅਸੀਂ ਕੂਲਿੰਗ ਨੂੰ ਵੱਧ ਕਰਨਾ ਤਾਂ ਐਡਜਸਟਿੰਗ ਨੋਬ ਲੱਗੀ ਹੋਈ ਆ ਜਿਹੜੀ ਏਅਰ ਨੂੰ ਕੰਟਰੋਲ ਕਰਦੀ ਆ ਏਅਰ ਦੇ ਜਿਹੜੇ ਹੈਗੇ ਡਿਸਟ੍ਰੀਬਿਊਸ਼ਨ ਨੂੰ ਕੰਟਰੋਲ ਕਰਦੀ ਆ। ਉਹਦੇ ਉੱਪਰ ਨੰਬਰ ਲੱਗੇ ਹੁੰਦੇ ਨੇ 1 2 3 4 5 7 8 9 ਤੱਕ ਜਿਹੜੇ ਜਿਉਂ-ਜਿਉਂ ਆਪਾਂ ਨੰਬਰ ਵਧਾਵਾਂਗੇ ਉਹਦਾ ਜਿਉਂ-ਜਿਉਂ ਉੱਪਰ ਨੰਬਰ ਵਧਾਵਾਂਗੇ ਤਾਂ ਨੀਚੇ ਉਹਦੀ ਕੂਲਿੰਗ ਘਟੂਗੀ। ਨੰਬਰ ਵਧਾਉਣ ਨਾਲ ਨੀਚੇ ਕੂਲਿੰਗ ਨਿਚਲੇ ਕੰਪਾਰਟਮੈਂਟ ਦੇ ਵਿੱਚ ਕੂਲਿੰਗ ਘਟੂਗੀ ਪਰੰਤੂ ਉੱਪਰਲੇ ਕੰਪਾਰਟਮੈਂਟ ਦੇ ਵਿੱਚ ਫ੍ਰੀਜ਼ਰ ਕੰਪਾਰਟਮੈਂਟ ਦੇ ਵਿੱਚ ਜਿੱਥੇ ਕਿ ਅਸੀਂ ਬਰਫ਼ ਜਮਾਉਣ ਦਾ ਕੰਮ ਕਰਦੇ ਹਾਂ ਉੱਪਰਲੇ ਕੰਪਾਰਟਮੈਂਟ ਦੇ ਵਿੱਚ ਨੰਬਰ ਵਧਾਉਣ ਨਾਲ ਕੂਲਿੰਗ ਵਧੂ। ਅਗਰ ਆਪਾਂ ਨੰਬਰ ਘਟਾ ਦਿਆਂਗੇ ਉਹਦਾ ਯਾਨੀ ਕਿ 2 ਜਾਂ 3 ਜਾਂ 1 ਜਾਂ 2 3 ਕਰਾਂਗੇ ਤਾਂ ਉਹਦੇ ਨਾਲ ਨੀਚੇ ਵਾਲੇ ਕੰਪਾਰਟਮੈਂਟ ਦੇ ਵਿੱਚ ਕੂਲਿੰਗ ਵੱਧ ਜਾਊਗੀ ਤੇ ਉੱਪਰਲੇ ਥੋੜੀ ਜਿਹੀ ਘਟ ਜਾਊਗੀ। ਤਾਂ ਕਹਿਣ ਤੋਂ ਭਾਵ ਡਕਟ ਦੇ ਵਿੱਚ ਇੱਕ ਨੋਬ ਲੱਗੀ ਹੋਈ ਆ ਜਿਹੜੀ ਏਅਰ ਨੂੰ ਜਿਹੜੀ ਹੈਗੀ ਆ ਕੰਟਰੋਲ ਕਰਕੇ ਉੱਪਰ ਜਾਂ ਨੀਚੇ ਕੂਲਿੰਗ ਨੂੰ ਵੱਧ ਜਾਂ ਘੱਟ ਕਰਨ ਵਾਸਤੇ ਯੂਜ਼ ਕੀਤੀ ਜਾਂਦੀ ਹੈ। ਤਾਂ ਨੀਚੇ ਕੰਪਾਰਟਮੈਂਟ ਦੇ ਵਿੱਚ ਹੈਗੀਆਂ ਸੈਲਫਾਂ ਨੇ ਤੇ ਉਸ ਤੋਂ ਨੀਚੇ ਵੈਜੀਟੇਬਲ ਟਰੇ ਜਿਹਦੇ ਚ ਫਰੂਟ ਜਾਂ ਸਬਜ਼ੀਆਂ ਨੂੰ ਰੱਖਿਆ ਜਾਂਦਾ ਜੋ ਕਿ ਉੱਪਰੋਂ ਇੱਕ ਕਵਰ ਕੀਤਾ ਜਾਂਦਾ ਸ਼ੀਸ਼ੇ ਦੇ ਦੁਆਰਾ ਉੱਪਰੋਂ ਕਵਰ ਕੀਤਾ ਜਾਂਦਾ ਕਿਉਂਕਿ ਫਰੂਟ ਦੇ ਵਿੱਚ ਮੋਇਸਚਰ ਜ਼ਿਆਦਾ ਸਬਜ਼ੀਆਂ ਦੇ ਵਿੱਚ ਮੋਇਸਚਰ ਜ਼ਿਆਦਾ ਅਗਰ ਅਸੀਂ ਓਪਨ ਦੇ ਵਿੱਚ ਰੱਖਾਂਗੇ ਤਾਂ ਉਹ ਮੋਇਸਚਰ ਜਿਹੜਾ ਹੈਗਾ ਏਅਰ ਕੂਲਿੰਗ ਜਿਹੜੀ ਹੈਗੀ ਆ ਮੋਇਸਚਰ ਸੱਕ ਕਰੂਗੀ ਸੱਕ ਕਰਨ ਨਾਲ ਉਹ ਜਲਦੀ ਖਰਾਬ ਹੋ ਜਾਣਗੀਆਂ ਇਸ ਕਰਕੇ ਉਹਨੂੰ ਠੰਡਾ ਕੀਤਾ ਜਾਂਦਾ ਔਰ ਢੱਕ ਕੇ ਜਿਹੜਾ ਹੈਗਾ ਉੱਪਰੋਂ ਰੱਖਿਆ ਜਾਂਦਾ ਹੈਗਾ। ਤਾਂ ਉਹਦੇ ਗੇਟ ਵਾਲੇ ਸਾਈਡ ਤੇ 2 ਕੰਪਾਰਟਮੈਂਟ ਹੈਗੇ ਨੇ ਉੱਪਰਲਾ ਡੋਰ ਅਲੱਗ ਆ ਫ੍ਰੀਜ਼ਰ ਕੰਪਾਰਟਮੈਂਟ ਨੀਚੇ ਵਾਲਾ ਅਲੱਗ ਆ ਤੇ ਉੱਪਰਲੇ ਕੰਪਾਰਟਮੈਂਟ ਦੇ ਵਿੱਚ ਹੈਗਾ ਮੇਨ ਇਹਦੇ ਚ ਗੈਸ ਕੱਟ ਲੱਗੀ ਹੋਈ ਆ ਜਿਹੜੀ ਕਿ ਏਅਰ ਟਾਈਟ ਕਰਦੀ ਆ ਸਾਡੀ ਜਿਹੜੀ ਅੰਦਰਲੀ ਕੂਲਿੰਗ ਆ ਉਹਨੂੰ ਬਾਹਰ ਆਉਣ ਤੋਂ ਰੋਕਦੀ ਆ ਜਿਹੜਾ ਤੇ ਨੀਚੇ ਵਾਲੇ ਕੰਪਾਰਟਮੈਂਟ ਦੇ ਵਿੱਚ ਵੀ ਗੈਸ ਕੱਟ ਲੱਗੀ ਆ ਜੋ ਕਿ ਹਵਾ ਨੂੰ ਜਿਹੜਾ ਬਾਹਰ ਜਾਣ ਤੋਂ ਰੋਕਦੀ ਆ। ਮੇਨ ਜਿਹੜੇ ਇਹਦੇ ਕੰਪੋਨੈਂਟ ਨੇ ਸੈਲਫਾਂ ਨੇ ਜੋ ਕਿ ਆਪਣਾ ਕੋਈ ਵੀ ਸਮਾਨ ਰੱਖਣ ਵਾਸਤੇ ਯੂਜ਼ ਕੀਤੇ ਜਾਂਦੇ ਨੇ। ਤਾਂ ਜਿਹੜਾ ਬੈਕ ਸਾਈਡ ਤੇ ਜਿਹੜਾ ਹੈਗਾ ਕੰਪਰੈਸ਼ਰ ਦਿਖਾਈ ਦੇ ਰਿਹਾ ਜਿਹੜਾ ਮੇਨ ਜਿਹੜਾ ਸਾਡਾ ਰੈਫ੍ਰਿਜਰੇਟਰ ਸਾਈਕਲ ਦਾ ਹਾਰਟ ਆ ਕੰਪਰੈਸ਼ਰ ਦਿਖਾਈ ਦੇ ਰਿਹਾ ਤੇ ਉਸ ਤੋਂ ਉੱਪਰ ਜਿਹੜਾ ਹੈਗਾ ਕੰਡੈਂਸਰ ਦਿਖਾਈ ਦੇ ਰਿਹਾ। ਕੰਡੈਂਸਰ ਦੇ ਲਾਸਟ ਕੋਇਲ ਤੇ ਸਾਨੂੰ ਡਰਾਇਰ ਜਾਂ ਫਿਲਟਰ ਦਿਖਾਈ ਦੇ ਰਿਹਾ ਤੇ ਇਹਦੀਆਂ 3 ਪਾਈਪ ਕਨੈਕਸ਼ਨ ਹੁੰਦੇ ਨੇ ਕੰਪਰੈਸ਼ਰ ਦੇ ਜਿਹੜਾ ਕਿ ਡਿਸਚਾਰਜ ਸਕਸ਼ਨ ਉਹ ਮੇਨ ਜਿਹੜੇ ਉਹ ਨੇ ਲਾਈਨਾਂ ਨੇ ਤੇ ਤੀਜੀ ਜਿਹੜੀ ਹੈਗੀ ਆ ਚਾਰਜਿੰਗ ਲਾਈਨ। ਤਾਂ ਇਹਦੇ ਲਾਸਟ ਇਹਦੇ ਨੀਚੇ ਪਿਛਲੇ ਪਾਸੇ ਜਿਹੜਾ ਹੈਗਾ ਸਾਡਾ ਟਾਈਮਰ ਫਿੱਟ ਕੀਤਾ ਹੁੰਦਾ ਪਿਛਲੇ ਬੈਕ ਸਾਈਡ ਤੇ ਟਾਈਮਰ ਜਿਹੜਾ ਹੈਗਾ ਫਿੱਟ ਕੀਤਾ ਹੁੰਦਾ ਤੇ ਇਹ 3 ਜਿਹੜੇ ਹੈਗੇ ਮੇਨ ਜਿਹੜੇ ਟਾਈਮਰ ਕੰਡੈਂਸਰ ਕੰਪਰੈਸ਼ਰ ਇਹ ਤੁਹਾਨੂੰ ਜਿਹੜੇ ਹੈਗੇ ਬੈਕ ਸਾਈਡ ਤੋਂ ਦਿਖਾਈ ਦੇ ਰਹੇ ਨੇ। ਤਾਂ ਫਰੋਸਟ ਫਰੀ ਫ੍ਰਿਜ ਦੀ ਤੁਹਾਨੂੰ ਜਾਣਕਾਰੀ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਡਾਇਰੈਕਟ ਕੂਲ ਰੈਫ੍ਰਿਜਰੇਟਰ ਦੀ ਦੇਣੀ ਚਾਹੂੰਗਾ ਤਾਂ ਕਿ ਤੁਹਾਨੂੰ ਫਰੋਸਟ ਫਰੀ ਰੈਫ੍ਰਿਜਰੇਟਰ ਦੀ ਚੰਗੀ ਤਰ੍ਹਾਂ ਜਿਹੜੀ ਹੈਗੀ ਸਮਝ ਆ ਜਾਵੇ। ਡਾਇਰੈਕਟ ਕੂਲ ਰੈਫ੍ਰਿਜਰੇਟਰ ਦੇ ਵਿੱਚ ਜਿਹੜਾ ਤੁਹਾਨੂੰ ਦਿਖਾਇਆ ਹੋਇਆ ਉੱਪਰਲੇ ਹਿੱਸੇ ਦੇ ਵਿੱਚ ਫ੍ਰੀਜ਼ਰ ਕੰਪਾਰਟਮੈਂਟ ਦੇ ਵਿੱਚ ਲਗਭਗ -15 ਤੋਂ 18 ਡਿਗਰੀ ਸੈਂਟੀਗ੍ਰੇਡ ਤੱਕ ਤਾਪਮਾਨ ਹੁੰਦਾ। ਉੱਪਰਲੇ ਜਿਹਨੂੰ ਅਸੀਂ ਫ੍ਰੀਜ਼ਰ ਕਹਿੰਦੇ ਆ ਉਹਦੇ ਵਿੱਚ -15 ਤੋਂ 18 ਡਿਗਰੀ ਸੈਂਟੀਗ੍ਰੇਡ ਤੱਕ ਤਾਪਮਾਨ ਹੁੰਦਾ। ਨੀਚੇ ਜਿਹੜੀ ਚਿਲਡ ਟਰੇ ਆ ਉਹਦਾ -4 ਤੋਂ ਲੈ ਕੇ +4 ਤੱਕ ਜਿਹੜਾ ਹੈਗਾ ਟੈਂਪਰੇਚਰ ਹੁੰਦਾ। ਜਿਹੜੀਆਂ ਸੈਲਫਾਂ ਨੇ ਉਹਦੇ ਵਿੱਚ 7 ਡਿਗਰੀ ਸੈਂਟੀਗ੍ਰੇਡ ਤਾਪਮਾਨ ਹੁੰਦਾ। ਤਾਂ ਨੀਚੇ ਜਿਹੜੀ ਹੈਗੀ ਆ ਵੈਜੀਟੇਬਲ ਬਾਕਸ ਜਾਂ ਵੈਜੀਟੇਬਲ ਜਿਹੜਾ ਹੈਗਾ ਉਹਦੇ ਵਿੱਚ 15 ਡਿਗਰੀ ਸੈਂਟੀਗ੍ਰੇਡ ਤਾਪਮਾਨ ਹੁੰਦਾ। ਹੁਣ ਅਸੀਂ ਕੀ ਸਾਨੂੰ ਇਹਦੇ ਵਿੱਚ ਫਰਕ ਆ ਜਾਂ ਕੀ ਆਪਾਂ ਨੂੰ ਉਹਦੇ ਜਿਹੜਾ ਫਰੋਸਟ ਫਰੀ ਰੈਫ੍ਰਿਜਰੇਟਰ ਦੇ ਵਿੱਚ ਕੀ ਅੰਤਰ ਆ
ਵੀ ਜਦੋਂ ਫ੍ਰਿਜ ਚੱਲ ਰਿਹਾ, ਸਾਡਾ ਡਾਇਰੈਕਟ ਕੂਲ ਰੈਫ੍ਰਿਜਰੇਟਰ ਜਦੋਂ ਚੱਲ ਰਿਹਾ ਤਾਂ ਉਹਦਾ ਟੈਂਪਰੇਚਰ 2 ਜਾਂ 3 ਘੰਟੇ ਚੱਲਣ ਤੋਂ ਬਾਅਦ ਚ ਉਹਦਾ ਟੈਂਪਰੇਚਰ ਜਿਹੜਾ -18 ਜਾਂ 15 ਤੋਂ 18 ਤੱਕ ਦਿਖਾਇਆ ਹੋਇਆ, ਤਾਂ ਉਹਦਾ ਟੈਂਪਰੇਚਰ ਜਿਹੜਾ ਹੈਗਾ -18 ਆ ਜਾਂਦਾ, ਜਿਹੜਾ 2 ਜਾਂ 3 ਘੰਟਿਆਂ ਤੋਂ ਬਾਅਦ ਚ। ਤਾਂ ਟੈਂਪਰੇਚਰ -18 ਆਉਣ ਦੇ ਨਾਲ ਜਿਹੜਾ ਬੋਡੀ ਦੇ ਇੰਟਰਨਲ ਆ ਉਹ ਪ੍ਰੈਸ਼ਰ ਵੀ ਡਾਊਨ ਹੋ ਜਾਂਦਾ। ਜਿਹੜਾ ਬੋਡੀ ਫ੍ਰੀਜ਼ਰ ਦੀ ਬੋਡੀ ਦਾ ਇੰਟਰਨਲ ਜਿਹੜਾ ਹੈਗਾ ਪ੍ਰੈਸ਼ਰ ਆ, ਟੈਂਪਰੇਚਰ ਡਾਊਨ ਹੋਣ ਨਾਲ ਉਹਦਾ ਪ੍ਰੈਸ਼ਰ ਵੀ ਡਾਊਨ ਹੋ ਜਾਂਦਾ। ਤਾਂ ਸਾਡਾ ਇਹ ਜਿਹੜਾ ਗੇਟ ਦੇ ਦੁਆਰਾ, ਡੋਰ ਗੈਸ ਦੇ ਦੁਆਰਾ ਇੰਟਰਨਲ ਭਾਗ ਜਿਹੜਾ ਹੈਗਾ 에ਅਰ ਟਾਈਟ ਹੁੰਦਾ। ਤਾਂ ਜਦੋਂ ਅਸੀਂ ਲੋੜ ਅਨੁਸਾਰ ਫ੍ਰਿਜ ਨੂੰ ਖੋਲਦੇ ਹਾਂ ਤਾਂ ਜਿਹੜਾ ਬਾਹਰਲਾ ਐਟਮੋਸਫੇਅਰਕ ਟੈਂਪਰੇਚਰ ਆ, ਤਾਂ ਉਹ ਅੰਦਾਜ਼ਾ ਮੈਂ 30 ਡਿਗਰੀ ਸੈਂਟੀਗ੍ਰੇਡ ਸ਼ੋ ਕੀਤਾ। 30, 35, 40 ਲਗਭਗ ਜੋ ਵੀ ਟੈਂਪਰੇਚਰ ਹੁੰਦਾ, ਬਾਹਰਲਾ ਜਿਹੜਾ ਟੈਂਪਰੇਚਰ ਜ਼ਿਆਦਾ ਹੁੰਦਾ। ਸਾਡਾ ਬੋਡੀ ਦੇ ਫ੍ਰਿਜ ਦੀ ਬੋਡੀ ਦਾ ਇੰਟਰਨਲ ਟੈਂਪਰੇਚਰ ਤੇ ਟੈਂਪਰੇਚਰ ਘਟਣ ਨਾਲ ਉਹਦਾ ਪ੍ਰੈਸ਼ਰ ਵੀ ਘਟ ਜਾਂਦਾ। ਤਾਂ ਜਦੋਂ ਅਸੀਂ ਫ੍ਰਿਜ ਦੀ ਜਿਹੜੀ ਹੈਗੀ ਆ ਗੇਟ ਨੂੰ ਖੋਲਦੇ ਹਾਂ ਤਾਂ ਬਾਹਰਲਾ ਟੈਂਪਰੇਚਰ ਤੇ ਪ੍ਰੈਸ਼ਰ ਜ਼ਿਆਦਾ ਹੋਣ ਕਾਰਨ ਤਾਂ ਇੱਕਦਮ ਜਿਹੜੀ ਹੈਗੀ ਆ ਹੀਟ ਅੰਦਰ ਜਾਂਦੀ ਆ ਔਰ 에ਅਰ ਸਾਡੀ ਹੈਗੀ ਆ ਅੰਦਰ ਜਾਂਦੀ ਆ ਉਹ। ਤਾਂ ਜਦੋਂ 에ਅਰ ਇੱਕਦਮ, ਕਿਉਂਕਿ ਇੰਟਰਨਲ ਪ੍ਰੈਸ਼ਰ ਘੱਟ ਹੁੰਦਾ ਬੋਡੀ ਦਾ, ਤਾਂ ਜਦੋਂ ਬਾਹਰਲਾ ਪ੍ਰੈਸ਼ਰ ਜ਼ਿਆਦਾ ਹੁੰਦਾ ਤਾਂ ਜਦੋਂ ਗੇਟ ਖੋਲਦੇ ਇੱਕਦਮ ਅੰਦਰ ਜਾਣ ਨਾਲ ਉਹਦੇ ਨਾਲ ਬਹੁਤ ਸਾਰੀ ਜਿਹੜੀ ਹੈਗੀ ਆ ਮੋਇਸਚਰ ਸੈੱਲ ਜਿਹੜੀ ਉਹ ਵੀ ਚਲੀ ਜਾਂਦੀ ਆ, ਕਿਉਂਕਿ ਹਵਾ ਦੇ ਵਿੱਚ ਸੈੱਲ ਆ। ਜਿਵੇਂ ਕਿ ਆਪਾਂ ਅੱਜ ਕੱਲ੍ਹ ਗੱਲ ਕਰਦੇ ਆ, ਬਾਰਿਸ਼ ਦੇ ਦਿਨਾਂ ਦੇ ਵਿੱਚ ਹਿਊਮਿਡਿਟੀ ਜਿਹੜੀ ਹੈਗੀ ਆ 에ਅਰ ਦੇ ਵਿੱਚ ਵੱਧ ਜਾਂਦੀ ਆ। ਉਹ ਵਧਣ ਦੇ ਕਾਰਨ ਇੱਕਦਮ ਜਿਹੜੀ ਸਾਡੀ ਮੋਇਸਚਰ ਆ ਉਹ ਬੋਡੀ ਦੇ ਅੰਦਰ ਜਾਂਦੀ ਆ। ਤਾਂ ਜਦੋਂ ਬੋਡੀ ਦੇ ਅੰਦਰ ਜਾਊਗੀ ਤਾਂ ਉੱਪਰਲੇ ਕੰਪਾਰਟਮੈਂਟ ਦੇ ਵਿੱਚ, ਫ੍ਰੀਜ਼ਰ ਕੰਪਾਰਟਮੈਂਟ ਦੇ ਵਿੱਚ, ਜਿੱਥੇ ਅਸੀਂ 18 ਡਿਗਰੀ -18 ਡਿਗਰੀ ਸੈਂਟੀਗ੍ਰੇਡ ਦਿਖਾਇਆ ਹੋਇਆ, ਤਾਂ ਜਿਹੜੀ ਉਹ ਮੋਇਸਚਰ ਅੰਦਰ ਚਲੀ ਗਈ ਤਾਂ ਉਹ ਅੰਦਰ ਜਾ ਕੇ ਫਰੋਸਟਿੰਗ ਦੇ ਰੂਪ ਦੇ ਵਿੱਚ ਵੈਪੋਰੇਟਰ ਦੇ ਆਲੇ ਦੁਆਲੇ ਜਿਹੜੀ ਹੈਗੀ ਜੰਮਣਾ ਸ਼ੁਰੂ ਹੋ ਜੂ। ਤਾਂ ਜਦੋਂ ਫ੍ਰਿਜ ਜਿਹੜਾ ਹੈਗਾ ਬਾਰ-ਬਾਰ ਅਸੀਂ ਰੂਟੀਨ ਦੇ ਵਰਤੋਂ ਦੇ ਕਾਰਨ ਖੋਲਦੇ ਰਹਿੰਦੇ ਆ ਤਾਂ ਸਾਡੀ ਮੋਇਸਚਰ ਜਿਹੜੀ ਹੈਗੀ ਆ ਫ੍ਰਿਜ ਦੇ ਅੰਦਰ ਚਲੀ ਜਾਂਦੀ ਰਹਿੰਦੀ ਆ। ਉਸ ਦੇ ਕਾਰਨ ਜਿਹੜੀ ਹੈਗੀ ਆ ਫ੍ਰਿਜ ਦੇ ਕੰਪਾਰਟਮੈਂਟ ਦੇ, ਫ੍ਰੀਜ਼ਰ ਕੰਪਾਰਟਮੈਂਟ ਦੇ ਆਲੇ ਦੁਆਲੇ ਬਹੁਤ ਸਾਰੀ ਜਿਹੜੀ ਹੈਗੀ ਆ ਫਰੋਸਟਿੰਗ ਜੰਮ ਜਾਂਦੀ ਆ। ਤਾਂ ਜਦੋਂ ਫਰੋਸਟਿੰਗ ਜੰਮ ਗਈ ਉਹ, ਤਾਂ ਉਸ ਤੋਂ ਬਾਅਦ ਜਿਹੜਾ ਬਰਫ਼ ਦਾ ਜਿਹੜਾ ਟੈਂਪਰੇਚਰ ਆ ਉਹ 0 ਡਿਗਰੀ ਸੈਂਟੀਗ੍ਰੇਡ ਹੁੰਦਾ। ਤਾਂ ਉਹ ਫਰੋਸਟਿੰਗ ਜੰਮਣ ਦੇ ਨਾਲ ਕੀ ਹੋਊਗਾ, ਸਾਡਾ ਜਿਹੜਾ ਫ੍ਰਿਜ ਦਾ ਇੰਟਰਨਲ ਜਿਹੜਾ ਟੈਂਪਰੇਚਰ ਆ ਉਹ ਵੀ ਵਧਣਾ ਸ਼ੁਰੂ ਹੋ ਜਾਊਗਾ। ਜਿਵੇਂ ਕਿ ਫ੍ਰਿਜ ਦਾ ਜਿਹੜਾ ਬਰਫ਼ ਦਾ ਜਿਹੜਾ 0 ਡਿਗਰੀ ਸੈਂਟੀਗ੍ਰੇਡ ਤਾਪਮਾਨ ਆ, ਤਾਂ ਜਦੋਂ ਅਸੀਂ ਉਸ ਦੇ ਵਿੱਚ ਬਰਫ਼ ਦੇ ਜਮਾਉਣ ਵਾਸਤੇ ਕੋਈ ਵੀ ਚੀਜ਼ ਰੱਖਾਂਗੇ ਤਾਂ ਉਹ ਜਿਹੜੀ ਮੋਟੀ ਜਿਹੜੀ ਫਰੋਸਟਿੰਗ ਜੰਮ ਗਈ ਤਾਂ ਉਹਦੇ ਵਿੱਚ ਕੀ ਆਊਗਾ, ਰੁਕਾਵਟ ਪੈਦਾ ਹੋ ਜਾਊਗੀ। ਕਹਿਣ ਤੋਂ ਭਾਵ ਜਿਹੜਾ ਗੈਸ ਤੋਂ ਪਾਣੀ ਨੇ ਹੀਟ ਲੈਣੀ ਆ, ਉਹਦੇ ਵਿੱਚ ਜਿਹੜੀ ਮੋਟੀ ਫਰੋਸਟਿੰਗ ਜੰਮ ਗਈ ਉਹਦੇ ਵਿੱਚ ਉਹ ਰੁਕਾਵਟ ਪੈਦਾ ਕਰੂਗੀ, ਇਨਸੂਲੇਸ਼ਨ ਦਾ ਕੰਮ ਸ਼ੁਰੂ ਕਰ ਦਊਗੀ। ਤਾਂ ਜਿਹੜੀ ਉਹ ਮੋਟੀ ਬਰਫ਼ ਜੰਮਣ ਨਾਲ ਜਿਹੜੀ ਹੈਗੀ ਆ ਫ੍ਰੀਜ਼ਰ ਦਾ ਜਿਹੜਾ ਟੈਂਪਰੇਚਰ ਆ ਉਹ ਵੀ ਅਪ ਹੋ ਜਾਊਗਾ, ਕਿਉਂਕਿ ਬਰਫ਼ ਦਾ ਜਮਾਓ ਦਰਜਾ 0 ਡਿਗਰੀ ਸੈਂਟੀਗ੍ਰੇਡ ਆ। ਜਦੋਂ ਫ੍ਰੀਜ਼ਰ ਦਾ ਟੈਂਪਰੇਚਰ ਅਪ ਹੋ ਗਿਆ ਤਾਂ ਕੁਦਰਤੀ ਆ ਵੀ ਇੰਟਰਨਲ ਟੈਂਪਰੇਚਰ ਜਿਹੜਾ ਬੋਡੀ ਦਾ ਉਹ ਵੀ ਅਪ ਹੋ ਜੂ। ਜਿਵੇਂ ਮੈਂ -4 ਤੋਂ 4+4 ਦਿਖਾਇਆ ਹੋਇਆ, ਤਾਂ ਸੈਲਫ ਦਾ ਟੈਂਪਰੇਚਰ ਵੀ ਘੱਟ ਤੋਂ ਘੱਟ 10-12 ਡਿਗਰੀ ਸੈਂਟੀਗ੍ਰੇਡ ਹੋ ਜਾਊਗਾ। ਤੇ ਜਿਹੜਾ ਵੈਜੀਟੇਬਲ ਟਰੇ ਦਾ ਜਿਹੜਾ ਹੈਗਾ ਬਾਕਸ ਦਾ ਜਿਹੜਾ ਟੈਂਪਰੇਚਰ ਆ ਉਹ ਵੀ 20 ਤੋਂ 21 ਟੈਂਪਰੇਚਰ ਲਗਭਗ ਹੋ ਜਾਊਗਾ। ਕਹਿਣ ਤੋਂ ਭਾਵ ਜਿਹੜੀ ਫਰੋਸਟਿੰਗ ਜੰਮ ਜਾਂਦੀ ਆ ਉਹ ਸਾਨੂੰ ਸਮੱਸਿਆ ਕ੍ਰੀਏਟ ਕਰਦੀ ਆ। ਜਿਵੇਂ ਕਿ ਮੈਂ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਦੱਸਣਾ ਚਾਹਣਾ ਵੀ ਜਦੋਂ ਕੋਈ ਲੈਂਪ ਆ, ਆਪਾਂ ਘਰਾਂ ਦੇ ਵਿੱਚ ਲੈਂਪ ਯੂਜ਼ ਕਰਦੇ ਆ, ਤਾਂ ਉਹ ਪੁਰਾਣਾ ਲੱਗਣ ਦੇ ਨਾਲ ਕੋਈ ਸਾਲ 6 ਮਹੀਨੇ ਲੱਗਣ ਤੋਂ ਬਾਅਦ ਉਹਦੇ ਉੱਪਰ ਡਸਟ ਜੰਮ ਜਾਂਦੀ ਆ। ਡਸਟ ਜੰਮਣ ਨਾਲ ਕੀ ਹੋਊਗੀ, ਉਹਦੀ ਰੋਸ਼ਨੀ ਆ ਜਿਹੜੀ ਆਪਾਂ ਨੂੰ ਘੱਟ ਦੇਣੀ ਸ਼ੁਰੂ ਕਰ ਦੂਗਾ, ਕਿਉਂਕਿ ਉੱਪਰ ਬਲਬ ਦੇ ਉੱਪਰ ਜੋ ਡਸਟ ਜੰਮ ਗਈ ਤਾਂ ਉਹਦੀ ਰੋਸ਼ਨੀ ਆ ਬਾਹਰ ਆਉਣੀ ਘੱਟ ਜੂਗੀ। ਤਾਂ ਇਸੇ ਤਰ੍ਹਾਂ ਜਿਹੜਾ ਫ੍ਰੀਜ਼ਰ ਦੇ ਵਿੱਚ ਮੋਟੀ ਬਰਫ਼ ਜੰਮਣ ਦੇ ਨਾਲ ਜਿਹੜੀ ਗੈਸ ਨੇ ਹੀਟ ਲੈਣੀ ਆ, ਜਿਹੜੀ ਗੈਸ ਨੇ ਠੰਡ ਪੈਦਾ ਕਰਨੀ ਆ, ਤਾਂ ਉਹ ਫਰੋਸਟਿੰਗ ਜੰਮਣ ਦੇ ਨਾਲ ਸਾਨੂੰ ਪੂਰਾ ਟੈਂਪਰੇਚਰ ਨਹੀਂ ਦਿੰਦੀ ਹੈਗੀ। ਜਿਵੇਂ ਕਿ ਸਾਨੂੰ ਲੈਂਪ ਨੂੰ ਸਾਫ਼ ਕਰਨ ਤੋਂ ਬਾਅਦ ਚ ਉਸੇ ਤਰ੍ਹਾਂ ਦੁਬਾਰਾ ਜਿਹੜਾ ਹੈਗਾ ਉਹੀ ਲੈਂਪ ਜਿਹੜੀ ਪੂਰੀ ਰੋਸ਼ਨੀ ਦੇਣੀ ਸ਼ੁਰੂ ਕਰ ਦਿੰਦਾ, ਇਸੇ ਤਰ੍ਹਾਂ ਸਾਨੂੰ ਫ੍ਰੀਜ਼ਰ ਨੂੰ ਡੀਫਰੋਸਟ ਕਰਨਾ ਪੈਂਦਾ। ਤੇ ਇਸ ਨੂੰ ਸਾਨੂੰ ਜਿਹੜਾ ਡਾਇਰੈਕਟ ਕੂਲ ਰੈਫ੍ਰਿਜਰੇਟਰ ਆ ਇਹ ਸਾਨੂੰ ਬਾਰ-ਬਾਰ ਡੀਫਰੋਸਟ ਕਰਨਾ ਪੈਂਦਾ। ਇਸੇ ਡੀਫਰੋਸਟ ਕਰਨ ਦੀ ਵਜ੍ਹਾ ਕਰਕੇ ਐਡਵਾਂਸ ਜਿਹੜਾ ਹੈਗਾ ਸਾਨੂੰ ਫਰੋਸਟ ਫਰੀ ਫ੍ਰਿਜ ਦੀ ਜਿਹੜੀ ਜ਼ਰੂਰਤ ਪਈ, ਕਿਉਂਕਿ ਜਦੋਂ ਅਸੀਂ ਡੀਫਰੋਸਟ ਕਰਦੇ ਹਾਂ
ਤਾਂ ਜਦੋਂ ਜ਼ਿਆਦਾ ਮੋਟੀ ਬਰਫ਼ ਜੰਮ ਜਾਂਦੀ ਆ ਉਸ ਦੇ ਵਿੱਚ ਡੀਫਰੋਸਟ ਕਰਨ ਤੇ 2 ਜਾਂ 3 ਘੰਟੇ ਲੱਗ ਜਾਂਦੇ ਨੇ। ਤਾਂ ਜਦੋਂ ਅਸੀਂ ਡੀਫਰੋਸਟ ਕਰਾਂਗੇ ਤਾਂ ਉਸ ਬੋਡੀ ਦੇ ਵਿੱਚ ਟੈਂਪਰੇਚਰ ਵੱਧ ਜਾਊਗਾ ਤੇ ਸਾਡਾ ਸਮਾਨ ਰੱਖਿਆ ਹੋਇਆ ਸਮਾਨ ਵੀ ਜਿਹੜਾ ਖਰਾਬ ਹੋਣ ਦਾ ਖਤਰਾ ਰਹਿੰਦਾ। ਇਸੇ ਸਮੱਸਿਆ ਨੂੰ ਹੱਲ ਕਰਨ ਵਾਸਤੇ ਸਾਨੂੰ ਜਿਹੜਾ ਹੈਗਾ ਜ਼ਰੂਰਤ ਪਈ ਫਰੋਸਟ ਫਰੀ ਰੈਫਰੀਜਰੇਟਰ ਦੀ, ਤਾਂ ਕਿ ਫਰੋਸਟ ਵੀ ਨਾ ਜੰਮੇ ਤੇ ਸਾਨੂੰ ਬਰਫ਼ ਵੀ ਜਿਹੜੀ ਹੈਗੀ ਆ ਸਾਡੀ ਲੋੜ ਮੁਤਾਬਕ ਜ਼ਰੂਰਤ ਪੂਰੀ ਕਰੇ। ਤਾਂ ਇਸ ਫਰੋਸਟ ਫਰੀ ਰੈਫਰੀਜਰੇਟਰ ਦੇ ਵਿੱਚ ਜਿਹੜਾ ਰੈਫਿਸ ਸਾਈਕਲ ਆ, ਭਾਵੇਂ ਉਹ ਡਾਇਰੈਕਟ ਕੂਲਰ ਰੈਫਰੀਜਰੇਟਰ ਆ, ਭਾਵੇਂ ਸਾਡਾ ਵਾਟਰ ਕੂਲਰ ਆ, ਏਸੀ ਆ, ਕਮਰਸ਼ੀਅਲ ਪਲਾਂਟ ਨੇ, ਉਹਨਾਂ ਦੇ ਵਿੱਚ ਰੈਫਰੀਜਰੇਸ਼ਨ ਸਾਈਕਲ ਸੇਮ ਹੁੰਦਾ। ਸਾਡਾ ਡਾਇਰੈਕਟ ਕੂਲਰ ਰੈਫਰੀਜਰੇਟਰ ਦੇ ਵਿੱਚ ਵੀ, ਫਰੋਸਟ ਫਰੀ ਰੈਫਰੀਜਰੇਟਰ ਦੇ ਵਿੱਚ ਵੀ, ਏਸੀ ਦੇ ਵਿੱਚ ਵੀ, ਵਾਟਰ ਕੂਲਰ ਦੇ ਜਿੰਨੀ ਮਸ਼ੀਨਰੀ ਆ, ਰੈਫਿਸ ਸਾਈਕਲ ਸੇਮ ਹੁੰਦਾ। ਪਰੰਤੂ ਅਸੀਂ ਕੁਝ ਕੰਟਰੋਲ ਲਾ ਕੇ, ਉਸ ਦੇ ਉੱਪਰ ਕੰਟਰੋਲ ਲਾ ਕੇ ਤੇ ਉਹਨੂੰ ਲੋੜ ਮੁਤਾਬਕ, ਜਿਵੇਂ ਅਸੀਂ ਥਰਮੋਸਟੇਟ ਦੇ ਦੁਆਰਾ ਅਸੀਂ ਟੈਂਪਰੇਚਰ ਆਪਣੀ ਲੋੜ ਮੁਤਾਬਕ, ਇੱਛਾ ਮੁਤਾਬਕ ਲੈ ਸਕਦੇ ਹਾਂ, ਇਸੇ ਤਰ੍ਹਾਂ ਅਸੀਂ ਕੁਝ ਕੰਟਰੋਲ ਲਾ ਕੇ, ਇਲੈਕਟ੍ਰਿਕ ਕੰਟਰੋਲ ਲਾ ਕੇ ਅਸੀਂ ਆਪਣੇ ਲੋੜ ਮੁਤਾਬਕ ਉਹ ਤੋਂ ਕੰਮ ਲੈ ਸਕਦੇ ਹਾਂ। ਇਹਦੇ ਵਿੱਚ ਜਿਹੜਾ ਮੇਨ ਜਿਹੜਾ ਹੈਗਾ, ਸਭ ਤੋਂ ਪਹਿਲਾਂ ਟਾਈਮਰ ਦੇ ਦੁਆਰਾ ਹੀ ਅਸੀਂ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਕੰਟਰੋਲ ਕਰਦੇ ਹਾਂ। ਹੁਣ ਮੈਂ ਇਹਦੀ ਵਾਇਰਿੰਗ ਤੁਹਾਨੂੰ ਤੇ ਇਹਦੇ ਜਿਹੜੇ ਕੰਪੋਨੈਂਟ ਨੇ ਉਹਨਾਂ ਦੇ ਬਾਰੇ ਵਿੱਚ ਜਾਣਕਾਰੀ ਦੇਵਾਂਗਾ ਵੀ ਇਹ ਕਿਸ ਤਰ੍ਹਾਂ ਜਿਹੜਾ ਹੈਗਾ ਫਰੋਸਟ ਫਰੀ ਰੈਫਰੀਜਰੇਟਰ ਦੇ ਵਿੱਚ ਕੰਮ ਕਰਦੇ ਨੇ ਤੇ ਕਿਸ ਤਰ੍ਹਾਂ ਜਿਹੜਾ ਡਾਇਰੈਕਟ ਕੂਲਰ ਰੈਫਰੀਜਰੇਟਰ ਤੋਂ ਅਲੱਗ ਜਿਹੜਾ ਹੈ ਕੰਮ ਕਰਦੇ ਨੇ। ਹੁਣ ਤੁਹਾਨੂੰ ਜਿਹੜਾ ਨਿਊਟਰਲ ਔਰ ਫੇਸ 2 ਮੇਨ ਲਾਈਨਾਂ ਦਿਖਾਈਆਂ ਹੋਈਆਂ ਨੇ, ਨੀਚੇ ਨਿਊਟਰਲ ਆ, ਉੱਪਰ ਫੇਸ ਆ, ਜਿਹਦੇ ਵਿੱਚ ਲੈਂਪ ਜਿਹੜਾ ਹੈਗਾ ਸਾਨੂੰ ਲਾਈਟ ਵਾਸਤੇ ਰਾਤ ਦੇ ਸਮੇਂ ਲੋੜ ਪੈਂਦੀ ਆ, ਜਿਹਨੂੰ ਫੇਸ ਉੱਪਰੋਂ ਸਵਿਚ ਦੇ ਥਰੂ ਅਸੀਂ ਲੈਂਪ ਨੂੰ ਦੇਤਾ ਤੇ ਨੀਚੇ ਤੋਂ ਜਿਹੜੀ ਹੈਗੀ ਆ ਨਿਊਟਰਲ ਅਸੀਂ ਲੈਂਪ ਨੂੰ ਦੇਤੀ, ਜਿਸ ਨਾਲ ਜਿਹੜਾ ਹੈਗਾ ਲੈਂਪ ਦਾ ਸਰਕਟ ਪੂਰਾ ਹੋ ਗਿਆ। ਕਿਉਂਕਿ ਬਲਬ ਨੂੰ ਚਲਾਉਣ ਵਾਸਤੇ ਨਿਊਟਰਲ ਫੇਸ 2 ਤਾਰਾਂ ਦੀ ਲੋੜ ਆ। ਜਿਹੜੇ ਫੇਸ ਨੂੰ ਅਸੀਂ ਸਵਿਚ ਦੇ ਥਰੂ ਕੰਟਰੋਲ ਕਰ ਲਿਆ, ਜਦੋਂ ਅਸੀਂ ਗੇਟ ਖੋਲਾਂਗੇ ਤਾਂ ਸਾਡਾ ਜਿਹੜਾ ਹੈਗਾ ਸਵਿਚ ਆਨ ਹੋ ਜੂ, ਜਿਹਦੇ ਨਾਲ ਸਾਡਾ ਲੈਂਪ ਚੱਲ ਪਊਗਾ। ਲੈਂਪ ਚੱਲਣ ਤੋਂ ਬਾਅਦ ਜਦੋਂ ਅਸੀਂ ਗੇਟ ਨੂੰ ਬੰਦ ਕਰ ਦਾਂਗੇ, ਸਵਿਚ ਕੱਟ ਕਰ ਦੂ, ਲੈਂਪ ਸਾਡਾ ਬੰਦ ਹੋ ਜੂ। ਇੱਥੋਂ ਤੱਕ ਜਿਹੜਾ ਹੈਗਾ ਲੈਂਪ ਦੀ ਜਿਹੜਾ ਹੈਗਾ ਸਰਕਟ ਪੂਰਾ ਹੋ ਜਾਂਦਾ। ਉਸ ਤੋਂ ਅੱਗੇ ਸਾਡੀ ਥਰਮੋਸਟੇਟ ਲੱਗੀ ਹੋਈ ਆ। ਥਰਮੋਸਟੇਟ ਦੇ ਜਿਹੜਾ ਹੈਗਾ ਕੰਪਰੈਸਰ ਦੇ ਸੀਰੀਜ਼ ਵਿੱਚ ਲੱਗੀ ਹੁੰਦੀ ਆ। ਜਦੋਂ ਸਾਡੇ ਰੈਫਰੀਜਰੇਟਰ ਦਾ ਜਿਹੜਾ ਤਾਪਮਾਨ ਆ ਜਿੰਨਾ ਸਾਨੂੰ ਚਾਹੀਦਾ ਉਨਾ ਤਾਪਮਾਨ ਆ ਗਿਆ ਤਾਂ ਜਿਹੜੀ ਥਰਮੋਸਟੇਟ ਸਵਿਚ ਆ ਉਹ ਆਟੋਮੈਟਿਕ ਕੱਟ ਕਰ ਦੂ ਤੇ ਸਾਡਾ ਕੰਪਰੈਸ਼ਰ ਬੰਦ ਹੋ ਜੂ। ਫਿਰ ਜਦੋਂ ਇੰਟਰਨਲ ਬੋਡੀ ਦਾ ਤਾਪਮਾਨ ਵਧੂਗਾ ਤਾਂ ਥਰਮੋਸਟੇਟ ਸਾਡੇ ਆਨ ਹੋ ਜੂਗੀ ਤੇ ਜਿਹਦੇ ਨਾਲ ਹੈਗਾ ਕੰਪਰੈਸ਼ਰ ਦੁਆਰਾ ਚਾਲੂ ਹੋ ਜੂ। ਉਸ ਤੋਂ ਅੱਗੇ ਥਰਮੋਸਟੇਟ ਤੋਂ ਅੱਗੇ ਜਿਹੜਾ ਫੇਸ ਆ ਟਾਈਮਰ ਦੇ, ਜਿੱਥੇ ਮੇਨ ਕੰਪਾਰਟਮੈਂਟ ਆ ਇਹਦਾ, ਜਿਹੜਾ ਟਾਈਮਰ ਜਿਹੜਾ ਹੈਗਾ ਮੇਨ ਜਿਹੜਾ ਕੰਟਰੋਲ ਕਰਦਾ ਸਾਡਾ ਜਿਹੜਾ, ਇਹਦੇ ਵਿੱਚ 2 ਪ੍ਰਕਾਰ ਦੀ ਜਿਹੜੀ ਹੈਗੀ ਆ ਕੂਲਿੰਗ ਜਿਹੜੀ ਹੁੰਦੀ ਆ, 2 ਪ੍ਰਕਾਰ ਦੀ ਜਿਹੜੀ ਸਾਈਕਲ ਇਹਦੇ ਵਿੱਚ ਹੁੰਦੀ ਆ। ਨੰਬਰ 1 ਕੂਲਿੰਗ ਸਾਈਕਲ, ਨੰਬਰ 2 ਡੀਫਰੋਸਟ ਸਾਈਕਲ। ਕੂਲਿੰਗ ਸਾਈਕਲ ਦੇ ਵਿੱਚ ਕੀ ਆ, ਟਾਈਮਰ ਦੇ ਜਿਹੜੇ 4 ਮੇਨ ਜਿਹੜੇ ਪੁਆਇੰਟ ਨੇ ਟਾਈਮਰ ਦੇ, ਮੈਂ ਅੱਗੇ ਜਾ ਕੇ ਕੱਲੇ ਟਾਈਮਰ ਦੇ ਉੱਪਰ ਵੀ ਡਿਸਕਸ ਕਰੂੰਗਾ। ਕੱਲੇ ਥਰਮੋਸਟੇਟ, ਟਾਈਮਰ, ਬਾਈਮੈਟਲਿਕ, ਹੀਟਰ, ਇਹਦੇ ਕੱਲੇ ਜਾ ਕੇ ਅੱਗੇ ਜਾ ਕੇ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ। ਟਾਈਮਰ ਦੇ 4 ਮੇਨ ਜਿਹੜੇ ਹੈਗੇ ਪੁਆਇੰਟ ਨੇ, 3 ਨੰਬਰ, 4 ਨੰਬਰ, 2, 1, ਠੀਕ ਆ। 1, 2, 3, 4 ਜਿਹੜੇ ਹੈਗੇ 4 ਜਿਹੜੇ ਹੈਗੇ ਨੇ ਮੇਨ ਨੇ। ਜਿਹੜਾ ਇਹਦਾ ਮੇਨ ਫੇਸ ਆ ਉਹ 3 ਨੰਬਰ ਦੇ ਉੱਤੇ ਜਾ ਕੇ ਟਾਈਮਰ ਦੇ ਉੱਤੇ ਲੱਗਦਾ। ਥਰਮੋਸਟੇਟ ਤੋਂ ਜਿਹੜਾ ਫੇਸ ਜਾਂਦਾ ਸਾਡਾ ਟਾਈਮਰ ਦੇ 3 ਨੰਬਰ ਤੇ ਜਾਂਦਾ। ਟਾਈਮਰ ਦੇ 3 ਨੰਬਰ ਤੋਂ ਜਿਹੜਾ ਹੈਗਾ ਫੇਸ ਆ ਸਾਡਾ 4 ਨੰਬਰ ਤੇ ਜਾਂਦਾ, ਜਿੱਥੇ NC ਲਿਖਿਆ ਹੋਇਆ, ਨਾਰਮਲ ਕਲੋਜ਼ ਜਿਹੜਾ ਹੈਗਾ। NC ਮੀਨਸ ਨਾਰਮਲ ਕਲੋਜ਼, ਜਿਹੜਾ ਇਹ 4 ਨੰਬਰ ਤੇ ਜਾਂਦਾ। 4 ਨੰਬਰ ਤੋਂ ਜਿਹੜਾ ਫੇਸ ਆ ਸਾਡਾ, ਉਹ 4 ਨੰਬਰ ਫੇਸ ਤੋਂ ਜਿਹੜਾ 4 ਨੰਬਰ ਤੋਂ ਜਿਹੜਾ ਫੇਸ ਆ ਉਹ ਸਾਡਾ ਕੰਪਰੈਸ਼ਰ ਦੀ ਮੋਟਰ ਨੂੰ ਚਲਿਆ ਗਿਆ, ਕੰਪਰੈਸ਼ਰ ਨੂੰ ਚਲਿਆ ਗਿਆ ਜਿਹੜਾ। ਤੇ ਦੂਜਾ ਜਿਹੜਾ ਹੈਗਾ 4 ਨੰਬਰ ਤੋਂ ਇੱਕ ਜਿਹੜੀ ਤਾਰ ਆ ਫੈਨ ਮੋਟਰ ਜਿਹੜਾ ਲੱਗਿਆ ਹੋਇਆ ਵੈਪੋਰੇਟਰ ਦੇ ਵਿੱਚ, ਫੈਨ ਮੋਟਰ ਤੋਂ ਚਲਿਆ ਗਿਆ, ਜਿਹਦੇ ਨਾਲ ਫੈਨ ਮੋਟਰ ਨੂੰ ਨਿਊਟਰਲ ਨੀਚੇ ਤੋਂ ਜਿਹੜੀ ਦਿਖਾਈ ਦੇ ਰਹੀ ਆ ਤੇ ਕੰਪਰੈਸ਼ਰ ਨੂੰ ਵੀ ਜਿਹੜੀ ਨਿਊਟਰਲ ਨੀਚੇ ਤੋਂ ਦਿਖਾਈ ਰਹੀ ਆ। ਇਸ ਨਾਲ ਜਿਹੜਾ ਹੈਗਾ ਸਾਈਕਲ ਜਿਹੜਾ ਕੰਪਰੈਸ਼ਰ ਦਾ, ਫੈਨ ਮੋਟਰ ਦਾ, ਲੈਂਪ ਦਾ, ਇਹ ਸਾਈਕਲ ਜਿਹੜਾ ਹੈਗਾ ਪੂਰਾ ਹੋ ਗਿਆ, ਜਿਹਦੇ ਨਾਲ ਨਿਊਟਰਲ ਫੇਸ ਦੋਨੋਂ ਜਿਹੜੇ ਹੈਗੇ ਕੰਪਰੈਸ਼ਰ ਨੂੰ, ਫੈਨ ਨੂੰ, ਲੈਂਪ ਨੂੰ ਸਾਡੇ ਨੂੰ ਮਿਲ ਗਏ ਜਿਹੜੇ ਹੈਗੇ। ਇੱਥੋਂ ਤੱਕ ਜਿਹੜੇ ਹੈਗੇ ਦੋਨੋਂ ਤਾਰਾਂ ਨਿਊਟਰਲ ਔਰ ਫੇਸ ਸਾਡਾ ਮਿਲ ਗਿਆ। ਇਹਦੇ ਵਿੱਚ ਕੀ ਆ, ਟਾਈਮਰ ਕੀ ਆ,
ਕੂਲਿੰਗ ਸਾਈਕਲ ਦੇ ਵਿੱਚ ਟਾਈਮਰ ਜਿਹੜਾ ਹੈਗਾ ਆਮ ਜਿਹੜੀਆਂ ਕੰਪਨੀਆਂ ਦੇ ਵਿੱਚ 8 ਘੰਟੇ ਕੂਲਿੰਗ ਸਾਈਕਲ ਚੱਲਦੀ ਆ, 8 ਘੰਟੇ ਕੂਲਿੰਗ ਸਾਈਕਲ ਚੱਲਦੀ ਆ। ਜਿਹੜਾ ਟਾਈਮਰ ਆ ਸਾਡਾ ਉਹ 8 ਘੰਟੇ ਆਨ ਰਹਿੰਦਾ ਕੂਲਿੰਗ ਸਾਈਕਲ ਦੇ ਵਿੱਚ। 8 ਘੰਟਿਆਂ ਤੋਂ ਬਾਅਦ ਚ 10 ਤੋਂ ਲੈ ਕੇ 20 ਮਿੰਟਾਂ ਤੱਕ ਜਿਹੜਾ ਹੈਗਾ ਡੀਫਰੋਸਟ ਸਾਈਕਲ ਦੇ ਵਿੱਚ ਕਨਵਰਟ ਹੋ ਜਾਂਦਾ, ਜੋ ਕਿ ਮੈਂ ਅੱਗੇ ਜਾ ਕੇ ਤੁਹਾਨੂੰ ਡਿਟੇਲ ਦੇ ਵਿੱਚ ਕਿਵੇਂ ਕਨਵਰਟ ਹੁੰਦਾ, ਕਿਵੇਂ ਟਾਈਮਰ ਕੱਟਦਾ, ਉਹ ਜਾ ਕੇ ਜਾਣਕਾਰੀ ਦੇਵਾਂਗਾ। ਜਿਹੜੀ ਪਹਿਲੀ ਡਾਇਗਰਾਮ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਇਹ ਹੈਗਾ 3 ਤੋਂ 4 ਜਿਹੜਾ ਕੰਪਰੈਸ਼ਰ ਨੂੰ ਜਾ ਰਿਹਾ। ਇੱਥੇ 8 ਘੰਟੇ ਜਿਹੜਾ ਹੈਗਾ ਕੰਪਰੈਸ਼ਰ ਚੱਲੂਗਾ, 8 ਘੰਟੇ ਕੂਲਿੰਗ ਸਾਈਕਲ ਜਿਹੜਾ ਹੈਗਾ ਚੱਲੂਗਾ। 8 ਘੰਟੇ ਦੇ ਵਿੱਚ ਚੱਲਣ ਤੋਂ ਬਾਅਦ 8 ਘੰਟਿਆਂ ਤੋਂ ਭਾਵ ਕੀ ਆ, 8 ਘੰਟੇ ਤੋਂ ਇਹ ਧਿਆਨ ਦੇਣ ਯੋਗ ਜਿਹੜੇ ਬੱਚਿਆਂ ਵਾਸਤੇ ਜ਼ਰੂਰੀ ਆ। 8 ਘੰਟੇ ਤੋਂ ਭਾਵ ਕੀ ਆ ਵੀ 8 ਘੰਟੇ ਲਗਾਤਾਰ ਕੰਪਰੈਸ਼ਰ ਚੱਲਣ ਤੋਂ ਬਾਅਦ 8 ਘੰਟੇ ਲਗਾਤਾਰ ਕੰਪਰੈਸ਼ਰ। ਲਗਾਤਾਰ ਤੋਂ ਭਾਵ ਕੀ ਆ ਵੀ ਸਪੋਜ਼ ਕਰ ਲਓ ਥਰਮੋਸਟੇਟ ਲੱਗੀ ਹੋਈ ਆ, ਜਦੋਂ ਸਾਡੇ ਫ੍ਰਿਜ ਦਾ ਟੈਂਪਰੇਚਰ ਡਾਊਨ ਆ ਜਾਂਦਾ, ਜਿੰਨਾ ਸੈੱਟ ਕੀਤਾ ਟੈਂਪਰੇਚਰ ਆ ਜਾਂਦਾ, ਤਾਂ ਸਾਡੀ ਥਰਮੋਸਟੇਟ ਕੱਟ ਕਰ ਦਿੰਦੀ ਆ। ਠੀਕ ਆ, ਸਪੋਜ਼ ਕਰ ਲਓ ਕੰਪਰੈਸ਼ਰ 1 ਘੰਟਾ ਅੱਧਾ ਘੰਟਾ ਚੱਲਦਾ, ਅੱਧੇ ਘੰਟੇ ਬਾਅਦ ਸਾਡਾ ਟੈਂਪਰੇਚਰ ਡਾਊਨ ਆ ਗਿਆ ਤੇ ਥਰਮੋਸਟੇਟ ਨੇ ਕੱਟ ਕਰਤਾ, ਅੱਧਾ ਘੰਟਾ ਆਫ ਰਹੂ ਕੰਪਰੈਸ਼ਰ। ਅੱਧੇ ਘੰਟਾ ਆਫ ਰਹਿਣ ਤੋਂ ਬਾਅਦ ਦੁਬਾਰਾ ਫਿਰ ਚੱਲੂਗਾ, ਫਿਰ ਅੱਧਾ ਘੰਟਾ ਚੱਲੂ, ਫਿਰ ਅੱਧਾ ਘੰਟਾ ਆਫ ਰਹੂ। ਤਾਂ ਇਹਦੇ ਕੀ ਨੇ ਕੰਪਰੈਸ਼ਰ ਦੇ 8 ਘੰਟੇ, ਕੰਪਰੈਸ਼ਰ ਦੇ 8 ਘੰਟੇ ਰਨਿੰਗ ਤੋਂ ਬਾਅਦ ਚ ਫਿਰ ਟਾਈਮਰ ਨੇ ਹੀਟਿੰਗ ਮੋਡ ਦੇ ਵਿੱਚ ਆਉਣਾ, ਫਿਰ ਡੀਫਰੋਸਟ ਸਾਈਕਲ ਦੇ ਵਿੱਚ ਆਉਣਾ। ਕਹਿਣ ਤੋਂ ਭਾਵ ਜੇ ਅੱਧਾ ਘੰਟਾ ਕੰਪਰੈਸ਼ਰ ਚੱਲਦਾ, ਅੱਧਾ ਘੰਟਾ ਆਟੋਮੈਟਿਕ ਕੱਟ ਰਹਿੰਦਾ ਥਰਮੋਸਟੇਟ ਦੇ ਥਰੂ, ਤਾਂ ਸਾਡਾ ਕੰਪਰੈਸ਼ਰ 16 ਘੰਟੇ ਚੱਲੂਗਾ। 8 ਘੰਟਿਆਂ ਤੋਂ ਮੀਨ ਜਾ ਵੀ ਲਗਾਤਾਰ 8 ਘੰਟੇ ਕੰਪਰੈਸ਼ਰ ਦੇ ਚੱਲਣ ਤੋਂ ਬਾਅਦ ਚ ਡੀਫਰੋਸਟ ਮੋਡ ਦੇ ਵਿੱਚ ਜਾਊਗਾ ਸਾਡਾ ਟਾਈਮਰ। ਠੀਕ ਆ, 8 ਘੰਟੇ ਲਗਾਤਾਰ ਕੰਪਰੈਸ਼ਰ ਚੱਲਣ ਤੋਂ ਬਾਅਦ ਚ ਫਿਰ ਡੀਫਰੋਸਟ ਮੋਡ ਤੇ ਜਾਊਗਾ। ਫਿਰ ਡੀਫਰੋਸਟ 8 ਘੰਟਿਆਂ ਤੋਂ ਬਾਅਦ ਕਿਵੇਂ ਹੋਊਗਾ, 8 ਘੰਟਿਆਂ ਤੋਂ ਬਾਅਦ ਚ ਦੂਜੀ ਡਾਇਗਰਾਮ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ, ਦੂਜੀ ਡਾਇਗਰਾਮ ਦੇ ਵਿੱਚ ਜਿਹੜਾ ਹੈਗਾ ਇਹਦੇ ਡੀਫਰੋਸਟ ਮੋਡ ਦੇ ਵਿੱਚ ਜਾ ਰਿਹਾ। ਉਸ ਤੋਂ ਪਹਿਲਾਂ ਮੈਂ ਥੋੜੀ ਹੋਰ ਜਾਣਕਾਰੀ ਦੇ ਦਿਆਂ ਜਿਹੜੇ ਅਗਲੇ ਪੁਆਇੰਟਾਂ ਦੇ ਬਾਰੇ ਚ। ਇਹਦੇ ਵਿੱਚ ਇੱਕ ਟਾਈਮਰ ਦੇ ਵਿੱਚ ਮੋਟਰ ਲੱਗੀ ਹੋਈ ਆ, ਟਾਈਮਰ ਦੇ ਵਿੱਚ ਮੋਟਰ ਲੱਗੀ ਹੋਈ ਆ ਜੋ ਕਿ ਕੈਮ ਨੂੰ ਜਿਹੜੀ ਹੈਗੀ ਆ ਚਲਾਉਂਦੀ ਆ। ਜਿਹੜੀ ਮੋਟਰ ਨੂੰ ਜਿਹੜੀ ਹੈਗਾ ਫੇਸ 3 ਨੰਬਰ ਤੋਂ ਜਿਹੜਾ ਹੈਗਾ ਮਿਲ ਰਿਹਾ, ਜਿਹੜਾ ਨਿਊਟਰਲ ਮੋਟਰ ਨੂੰ ਜਿਹੜੀ ਮਿਲ ਰਹੀ ਆ ਥੱਲੇ ਤੋਂ ਨੀਚੇ ਤੋਂ ਜਿਹੜੀ ਦਿਖਾਈ ਦੇ ਰਿਹਾ ਹੀਟਰ ਦੇ ਥਰੂ ਜਾ ਕੇ, ਤੇ ਇਹ ਤੋਂ 1 ਨੰਬਰ ਦੇ ਥਰੂ ਜਾ ਕੇ ਜਿਹੜੀ ਹੈਗੇ ਆ ਸਾਡੇ ਮੋਟਰ ਨੂੰ, ਜਿਹੜਾ ਟਾਈਮਰ ਦੇ ਮੋਟਰ ਆ ਉਹਨੂੰ ਨਿਊਟਰਲ ਮਿਲ ਰਹੀ ਆ, ਤੇ 3 ਨੰਬਰ ਤੋਂ ਉਹਨੂੰ ਜਿਹੜੀ ਹੈਗੀ ਆ ਫੇਸ ਮਿਲ ਰਿਹਾ। ਇਸ ਦੇ ਨਾਲ ਸਾਡੀ ਜਿਹੜੀ ਹੈਗੀ ਆ ਟਾਈਮਰ ਦੀ ਮੋਟਰ ਚੱਲਦੀ ਰਹਿੰਦੀ ਆ। ਉਸ ਤੋਂ ਇਲਾਵਾ ਜਿਹੜਾ ਇਹਦੇ ਚ ਲੱਗਿਆ ਹੋਇਆ ਸਾਡਾ ਬਾਈਮੈਟਲਿਕ ਲੱਗਿਆ, ਜਿਹੜਾ ਡਾਟਰ ਲਾਈਨ ਦਿਖਾਈ ਹੋਈ ਆ 3 ਨੰਬਰ ਤੋਂ ਅੱਗੇ ਜਿਹੜੇ 2 ਨੰਬਰ ਨੂੰ ਡਾਟਰ ਲਾਈਨ ਦਿਖਾਈ ਹੋਈ ਆ, ਇਹ ਜਦੋਂ ਡੀਫਰੋਸਟ ਮੋਡ ਦੇ ਵਿੱਚ ਟਾਈਮਰ ਆਉਂਦਾ ਉਸ ਵੇਲੇ ਇਹ ਪੁਆਇੰਟ ਜੁੜਦੇ ਨੇ, ਜੋ ਕਿ ਮੈਂ ਅੱਗੇ ਜਾਣਕਾਰੀ ਦੇਵਾਂਗਾ। ਤੇ ਇਹਦੇ ਵਿੱਚ ਬਾਈਮੈਟਲਿਕ ਦਿਖਾਈ ਹੋਈ ਆ 2 ਨੰਬਰ ਤੋਂ ਅੱਗੇ, ਜੋ ਕਿ ਕੱਟ ਕੀਤਾ ਹੋਇਆ ਪੁਆਇੰਟ, ਕੰਟੈਕਟ ਪੁਆਇੰਟ ਉਹਦੇ ਜੁੜੇ ਨਹੀਂ ਹੈਗੇ। ਉਸ ਤੋਂ ਅੱਗੇ ਜਾ ਕੇ ਸਾਡਾ ਜਿਹੜਾ ਹੈਗਾ ਹੀਟਰ ਲੱਗਿਆ ਹੋਇਆ, ਜੋ ਕਿ ਡੀਫਰੋਸਟ ਜਦੋਂ ਮੋਡ ਦੇ ਵਿੱਚ ਆਉਂਦਾ ਤਾਂ ਹੀਟਰ ਆਨ ਹੁੰਦਾ। ਉਹ ਮੈਂ ਦੱਸੂ ਤੁਹਾਨੂੰ ਕਿਸ ਤਰ੍ਹਾਂ ਆਨ ਹੁੰਦਾ ਤੇ ਕਿਸ ਤਰ੍ਹਾਂ ਜਿਹੜਾ ਹੈਗਾ ਦੁਆਰਾ ਕੂਲਿੰਗ ਸਾਈਕਲ ਦੇ ਵਿੱਚ ਆਉਂਦਾ। ਇਹਦੇ ਲੱਗਿਆ ਹੀਟਰ ਤੋਂ ਨੀਚੇ ਜਿਹੜਾ ਲੱਗਿਆ ਹੋਇਆ, ਹੀਟਰ ਤੋਂ ਨੀਚੇ ਫਿਊਜ਼ ਲੱਗਿਆ ਹੋਇਆ, ਬਾਈਮੈਟਲਿਕ ਫਿਊਜ਼ ਲੱਗਿਆ ਹੋਇਆ। ਇਹ ਕਿਵੇਂ ਕੰਮ ਕਰਦੇ ਨੇ, ਕਿਸੇ ਕਾਰਨ ਬਾਈਮੈਟਲਿਕ ਜਿਹੜੀ ਹੈਗੀ ਆ ਜਦੋਂ 8 ਘੰਟੇ ਚੱਲਣ ਤੋਂ ਬਾਅਦ ਚ ਜਿਹੜਾ ਹੈਗਾ -5 ਡਿਗਰੀ ਜਿਹੜਾ ਟੈਂਪਰੇਚਰ ਫ੍ਰਿਜ ਦਾ ਆ ਜਾਂਦਾ ਹੁੰਦਾ, ਲਗਭਗ 8 ਘੰਟੇ ਚੱਲਣ ਤੋਂ ਬਾਅਦ ਚ ਬਾਈਮੈਟਲ ਦਾ ਕੀ ਕੰਮ ਆ, ਬਾਈਮੈਟਲ ਦੇ 2 ਪੁਆਇੰਟ ਜਿਹੜੇ ਹੁੰਦੇ ਨੇ -5 ਤੇ +5 10 ਡਿਗਰੀ ਜਿਹੜਾ ਸੈਂਟੀਗ੍ਰੇਡ ਤਾਪਮਾਨ ਆ, -5 ਤੇ ਕੱਟ ਇਨ ਹੁੰਦੀ ਆ ਬਾਈਮੈਟਲ, ਜਿਹੜੀ -5 ਤੇ ਕੱਟ ਇਨ ਹੁੰਦੀ ਆ ਤੇ 10 ਤੇ ਜਿਹੜੀ ਕੱਟ ਆਊਟ ਹੋ ਜਾਂਦੀ ਆ। ਤਾਂ ਕੀ ਕਰਦੀ ਆ, ਜਦੋਂ 8 ਘੰਟਿਆਂ ਬਾਅਦ ਡੀਫਰੋਸਟ ਸਾਈਕਲ ਤੇ ਆਉਂਦਾ ਜਿਹੜਾ ਟਾਈਮਰ, ਤਾਂ ਜਿਹੜਾ ਬਾਈਮੈਟਲ ਆ ਇਹ ਆਨ ਹੋ ਜਾਂਦੀ ਆ, ਕਿਉਂਕਿ ਫ੍ਰੀਜ਼ਰ ਦਾ -5 ਡਿਗਰੀ ਤਾਂ ਹੋ ਹੀ ਜਾਂਦਾ ਟੈਂਪਰੇਚਰ 8 ਘੰਟੇ ਚੱਲਣ ਤੋਂ ਬਾਅਦ ਚ। ਤਾਂ ਸਾਡੀ ਬਾਈਮੈਟਲ ਆ ਜਿਹੜੀ ਇਹ ਆਨ ਹੋ ਜਾਂਦੀ ਆ। ਆਨ ਹੋਣ ਤੋਂ ਬਾਅਦ ਚ ਜਿਵੇਂ ਕਿ ਦੂਜੀ ਡਾਇਗਰਾਮ ਦੇ ਵਿੱਚ ਦਿਖਾਈ ਦੇ ਰਿਹਾ, ਦੂਜੀ ਡਾਇਗਰਾਮ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਇਧਰੋਂ ਜਿਹੜਾ ਕੂਲਿੰਗ ਸਾਈਕਲ ਕੱਟਿਆ ਗਿਆ, ਕੂਲਿੰਗ ਸਾਈਕਲ ਕੱਟਣ ਦੇ ਕਾਰਨ ਜਿਹੜਾ ਹੈਗਾ ਫੇਸ ਆ 3 ਨੰਬਰ ਤੋਂ ਸਿੱਧਾ 2 ਨਾਲ ਆਨ ਹੋ ਗਿਆ। ਟਾਈਮਰ ਨੇ 3 ਨੰਬਰ ਤੋਂ
2 ਨੰਬਰ ਨਾਲ ਜਿਹੜਾ ਹੈਗਾ ਫੇਸ ਨੂੰ ਜੋੜਤਾ। 2 ਨੰਬਰ ਜੋੜਨ ਨਾਲ ਕੀ ਆ, ਬਾਈਮੈਟਲਿਕ ਜਿਹੜੀ ਇਹਦੇ ਵਿੱਚ ਪਹਿਲੀ ਜਿਹੜੀ ਡਾਇਗਰਾਮ ਦੇ ਵਿੱਚ ਕੱਟ ਦਿਖਾਈ ਦੇ ਰਹੀ ਸੀ ਉਹ ਵੀ ਔਨ ਹੋ ਗਈ। ਔਨ ਹੋਣ ਤੋਂ ਬਾਅਦ ਚ ਕੀ ਹੋਇਆ, ਸਾਡੇ ਹੀਟਰ ਨੂੰ ਸਪਲਾਈ ਜਿਹੜੀ ਮਿਲਣੀ ਸ਼ੁਰੂ ਹੋ ਗਈ। ਹੀਟਰ ਨੂੰ ਫੇਸ 3 ਤੋਂ 2 ਦੇ ਥਰੂ ਜਿਹੜਾ ਹੈਗਾ ਬਾਈਮੈਟਲ ਔਨ ਹੋ ਗਈ, ਤਾਂ ਸਾਡਾ ਜਿਹੜਾ ਹੀਟਰ ਨੂੰ ਸਪਲਾਈ ਮਿਲਣੀ ਸ਼ੁਰੂ ਹੋ ਗਈ, ਕਿਉਂਕਿ ਨਿਊਟਰਲ ਜਿਹੜੀ ਹੈਗੀ ਆ ਹੀਟਰ ਨੂੰ ਨੀਚੇ ਤੋਂ ਸ਼ੁਰੂ ਹੋ ਗਈ। ਤਾਂ ਇੱਥੇ ਜਦੋਂ ਹੀਟਰ ਨੂੰ ਸਪਲਾਈ ਜਿਹੜੀ ਮਿਲਣੀ ਸ਼ੁਰੂ ਹੋ ਗਈ, ਜੋ ਕਿ ਲਗਭਗ 650 ਵਾਟ ਦਾ ਜਿਹੜਾ ਹੀਟਰ ਇਹਦੇ ਵਿੱਚ ਲੱਗਿਆ ਹੁੰਦਾ, ਤਾਂ ਸਾਡੀ ਫਾਈਨ ਮੋਟਰ ਆ ਜਿਹੜੀ, ਸੌਰੀ ਟਾਈਮਰ ਦੀ ਜਿਹੜੀ ਮੋਟਰ ਆ, ਉਹਨੂੰ ਸਪਲਾਈ ਜਿਹੜੀ ਹੈਗੀ ਆ ਬੰਦ ਹੋ ਗਈ। ਉਹਨੂੰ ਬੰਦ ਕਿਵੇਂ ਹੋ ਗਈ, ਉਹਨੂੰ ਫੇਸ ਜਿਹੜਾ ਉੱਥੋਂ ਆ ਰਿਹਾ ਪਰੰਤੂ ਨਿਊਟਰਲ ਉਹਨੂੰ ਮਿਲਣੀ ਬੰਦ ਹੋ ਗਈ। ਜਦੋਂ ਸੀਰੀਜ਼ ਦੇ ਵਿੱਚ ਲੱਗਿਆ ਹੋਇਆ ਜਿਹੜੀ ਇਹਦੇ ਇੱਥੋਂ ਜਿਹੜਾ ਆਪਣਾ 3 ਨੰਬਰ ਤੋਂ 2 ਤੇ ਜਿਹੜੀ ਆ ਗਿਆ ਫੇਸ, ਤੇ ਬਾਈਮੈਟਲ ਦੇ ਥਰੂ ਉਹ ਸਿੱਧੀ ਜਿਹੜੀ ਹੈਗੀ ਆ ਹੀਟਰ ਨੂੰ ਮਿਲਣੀ ਸ਼ੁਰੂ ਹੋ ਗਈ। ਤਾਂ ਹੀਟਰ ਸਾਡਾ ਜਿਹੜਾ 10 ਤੋਂ ਲੈ ਕੇ 20 ਮਿੰਟ ਤੱਕ ਔਨ ਰਹੂਗਾ। ਹੀਟਰ ਸਾਡਾ ਰਨਿੰਗ ਪੋਜੀਸ਼ਨ ਦੇ ਵਿੱਚ ਆ ਜਾਊਗਾ। ਜਦੋਂ ਹੀਟਰ ਔਨ ਹੋ ਗਿਆ ਤਾਂ ਉਹਨੇ ਅੰਦਰ ਹੀਟ ਪੈਦਾ ਕੀਤੀ। ਹੀਟ ਪੈਦਾ ਕਰਨ ਨਾਲ ਕੀ ਹੋਊਗਾ, ਜਿਹੜਾ ਬਾਈਮੈਟਲਿਕ ਆ, ਜਦੋਂ ਉਹਦਾ ਟੈਂਪਰੇਚਰ ਜਿਹੜਾ ਹੈਗਾ 10 ਡਿਗਰੀ ਸੈਂਟੀਗ੍ਰੇਡ ਆ ਗਿਆ, ਪਲੱਸ ਦੇ ਵਿੱਚ 10 ਡਿਗਰੀ ਸੈਂਟੀਗ੍ਰੇਡ ਆ ਗਿਆ, ਫ੍ਰੀਜ਼ਰ ਕੰਪਾਰਟਮੈਂਟ ਦਾ ਜਿਹੜਾ ਟੈਂਪਰੇਚਰ 10 ਡਿਗਰੀ ਸੈਂਟੀਗ੍ਰੇਡ ਆ ਗਿਆ, ਜੋ ਕਿ ਲਗਭਗ 10 ਤੋਂ ਲੈ ਕੇ 20 ਮਿੰਟਾਂ ਦੇ ਵਿੱਚ ਆ ਜਾਂਦਾ। ਜਦੋਂ 10 ਡਿਗਰੀ ਸੈਂਟੀਗ੍ਰੇਡ ਆ ਗਿਆ ਤਾਂ ਜਿਹੜੀ ਹੈਗੀ ਆ ਬਾਈਮੈਟਲ ਉਹ ਕੱਟ ਆਫ ਹੋ ਜਾਊਗਾ। ਕੱਟ ਆਫ ਹੋਣ ਨਾਲ ਕੀ ਹੋ ਜਾਊਗੀ, ਪਹਿਲੀ ਪੋਜੀਸ਼ਨ ਚ ਆ ਜਾਊ, ਜਿਹੜੀ ਪਹਿਲੀ ਡਾਇਗਰਾਮ ਆ ਉਹਦੀ ਪੋਜੀਸ਼ਨ ਚ ਆ ਜਾਊ। ਜਦੋਂ ਉੱਥੋਂ ਕੱਟ ਆਫ ਹੋ ਗਈ ਤਾਂ ਸਾਡਾ ਟਾਈਮਰ ਆ ਜਿਹੜਾ ਉਹ 2 ਨੰਬਰ ਪੁਆਇੰਟ ਤੋਂ ਜਿਹੜਾ ਹੈਗਾ ਪੁਆਇੰਟ ਕਨੈਕਸ਼ਨ ਜੋੜ ਕੇ 3-4 ਦੇ ਨਾਲ ਜਿਹੜਾ ਹੈਗਾ ਕੂਲਿੰਗ ਸਾਈਕਲ ਦੇ ਵਿੱਚ ਆ ਜਾਊਗਾ। ਇਸੇ ਤਰ੍ਹਾਂ ਜਿਹੜਾ ਹੈਗਾ ਸਾਈਕਲ ਜਿਹੜਾ ਇਹਦੇ ਵਿੱਚ ਬਾਰ-ਬਾਰ ਚੱਲਦਾ ਰਹਿੰਦਾ। ਤਾਂ 8 ਘੰਟੇ ਲਗਾਤਾਰ ਜਿਹੜਾ ਹੈਗਾ, ਜਿਹੜਾ ਆਪਣਾ ਸਾਡਾ ਜਿਹੜਾ ਹੈਗਾ ਕੂਲਿੰਗ ਸਾਈਕਲ ਦੇ ਵਿੱਚ ਚੱਲਦਾ। 8 ਘੰਟਿਆਂ ਬਾਅਦ ਕੰਪਰੈਸ਼ਰ ਦੇ 8 ਘੰਟਿਆਂ ਤੋਂ ਬਾਅਦ ਚ 10 ਤੋਂ ਲੈ ਕੇ 20 ਮਿੰਟ ਤੱਕ ਸਾਡਾ ਟਾਈਮਰ ਚੱਲਦਾ। ਜਿਹੜੀ ਫ੍ਰੀਜ਼ਰ ਕੰਪਾਰਟਮੈਂਟ ਦੇ ਵਿੱਚ ਫਰੋਸਟਿੰਗ ਆਈ ਹੁੰਦੀ ਆ ਉਹ 10 ਤੋਂ 20 ਮਿੰਟਾਂ ਦੇ ਵਿੱਚ ਜਿਹੜੀ ਹੈਗੀ ਆ ਫਰੋਸਟਿੰਗ ਪਿਘਲ ਜਾਂਦੀ ਆ। ਪਿਘਲ ਤੋਂ ਬਾਅਦ ਦੁਬਾਰਾ ਜਿਹੜਾ ਹੈਗਾ ਫਿਰ ਕੂਲਿੰਗ ਸਾਈਕਲ ਦੇ ਵਿੱਚ ਚੱਲਦਾ ਰਹਿੰਦਾ। ਇੱਕ ਨੀਚੇ ਜਿਹੜਾ ਪੁਆਇੰਟ ਲੱਗਿਆ ਹੋਇਆ ਥਰਮਲ ਜਿਹੜਾ ਫਿਊਜ਼ ਲੱਗਿਆ ਹੋਇਆ, ਤਾਂ ਇਹ ਸੇਫਟੀ ਵਾਸਤੇ ਲੱਗਿਆ ਹੋਇਆ ਵੀ ਕਿਸੇ ਕਾਰਨ ਸਾਡਾ ਟਾਈਮਰ ਜਿਹੜਾ ਹੈਗਾ ਖਰਾਬ ਹੋ ਜੇ, ਉਹ ਜਿਹੜਾ ਹੈਗਾ 10 ਡਿਗਰੀ ਬਾਈਮੈਟਲਿਕ ਜਿਹੜੀ ਸਾਡੀ ਹੈਗੀ ਆ 10 ਡਿਗਰੀ ਜਿਹੜਾ ਹੈਗਾ ਸੈਂਟੀਗ੍ਰੇਡ ਤੇ ਉਹਨੂੰ ਕੱਟ ਨਾ ਕਰੇ। ਕਿਸੇ ਵੀ ਕਾਰਨ ਬਾਈਮੈਟਲ ਖਰਾਬ ਹੋ ਜਾਂਦੀ ਹੈ ਜਾਂ ਸਾਡਾ ਟਾਈਮਰ ਖਰਾਬ ਹੋ ਜਾਂਦਾ, ਤਾਂ ਜਿਹੜਾ ਹੀਟਰ ਆ ਉਹ ਲਗਾਤਾਰ ਸਾਡਾ ਟਾਈਮਰ ਜੋੜੀ ਰੱਖੇ। 10 ਤੋਂ 20 ਮਿੰਟਾਂ ਦੀ ਬਜਾਏ ਲਗਾਤਾਰ ਘੰਟਾ ਜਾਂ 2 ਘੰਟੇ ਉਹਨੂੰ ਜੋੜੀ ਰੱਖੇ, ਤਾਂ ਫ੍ਰੀਜ਼ਰ ਕੰਪਾਰਟਮੈਂਟ ਦੇ ਵਿੱਚ ਬਹੁਤ ਜ਼ਿਆਦਾ ਹੀਟ ਪੈਦਾ ਹੋ ਜੂਗੀ। ਹੀਟ ਪੈਦਾ ਹੋਣਾ ਕਿਉਂਕਿ 650 ਵਾਟ ਦਾ ਜਿਹੜਾ ਇਹਦੇ ਵਿੱਚ ਹੀਟਰ ਲੱਗਿਆ ਹੋਇਆ, ਤਾਂ ਹੀਟ ਪੈਦਾ ਹੋਣ ਨਾਲ ਫ੍ਰਿਜ ਦੇ ਵਿੱਚ ਅੱਗ ਲੱਗ ਸਕਦੀ ਆ ਤੇ ਜਿਹੜਾ ਫ੍ਰਿਜ ਅੰਦਰਲਾ ਕੰਪਾਰਟਮੈਂਟ ਮੈਲਟ ਹੋ ਸਕਦਾ। ਜਿਹੜਾ ਉਸ ਦੀ ਸੇਫਟੀ ਵਾਸਤੇ ਪਹਿਲਾਂ ਬਾਈਮੈਟਲਿਕ ਲੱਗੀ ਹੋਈ ਆ, ਉਹਨੇ ਟ੍ਰਿਪ ਕਰ ਜਾਣਾ। ਕਿਸੇ ਕਾਰਨ ਬਾਈਮੈਟਲਿਕ ਖਰਾਬ ਹੋ ਜਾਂਦੀ ਆ ਤਾਂ ਅੱਗੇ ਥਰਮਲ ਫਿਊਜ਼ ਲੱਗਿਆ ਹੋਇਆ, ਜਿਹੜਾ ਕਿ 70 ਡਿਗਰੀ ਸੈਂਟੀਗ੍ਰੇਡ ਤੇ ਨੀਚੇ ਦਿਖਾਈ ਦੇ ਰਿਹਾ ਥਰਮਲ ਫਿਊਜ਼ ਲੱਗਿਆ ਹੋਇਆ, ਜੋ ਕਿ 70 ਡਿਗਰੀ ਸੈਂਟੀਗ੍ਰੇਡ ਤੇ ਜਾ ਕੇ ਫਿਊਜ਼ ਹੋ ਜਾਣਾ, ਜਿਸ ਨਾਲ ਜਿਹੜਾ ਹੈਗਾ ਸਾਡਾ ਜਿਹੜਾ ਹੀਟਰ ਆ ਉਹਨੂੰ ਨਿਊਟਰਲ ਫੇਸ ਜਿਹੜਾ ਨਿਊਟਰਲ ਮਿਲਣੀ ਬੰਦ ਹੋ ਜੂ, ਜਿਹਦੇ ਨਾਲ ਹੀਟਰ ਬੰਦ ਹੋ ਜਾਊਗਾ। ਕਿਸੇ ਕਾਰਨ ਫਾਲਟ ਪੈਣ ਤੇ, ਟਾਈਮਰ 'ਚ ਫਾਲਟ ਪੈਣ ਤੇ ਜਾਂ ਬਾਈਮੈਟਲਿਕ ਫਾਲਟ ਪੈਣ ਤੇ ਹੀਟਰ ਸਾਡਾ ਜਿਹੜਾ ਹੈਗਾ ਲਗਾਤਾਰ ਹੀ ਆਨ ਰਹਿ ਜਾਏ, ਤਾਂ ਸਾਡਾ 70 ਡਿਗਰੀ ਸੈਂਟੀਗ੍ਰੇਡ ਤੇ ਜਾ ਕੇ ਜਿਹੜਾ ਫਿਊਜ਼ ਆ ਥਰਮਲ ਫਿਊਜ਼ ਆ ਉਹ ਜਾ ਕੇ ਫਿਊਜ਼ ਹੋ ਜਾਊਗਾ, ਜਿਹਦੇ ਨਾਲ ਸਾਡਾ ਹੀਟਰ ਬੰਦ ਹੋ ਜਾਊਗਾ। ਸੇਫਟੀ ਵਾਸਤੇ ਥਰਮਲ ਫਿਊਜ਼ ਜਿਹੜਾ ਲਾਇਆ ਜਾਂਦਾ ਹੈਗਾ। ਤਾਂ ਸਾਡੇ ਤੁਹਾਨੂੰ ਮੈਂ ਜਾਣਕਾਰੀ ਦੇਣਾ ਚਾਹੂੰ ਡਿਫਰੈਂਸ ਬਿਟਵੀਨ ਦੀ ਫਰੋਸਟ ਫਰੀ ਤੇ ਕਨਵਰਸ਼ਨ ਰੈਫ੍ਰਿਜਰੇਟਰ ਦੇ ਵਿੱਚ, ਮਤਲਬ ਡਾਇਰੈਕਟ ਕੂਲ ਰੈਫ੍ਰਿਜਰੇਟਰ ਤੇ ਫਰੋਸਟ ਫਰੀ ਦੇ ਵਿੱਚ ਅੰਤਰ ਕੀ ਆ, ਇਹਦੇ ਵਿੱਚ ਡਿਫਰੈਂਸ ਕੀ ਆ। ਨੰਬਰ 1 ਜਿਹੜਾ ਹੈਗਾ ਡਾਇਰੈਕਟ ਕੂਲ ਰੈਫ੍ਰਿਜਰੇਟਰ, ਜੋ ਕਿ ਘਰੇਲੂ ਜਿਹੜਾ ਯੂਜ਼ ਕੀਤਾ ਜਾਂਦਾ, ਮੈਨੂਅਲ ਡੀਫਰੋਸਟ ਕਰਨਾ ਪੈਂਦਾ। ਉਹਨੂੰ ਮੈਨੂਅਲ ਡੀਫਰੋਸਟ ਕਰਨਾ ਪੈਂਦਾ, ਜਾਂ ਤਾਂ ਸਾਨੂੰ ਉਹਦੀ ਸਵਿਚ ਆਫ ਕਰਨੀ ਪੈਂਦੀ ਆ, ਜਾਂ ਕਿ ਥਰਮੋਸਟੇਟ ਦੇ ਵਿੱਚ ਇੱਕ ਬਟਨ ਲੱਗਿਆ ਹੁੰਦਾ ਡੀਫਰੋਸਟ ਬਟਨ, ਉਹਦੇ ਦੁਆਰਾ ਬੰਦ ਕਰਕੇ ਸਾਨੂੰ ਬਰਫ਼ ਪਿਘਲਾਉਣੀ ਪੈਂਦੀ ਆ। ਤਾਂ ਜਦੋਂ ਅਸੀਂ ਡੀਫਰੋਸਟ ਪੁਆਇੰਟ ਦੱਬਤਾ ਥਰਮੋਸਟੇਟ ਵਿਚਲਾ, ਜੋ ਕਿ ਰੈੱਡ ਕਲਰ ਦੇ ਵਿੱਚ ਦਿਖਾਈ ਦਿੰਦਾ ਹੁੰਦਾ ਵਿਚਾਲੇ ਸੈਂਟਰ ਦੇ ਵਿੱਚ, ਤਾਂ ਜਦੋਂ ਅਸੀਂ ਉਹਨੂੰ ਬੰਦ ਕਰਤਾ ਤਾਂ ਉਹਨੂੰ ਬਰਫ਼ ਪਿਘਲ ਤੇ 2 ਤੋਂ ਲੈ ਕੇ 3 ਘੰਟੇ ਤੱਕ ਲੱਗੇ ਜਾਂਦੇ ਨੇ। ਤੇ ਇਸ ਕਰਕੇ ਸਾਡਾ ਉਸ 2-3 ਘੰਟਿਆਂ ਦੇ ਦੌਰਾਨ ਜਿਹੜਾ ਹੈਗਾ ਸਮਾਨ ਹੀਟ ਵਧਣ ਨਾਲ ਖਰਾਬ ਹੋਣ ਦਾ ਨੁਕਸਾਨ ਰਹਿੰਦਾ।
ਫਰੋਸਟ ਫਰੀ ਰੈਫਰੀਜਰੇਟਰ ਦੇ ਵਿੱਚ ਆਟੋਮੈਟਿਕ ਹੀ ਜੋ ਕਿ ਮੈਂ ਪਿੱਛੇ ਤੁਹਾਨੂੰ ਸਮਝਾ ਕੇ ਹਟਿਆ, ਆਟੋਮੈਟਿਕ ਹੀ 8 ਘੰਟਿਆਂ ਬਾਅਦ ਆਟੋਮੈਟਿਕ ਹੀ ਡੀਫਰੋਸਟ ਹੁੰਦਾ ਰਹਿੰਦਾ। 8 ਘੰਟਿਆਂ ਬਾਅਦ 10 ਤੋਂ 20 ਮਿੰਟ ਹੀਟਰ ਚੱਲੂਗਾ ਤੇ ਉਹ ਡੀਫਰੋਸਟ ਹੋ ਜਾਊਗਾ। ਕਹਿਣ ਤੋਂ ਭਾਵ ਇਹਨੂੰ ਮੈਨੂਅਲ ਡੀਫਰੋਸਟ ਕਰਨਾ ਪੈਂਦਾ ਡਾਇਰੈਕਟ ਕੂਲ ਰੈਫਰੀਜਰੇਟਰ ਨੂੰ, ਫਰੋਸਟ ਫਰੀ ਆਟੋਮੈਟਿਕ ਹੀ ਹੁੰਦਾ ਰਹਿੰਦਾ। ਨੰਬਰ 2 ਤੇ ਹੈਗਾ ਇਹ ਲੈਸ ਕਾਸਟਲੀ ਜਿਹੜਾ ਹੈਗਾ, ਇਹਦੀ ਕੀਮਤ ਜਿਹੜੀ ਹੈਗੀ ਸਾਡਾ ਜਿਹੜਾ ਆਮ ਰੂਟੀਨ ਚ ਫ੍ਰਿਜ ਯੂਜ਼ ਕਰਦੇ ਆ ਡਾਇਰੈਕਟ ਕੂਲ ਰੈਫਰੀਜਰੇਟਰ, ਇਹਦੀ ਕੀਮਤ ਘੱਟ ਹੁੰਦੀ ਆ। ਤੇ ਜਿਹੜਾ ਫਰੋਸਟ ਫਰੀ ਰੈਫਰੀਜਰੇਟਰ ਆ ਇਹਦੀ ਕੀਮਤ ਜ਼ਿਆਦਾ ਹੁੰਦੀ ਆ, ਕਿਉਂਕਿ ਇਹਦੇ ਵਿੱਚ ਜਿਹੜੇ ਹੈਗੇ ਨੇ ਅਲੱਗ ਜਿਹੜਾ ਇਲੈਕਟ੍ਰਿਕ ਕੰਪੋਨੈਂਟ ਲੱਗੇ ਹੁੰਦੇ ਨੇ, ਟਾਈਮਰ ਲੱਗਿਆ, ਬਾਈਮੈਟਲ ਲੱਗਿਆ ਹੋਇਆ ਤੇ ਹੋਰ ਵੀ ਇਹਦੇ ਚ ਇਲੈਕਟ੍ਰਿਕ ਕੰਪੋਨੈਂਟ ਲੱਗਣ ਦੇ ਕਾਰਨ ਤੇ ਇਹ ਕਾਸਟਲੀ ਆ। ਜਿਹੜਾ ਲੈਸ ਪਾਵਰ ਕੰਜ਼ੰਪਸ਼ਨ, ਜਿਹੜਾ ਸਾਡਾ ਘਰੇਲੂ ਫ੍ਰਿਜ ਆ ਡਾਇਰੈਕਟ ਕੂਲ ਰੈਫਰੀਜਰੇਟਰ ਆ, ਇਹਦੀ ਖਪਤ ਬਿਜਲੀ ਦੀ ਘੱਟ ਆ, ਇਹਦੀ ਬਿਜਲੀ ਦੀ ਖਪਤ ਘੱਟ ਆ ਕਿਉਂਕਿ ਇਹਦੇ ਵਿੱਚ ਹੀਟਰ ਨਹੀਂ ਲੱਗਿਆ, ਹੋਰ ਜਿਹੜੇ ਇਲੈਕਟ੍ਰਿਕ ਕੰਪੋਨੈਂਟ ਘੱਟ ਲੱਗੇ ਨੇ। ਤੇ ਜਿਹੜਾ ਹੈਗਾ ਇਹਦੀ ਖਪਤ ਜਿਹੜੀ ਫਰੋਸਟ ਫਰੀ ਰੈਫਰੀਜਰੇਟਰ ਆ, ਇਹਦੀ ਬਿਜਲੀ ਦੀ ਖਪਤ ਜਿਹੜੀ ਹੈਗੀ ਆ ਉਹਦੇ ਮੁਕਾਬਲੇ ਜ਼ਿਆਦਾ ਹੈ, ਕਿਉਂਕਿ 650 ਵਾਟ ਦਾ ਜਦੋਂ ਹੀਟਰ ਸਾਡਾ 10 ਤੋਂ 20 ਮਿੰਟਾਂ ਤੱਕ ਆਨ ਹੁੰਦਾ ਤਾਂ ਉਹ ਜਿਹੜਾ ਹੈਗਾ ਬਿਜਲੀ ਦੀ ਕੰਜ਼ੰਪਸ਼ਨ ਆ ਉਹਦੇ ਨਾਲ ਵੱਧ ਜਾਂਦੀ ਆ। ਤੇ ਇਹਦੇ ਨੰਬਰ 4 ਤੇ ਜਿਹੜਾ ਨੋ ਫੈਨ ਆਰ ਪ੍ਰੋਵਾਈਡਡ, ਇਹਦੇ ਵਿੱਚ ਕੋਈ ਫੈਨ ਨਹੀਂ ਲੱਗਿਆ ਹੁੰਦਾ, ਇਹਦੇ ਇਵੈਪੋਰੇਟਰ ਦੇ ਵਿੱਚ ਕੋਈ ਫੈਨ ਨਹੀਂ ਲੱਗਿਆ ਹੁੰਦਾ। ਇਹਦੇ ਵਿੱਚ ਸਾਡਾ ਇਵੈਪੋਰੇਟਰ ਦੇ ਵਿੱਚ ਫੈਨ ਯੂਜ਼ ਕੀਤਾ ਜਾਂਦਾ, ਕਈ ਕੰਪਨੀਆਂ ਦੇ ਵਿੱਚ ਕੰਡੈਂਸਰਾਂ ਦੇ ਵਿੱਚ ਵੀ ਫੈਨ ਜਿਹੜਾ ਹੈਗਾ ਯੂਜ਼ ਕੀਤਾ ਜਾਂਦਾ। ਨੰਬਰ 5 ਤੇ ਲੈਸ ਮੇਨਟੇਨੈਂਸ, ਇਹਦੇ ਵਿੱਚ ਜ਼ਿਆਦਾ ਰਿਪੇਅਰ ਦੀ ਜ਼ਰੂਰਤ ਨਹੀਂ ਪੈਂਦੀ। ਜਿਹੜਾ ਘਰੇਲੂ ਫ੍ਰਿਜ ਆ ਡਾਇਰੈਕਟ ਕੂਲ ਰੈਫਰੀਜਰੇਟਰ ਆ, ਇਹਦੀ ਮੇਨਟੇਨੈਂਸ ਘੱਟ ਆ ਤੇ ਇਹਦੇ ਵਿੱਚ ਮੇਨਟੇਨੈਂਸ ਜ਼ਿਆਦਾ ਪੈਂਦੀ ਆ, ਕਿਉਂਕਿ ਟਾਈਮਰ ਅਕਸਰ ਕਿਹੜਾ ਹੈਗਾ ਟਾਈਮਰ ਦੇ ਵਿੱਚ ਮਕੈਨੀਕਲ ਮਕੈਨਿਜ਼ਮ ਲੱਗਿਆ ਹੁੰਦਾ, ਜੋ ਕਿ ਮੈਂ ਅੱਗੇ ਜਾ ਕੇ ਦਿਖਾਊਂਗਾ ਤੁਹਾਨੂੰ। ਮਕੈਨੀਕਲ ਮਕੈਨਿਜ਼ਮ ਲੱਗਿਆ ਹੁੰਦਾ, ਜਿਹੜਾ ਟਾਈਮਰ ਆਮ ਤੌਰ ਤੇ 4-5 ਸਾਲ ਦੇ ਬਾਅਦ ਖਰਾਬ ਹੋ ਜਾਂਦਾ ਤੇ ਟਾਈਮਰ ਖਰਾਬ ਹੋ ਜਾਂਦਾ, ਬਾਈਮੈਟਲਿਕ ਕੋਈ ਫਿਊਜ਼ ਹੋ ਗਿਆ, ਇਸ ਕਰਕੇ ਇਹਦੀ ਮੇਨਟੇਨੈਂਸ ਜਿਹੜੀ ਹੈਗੀ ਆ ਜ਼ਿਆਦਾ ਪੈਂਦੀ ਆ। ਤੇ ਜਿਹੜਾ ਸਾਡਾ ਘਰੇਲੂ ਫ੍ਰਿਜ ਆ ਡਾਇਰੈਕਟ ਕੂਲ ਰੈਫਰੀਜਰੇਟਰ, ਉਹ ਜਿਹੜਾ ਉਹਦੀ ਲਾਈਫ ਜ਼ਿਆਦਾ ਤੇ ਇਹਦੀ ਜਿਹੜੀ ਹੈਗੀ ਲਾਈਫ ਘੱਟ ਆ, ਕਿਉਂਕਿ ਇਹਦੇ ਵਿੱਚ ਜ਼ਿਆਦਾ ਜਿਹੜੇ ਫਾਲਟ ਪੈਂਦੇ ਰਹਿੰਦੇ ਨੇ। ਇਹਦੀ ਰਿਪੇਅਰ ਜਿਹੜੀ ਹੈਗੀ ਆ ਡਾਇਰੈਕਟ ਕੂਲ ਦੀ ਆਸਾਨ ਆ, ਕਿਉਂਕਿ ਇਹਦੇ ਜ਼ਿਆਦਾ ਕੋਈ ਕੰਪੋਨੈਂਟ ਨਹੀਂ ਹੈਗੇ, ਟਾਈਮਰ ਨਹੀਂ ਹੈਗਾ, ਬਾਈਮੈਟਲ ਨਹੀਂ ਹੈਗਾ, ਕੁਝ ਇਲੈਕਟ੍ਰਿਕ ਕੰਪੋਨੈਂਟ ਨਹੀਂ ਹੈਗੇ, ਸਿਰਫ ਰਿਲੇ ਥਰਮੋਸਟੇਟ ਤੇ ਓਵਰਲੋਡ ਹੀ ਯੂਜ਼ ਕੀਤਾ ਜਾਂਦਾ। ਇਹਦੇ ਵਿੱਚ ਇਹਦੀ ਜਿਹੜੀ ਰਿਪੇਅਰ ਆ ਕੰਪਲੀਕੈਂਟ ਆ। ਤੇ ਕੂਲਿੰਗ ਨਾਟ ਪ੍ਰੋਵਾਈਡਡ, ਜਿਹੜਾ ਇਹਦੀ ਕੂਲਿੰਗ ਆ ਉਹ ਇੱਕੋ ਜਿਹੀ ਨਹੀਂ ਹੁੰਦੀ ਘਰੇਲੂ ਰੈਫਰੀਜਰੇਟਰ ਦੀ, ਉਹਦੇ ਵਿੱਚ ਫੈਨ ਲੱਗਿਆ ਹੋਣ ਕਰਕੇ ਜਿਹੜੀ ਕੂਲਿੰਗ ਆ ਯੂਨੀਫਾਰਮ ਆ, ਜਿਹੜੀ ਹੈਗੀ ਆ ਕੂਲਿੰਗ ਇੱਕੋ ਜਿਹੀ ਆ, ਕਿਉਂਕਿ ਜਿਹੜਾ ਫੈਨ ਲੱਗਿਆ ਵੈਪੋਰੇਟਰ ਦੇ ਵਿੱਚ ਫੈਨ ਲੱਗਿਆ ਉਹ ਪੂਰੇ ਕੰਪਾਰਟਮੈਂਟ ਦੇ ਵਿੱਚ ਜਿਹੜਾ ਹੈਗਾ ਫੈਨ ਹਵਾ ਸਰਕੂਲੇਟ ਕਰਦਾ ਰਹਿੰਦਾ ਹੈ। ਸੂਟੇਬਲ ਸਮਾਲ ਫੈਮਿਲੀ, ਜਿਹੜਾ ਸਾਡਾ ਡਾਇਰੈਕਟ ਕੂਲ ਰੈਫਰੀਜਰੇਟਰ ਜਾਂ ਘਰੇਲੂ ਫ੍ਰਿਜ ਆ ਉਹ ਛੋਟੀ ਫੈਮਿਲੀ ਵਾਸਤੇ ਯੂਜ਼ ਕੀਤਾ ਜਾਂਦਾ, ਤੇ ਜਿਹੜਾ ਫਰੋਸਟ ਫਰੀ ਰੈਫਰੀਜਰੇਟਰ ਇਹ ਵੱਡੀ ਫੈਮਿਲੀ ਭਾਵ ਮੋਰ ਜ਼ਿਆਦਾ ਜਿਹੜਾ ਹੈਗਾ ਉਹਦੇ ਵਾਸਤੇ ਵਰਤੋਂ ਦੇ ਵਿੱਚ ਕੀਤਾ ਜਾਂਦਾ, ਕਿਉਂਕਿ ਇਹਦੇ ਵਿੱਚ ਫ੍ਰੀਜ਼ਰ ਵਾਸਤੇ ਜਿਹੜਾ ਅਲੱਗ ਕੰਪਾਰਟਮੈਂਟ ਆ ਤੇ ਨੀਚੇ ਜਿਹੜਾ ਹੈਗਾ ਅਲੱਗ ਕੰਪਾਰਟਮੈਂਟ ਆ। ਇਸ ਕਰਕੇ ਇਹਦੀ ਜਿਹੜੀ ਹੈਗੀ ਆ ਘੱਟ ਮਤਲਬ ਹਿਊਮਨ ਵਾਸਤੇ ਜਿਹੜਾ ਘੱਟ ਮੈਨ ਵਾਸਤੇ ਲੋੜ ਪੈਂਦੀ ਹੈ ਤੇ ਉਹ ਜ਼ਿਆਦਾ ਵਾਸਤੇ ਕਵਰ ਕਰਦਾ। ਜਿਹੜੇ ਇਹ ਹੈਗੇ ਇਹਦੇ ਡਿਫਰੈਂਸ। ਅੱਗੇ ਆ ਗਿਆ ਫਰੋਸਟ ਫਰੀ ਰੈਫਰੀਜਰੇਟਰ ਦਾ ਸਾਈਕਲ, ਰੈਫ੍ਰਿਜਰੇਸ਼ਨ ਸਾਈਕਲ। ਮਕੈਨੀਕਲ ਕੰਪੋਨੈਂਟ ਕਿਹੜੇ ਕਿਹੜੇ ਇਹਦੇ ਵਿੱਚ ਲੱਗੇ ਹੁੰਦੇ ਨੇ, ਭਾਵੇਂ ਕਿ ਰੈਫ੍ਰਿਜਰੇਸ਼ਨ ਸਾਈਕਲ ਸਾਡਾ ਵਾਟਰ ਕੂਲਰ ਹੋਵੇ, ਫ੍ਰਿਜ ਹੋਵੇ, ਕੋਈ ਵੀ ਏਸੀ ਹੋਵੇ, ਸਾਡੇ ਜਿਹੜੇ ਹੈਗੇ ਇਹਦੇ ਵਿੱਚ 4 ਜਿਹੜੇ ਰੈਫ੍ਰਿਜਰੇਸ਼ਨ ਸਾਈਕਲ ਦੇ ਵਿੱਚ ਮੁੱਖ ਪਾਰਟ ਹੁੰਦੇ ਨੇ, ਫਰੋਸਟ ਫਰੀ ਦੇ ਵਿੱਚ ਵੀ ਤੇ ਡਾਇਰੈਕਟ ਕੂਲਰ ਰੈਫ੍ਰਿਜਰੇਸ਼ਨ 4 ਮੁੱਖ ਪਾਰਟ ਜਿਹੜੇ ਹੁੰਦੇ ਨੇ, ਜਿਵੇਂ ਕਿ ਕੰਪਰੈਸਰ, ਕੰਡੈਂਸਰ, ਕੰਟਰੋਲ ਡਿਵਾਈਸ ਤੇ ਇਵੈਪੋਰੇਟਰ। ਸਿਰਫ ਫਰੋਸਟ ਫਰੀ ਨੂੰ ਇੱਕ ਇਲੈਕਟ੍ਰਿਕ ਕੰਪੋਨੈਂਟ ਲਾ ਕੇ ਅਸੀਂ ਲੋਡ ਮੁਤਾਬਕ ਜਿਹੜਾ ਡੀਫਰੋਸਟ ਕਰਨਾ, ਕੂਲਿੰਗ ਲੈਣੀ, ਉਹਦੇ ਨਾਲ ਅਸੀਂ ਲੈ ਸਕਦੇ ਹਾਂ, ਪਰੰਤੂ ਰੈਫ੍ਰਿਜਰੇਸ਼ਨ ਸਾਈਕਲ ਦੋਨਾਂ ਦੇ ਵਿੱਚ ਸੇਮ ਹੁੰਦਾ। ਜਿਵੇਂ ਕਿਵੇਂ ਕੰਮ ਕਰਦਾ ਜਿਹੜਾ ਹੈਗਾ, ਮੈਂ ਤੁਹਾਨੂੰ ਕੰਪਰੈਸਰ ਤੋਂ ਸਟਾਰਟ ਕਰੂੰਗਾ। ਜਦੋਂ ਕੰਪਰੈਸਰ ਨੂੰ ਅਸੀਂ ਆਨ ਕਰਦੇ ਹਾਂ ਤਾਂ ਇਹ ਸਕਸ਼ਨ ਲਾਈਨ ਰਾਹੀਂ, ਜੋ ਕਿ ਗ੍ਰੀਨ ਰੰਗ ਦੇ ਵਿੱਚ ਦਿਖਾਈ ਹੋਈ ਆ, ਸਕਸ਼ਨ ਲਾਈਨ ਰਾਹੀਂ ਲੋ ਪ੍ਰੈਸ਼ਰ ਲੋ ਟੈਂਪਰੇਚਰ, ਲੋ ਪ੍ਰੈਸ਼ਰ ਲੋ ਟੈਂਪਰੇਚਰ ਵੇਪਰ ਸਟੇਜ ਵਾਲੀ ਗੈਸ ਨੂੰ ਸੱਕ ਕਰਕੇ ਤੇ ਉਸ ਨੂੰ ਕੰਪਰੈਸ ਕਰਕੇ ਹਾਈ ਪ੍ਰੈਸ਼ਰ ਹਾਈ ਟੈਂਪਰੇਚਰ ਮੋਰ ਸੁਪਰ ਹੀਟਡ ਵੇਪਰ ਦੇ ਵਿੱਚ ਡਿਸਚਾਰਜ ਲਾਈਨ ਰਾਹੀਂ ਕੰਡੈਂਸਰ ਵੱਲ ਡਿਸਚਾਰਜ ਕਰ ਦਿੰਦਾ। ਕਹਿਣ ਤੋਂ ਭਾਵ ਗੈਸ ਨੂੰ ਸੱਕ ਕਰਕੇ ਕੰਪਰੈਸ ਕਰਕੇ ਕੰਡੈਂਸਰ ਵੱਲ ਡਿਸਚਾਰਜ ਕਰ ਦਿੰਦਾ ਤੇ ਇੱਕ ਪਾਰਟ ਤੋਂ ਦੂਜੇ ਪਾਰਟ ਦੇ ਵਿੱਚ ਗੈਸ ਨੂੰ ਭੇਜਦਾ।
ਅੱਗੇ ਡਿਸਚਾਰਜ ਲਾਈਨ ਰਾਹੀਂ ਗੈਸ ਆ ਜਿਹੜੀ ਕੰਡੈਂਸਰ ਦੇ ਵਿੱਚ ਚਲੀ ਜਾਂਦੀ ਆ। ਕੰਡੈਂਸਰ ਦਾ ਕੀ ਕੰਮ ਆ? ਕੰਡੈਂਸਰ ਦਾ ਜਿਹੜਾ ਕੰਮ ਆ, ਹਵਾ ਜਾਂ ਪਾਣੀ ਦੀ ਮਦਦ ਨਾਲ, ਹਵਾ ਜਾਂ ਪਾਣੀ ਦੀ ਮਦਦ ਨਾਲ ਗੈਸ ਦੀ ਹੀਟ ਨੂੰ ਲੈ ਕੇ ਉਸ ਨੂੰ ਠੰਡਿਆਂ ਕਰਕੇ ਤਰਲ ਰੂਪ ਦੇ ਵਿੱਚ ਚੇਂਜ ਕਰਨਾ। ਗੈਸ ਦੀ ਹੀਟ ਨੂੰ ਲੈ ਕੇ ਉਸ ਨੂੰ ਤਰਲ ਰੂਪ ਦੇ ਵਿੱਚ ਚੇਂਜ ਕਰਨਾ। ਜਿਹੜੇ ਮੋਰ ਸੁਪਰ ਹੀਟਡ ਵੇਪਰ ਆਉਂਦੇ ਨੇ, ਜਦੋਂ ਫਸਟ ਪਾਈਪ ਦੇ ਵਿੱਚ ਆਉਂਦੇ ਨੇ, ਉਹ ਜਿਹੜੇ ਗੈਸ ਤੋਂ ਵੇਪਰ ਰੂਪ ਦੇ ਵਿੱਚ ਚੇਂਜ ਹੋ ਜਾਂਦੇ ਨੇ, ਵੇਪਰ ਰੂਪ ਤੋਂ ਜਿਹੜਾ ਹੈਗਾ ਲਿਕਵਿਡ ਰੂਪ ਦੇ ਵਿੱਚ ਚੇਂਜ ਹੋ ਜਾਂਦੇ ਨੇ। ਕਿਉਂਕਿ ਕੁਦਰਤੀ ਐਟਮੋਸਫੇਅਰਕ ਟੈਂਪਰੇਚਰ ਘੱਟ ਹੁੰਦਾ, ਉਹ ਹਵਾ ਦੇ ਸੰਪਰਕ ਦੇ ਵਿੱਚ ਆਉਣ ਨਾਲ ਜਿਹੜੀ ਹੈਗੀ ਆ ਗੈਸ ਆ ਜਿਹੜੀ ਤਰਲ ਰੂਪ ਦੇ ਵਿੱਚ ਚੇਂਜ ਕੀਤਾ ਜਾਂਦਾ। ਜਿਵੇਂ ਕਿ ਸਟੀਮ ਨੂੰ ਅਸੀਂ ਅਗਰ ਠੰਡਾ ਕਰ ਦਈਏ ਤਾਂ ਉਹ ਪਾਣੀ ਬਣ ਜਾਂਦਾ। ਇਸੇ ਤਰ੍ਹਾਂ ਗੈਸ ਨੂੰ ਜਦੋਂ ਠੰਡਾ ਕੀਤਾ ਜਾਂਦਾ ਤਾਂ ਉਹ ਲਿਕਵਿਡ ਫਾਰਮ ਦੇ ਵਿੱਚ ਚੇਂਜ ਹੋ ਜਾਂਦੀ ਆ। ਅੱਗੇ ਜਾ ਕੇ ਤੁਹਾਨੂੰ ਦਿਖਾਈ ਦੇ ਰਿਹਾ ਡਰਾਇਰ। ਡਰਾਇਰ ਫਿਲਟਰ ਦੇ ਜਿਹੜੇ ਦੋ ਕੰਮ ਹੁੰਦੇ ਨੇ। ਨੰਬਰ 1 ਤਾਂ ਹੈਗਾ ਉਸ ਨੂੰ ਗੈਸ ਨੂੰ ਫਿਲਟਰ ਕਰਕੇ ਅੱਗੇ ਭੇਜਣਾ, ਗੈਸ ਨੂੰ ਫਿਲਟਰ ਕਰਕੇ ਭੇਜਣਾ। ਨੰਬਰ 2, ਇਹਦੇ ਵਿੱਚ ਸਿਲਿਕਾ ਜਲ ਭਰਿਆ ਹੁੰਦਾ, ਜੋ ਕਿ ਸਿਸਟਮ ਦੇ ਵਿੱਚ ਕਿਸੇ ਕਾਰਨ ਕੋਈ ਮੋਇਸਚਰ ਜਿਹੜੀ ਹੈਗੀ ਆ ਰਹਿ ਜਾਵੇ ਤਾਂ ਉਹ ਅਬਜ਼ਰਬ ਕਰਦਾ। ਡਰਾਇਰ ਜਿਹੜਾ ਹੈਗਾ ਉਹ ਮੋਇਸਚਰ ਨੂੰ ਅਬਜ਼ਰਬ ਕਰ ਲੈਂਦਾ ਆਪਣੇ ਵਿੱਚ। ਜਿਵੇਂ ਫੋਮ ਜਾਂ ਗੁੱਦ ਪਾਣੀ ਨੂੰ ਸੋਖਦੀ ਆ, ਇਸ ਤਰ੍ਹਾਂ ਇੱਕ ਸਿਲਿਕਾ ਜਲ ਇਹਦੇ ਵਿੱਚ ਭਰਿਆ ਹੋਇਆ, ਉਹ ਜਿਹੜਾ ਕਿ ਮੋਇਸਚਰ ਨੂੰ ਅਬਜ਼ਰਬ ਕਰਦਾ। ਉਸ ਤੋਂ ਬਾਅਦ ਸਾਡੀ ਹੈਗੀ ਆ ਕੰਟਰੋਲ ਡਿਵਾਈਸ ਲੱਗੀ ਹੋਈ ਆ। ਕੰਟਰੋਲ ਡਿਵਾਈਸ ਦੇ ਡੋਮੈਸਟਿਕ ਮਸ਼ੀਨਾਂ ਦੇ ਵਿੱਚ ਕੈਪਿਲਰੀ ਟਿਊਬ ਯੂਜ਼ ਕੀਤੀ ਜਾਂਦੀ ਆ। ਕੰਟਰੋਲ ਡਿਵਾਈਸ ਦਾ ਜਿਹੜਾ ਕੰਮ ਕਰਦੀ ਆ, ਕੈਪਿਲਰੀ ਟਿਊਬ ਕੰਮ ਕਰਦੀ ਆ, ਜੋ ਕਿ ਕੰਟਰੋਲ ਕਰਕੇ ਇਵੈਪੋਰੇਟਰ ਦੇ ਵਿੱਚ ਲੋਡ ਮੁਤਾਬਕ ਗੈਸ ਨੂੰ ਭੇਜਦੀ ਆ। ਇਹ ਅਲੱਗ-ਅਲੱਗ ਸਾਈਜ਼ ਦੀ ਜਿਹੜੀ ਹੈਗੀ ਆ ਹਰ ਜਗ੍ਹਾ ਤੇ ਵਰਤੀ ਜਾਂਦੀ ਆ। ਡੋਮੈਸਟਿਕ ਮਸ਼ੀਨਾਂ ਦੇ ਵਿੱਚ ਆਮ ਤੌਰ ਤੇ ਕੈਪਿਲਰੀ ਯੂਜ਼ ਕੀਤੀ ਜਾਂਦੀ ਆ, ਜਿਵੇਂ ਕਿ ਵਾਟਰ ਕੂਲਰ, ਫ੍ਰਿਜ, ਏਸੀ ਆਦਿ ਦੇ ਵਿੱਚ ਜਿਹੜੀ ਹੈਗੀ ਆ। ਇਹ ਕੈਪਿਲਰੀ ਟਿਊਬ ਦਾ ਜਿਹੜਾ ਹੈਗਾ ਲੰਬਾਈ ਸਾਈਜ਼ ਅਲੱਗ-ਅਲੱਗ ਹਰ ਮਸ਼ੀਨ ਦੇ ਵਿੱਚ ਅਲੱਗ-ਅਲੱਗ ਲਾਇਆ ਜਾਂਦਾ, ਜੋ ਕਿ ਇਵੈਪੋਰੇਟਰ ਦੇ ਵਿੱਚ ਲੋਡ ਮੁਤਾਬਕ ਗੈਸ ਨੂੰ ਭੇਜਦੀ ਹੈ ਤੇ ਉਹਦੇ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਆ। ਅੱਗੇ ਜਾ ਕੇ ਇਵੈਪੋਰੇਟਰ ਦੇ ਵਿੱਚ ਇੱਥੇ ਇੱਕ ਹੀਟ ਐਕਸਚੇਂਜਰ ਵੀ ਦਿਖਾਇਆ ਹੋਇਆ। ਹੀਟ ਐਕਸਚੇਂਜਰ ਤੋਂ ਭਾਵ ਕੀ ਆ? ਜਿਹੜੀਆਂ ਦੋ ਲਾਈਨਾਂ ਸਕਸ਼ਨ ਤੇ ਜਿਹੜੀ ਕੈਪਿਲਰੀ ਟਿਊਬ ਨੂੰ ਜੋੜਿਆ ਗਿਆ, ਜੋ ਕਿ ਬਲੈਕ ਕਲਰ ਦੇ ਵਿੱਚ ਦਿਖਾਈ ਦੇ ਰਿਹਾ, ਗ੍ਰੀਨ ਤੇ ਜਿਹੜੀ ਬਲੈਕ ਜਿਹੜਾ ਜੁਆਇੰਟ ਦਿਖਾਈ ਦੇ ਰਿਹਾ, ਉੱਥੇ ਜਿਹੜਾ ਹੈਗਾ ਇਹਨੂੰ ਕੀ ਕਹਿੰਦੇ ਨੇ? ਹੀਟ ਐਕਸਚੇਂਜਰ। ਹੀਟ ਐਕਸਚੇਂਜਰ ਤੋਂ ਭਾਵ ਆ ਹੀਟ ਨੂੰ ਐਕਸਚੇਂਜ, ਇੱਕ ਪਾਈਪ ਤੋਂ ਦੂਜੀ ਪਾਈਪ ਦੇ ਵਿੱਚ ਹੀਟ ਜਿਹੜੀ ਹੈਗੀ ਆ ਐਕਸਚੇਂਜ ਹੁੰਦੀ ਆ। ਜਿਵੇਂ ਕਿ ਜ਼ਿਆਦਾ ਗਰਮੀ ਦੇ ਵਿੱਚ, ਜਿਵੇਂ ਮਈ ਜੂਨ ਦੇ ਵਿੱਚ ਸਾਡੇ ਕੰਡੈਂਸਰ ਐਟਮੋਸਫੇਅਰਕ ਟੈਂਪਰੇਚਰ ਜ਼ਿਆਦਾ ਹੋਣ ਕਾਰਨ ਕਈ ਵਾਰੀ ਗੈਸ ਕੰਡੈਂਸ ਨਹੀਂ ਹੁੰਦੀ। ਕੰਡੈਂਸ ਨਾ ਹੋਣ ਕਰਕੇ ਲਿਕਵਿਡ ਫਾਰਮ ਦੇ ਵਿੱਚ ਚੇਂਜ ਨਹੀਂ ਹੁੰਦੀ ਹੈਗੀ। ਚੇਂਜ ਨਾ ਹੋਣ ਕਰਕੇ ਸਿਰਫ ਲਿਕਵਿਡ ਨੂੰ ਹੀ ਇਵੈਪੋਰੇਟ ਕੀਤਾ ਜਾ ਸਕਦਾ, ਵੇਪਰਾਂ ਨੂੰ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਕੰਡੈਂਸਰ ਦੇ ਵਿੱਚ ਲਾਸਟ ਕੋਇਲ ਤੇ ਜਾ ਕੇ ਸਾਡੀ ਗੈਸ ਆ ਜਿਹੜੀ ਤਰਲ ਰੂਪ ਦੇ ਵਿੱਚ ਚੇਂਜ ਹੋਣੀ ਚਾਹੀਦੀ ਆ। ਤਾਂ ਇਹਦੇ ਵਿੱਚ ਕਈ ਵਾਰੀ ਜਦੋਂ ਚੇਂਜ ਨਹੀਂ ਹੁੰਦੀ ਤਾਂ ਕੈਪਿਲਰੀ ਪਾਈਪ ਜਿਹੜੀ ਹੈਗੀ ਆ ਸਕਸ਼ਨ ਲਾਈਨ ਤੋਂ ਠੰਡ ਲੈ ਕੇ ਜਿਹੜੀ ਉਹ ਗੈਸ ਆ ਕੈਪਿਲਰੀ ਪਾਈਪ ਦੇ ਵਿੱਚ ਉਹ ਬਿਲਕੁਲ ਲਿਕਵਿਡ ਰੂਪ ਦੇ ਵਿੱਚ ਚੇਂਜ ਹੋ ਜਾਂਦੀ ਆ। ਇਸੇ ਤਰ੍ਹਾਂ ਜਿਹੜਾ ਅੱਗੇ ਜਾ ਕੇ ਸਕਸ਼ਨ ਲਾਈਨ ਨੂੰ ਥੋੜੀ ਜਿਹੀ ਹੀਟ ਦੀ ਲੋੜ ਹੁੰਦੀ ਆ, ਕਿਉਂਕਿ ਉਹਦੇ ਵਿੱਚ ਕਈ ਵਾਰੀ ਵੇਪਰ ਜਿਹੜਾ ਲਿਕਵਿਡ ਫਾਰਮ ਦੇ ਵਿੱਚ ਗੈਸ ਆ ਜਾਂਦੀ ਆ, ਉਹਨਾਂ ਨੂੰ ਵੇਪਰ ਬਣਾਉਣ ਵਾਸਤੇ ਥੋੜੀ ਹੀਟ ਦੀ ਲੋੜ ਹੁੰਦੀ ਆ। ਤਾਂ ਕੈਪਿਲਰੀ ਪਾਈਪ ਤੋਂ ਜਿਹੜੀ ਸਕਸ਼ਨ ਲਾਈਨ ਨੂੰ ਹੀਟ ਮਿਲ ਜਾਂਦੀ ਆ ਤੇ ਸਕਸ਼ਨ ਲਾਈਨ ਤੋਂ ਕੈਪਿਲਰੀ ਪਾਈਪ ਨੂੰ ਕੂਲਿੰਗ ਮਿਲ ਜਾਂਦੀ ਆ। ਇਹਨਾਂ ਦੋਨਾਂ ਨੂੰ ਜੋੜ ਕੇ ਇਹਦਾ ਕੀ ਬਣ ਜਾਂਦਾ? ਹੀਟ ਐਕਸਚੇਂਜਰ ਬਣ ਜਾਂਦਾ। ਤਾਂ ਕੈਪਿਲਰੀ ਪਾਈਪ ਅੱਗੇ ਜਾ ਕੇ ਜਿਹੜੀ ਹੈਗੀ ਆ ਇਵੈਪੋਰੇਟਰ ਦੇ ਵਿੱਚ ਖੁੱਲਦੀ ਆ, ਜੋ ਕਿ ਖੁੱਲੀਆਂ ਪਾਈਪਾਂ ਦੇ ਵਿੱਚ ਖੁੱਲਦੀ ਆ। ਉੱਥੇ ਜਾ ਕੇ ਗੈਸ ਆ ਜਿਹੜੀ ਸਾਡੀ ਸਪਰੇ ਹੁੰਦੀ ਆ। ਤਾਂ ਰੈਫ੍ਰਿਜਰੇਸ਼ਨ ਸਿਸਟਮ, ਇਹਦਾ ਹੈਗਾ ਸਿਧਾਂਤ ਆ, ਪ੍ਰਿੰਸੀਪਲ ਆ ਵੀ ਜਦੋਂ ਕਿਸੇ ਤਰਲ ਦੀ ਕਿਸੇ ਜਗ੍ਹਾ ਤੇ ਇਵੈਪੋਰੇਸ਼ਨ ਹੁੰਦੀ ਆ ਤਾਂ ਉੱਥੇ ਕੂਲਿੰਗ ਪੈਦਾ ਹੁੰਦੀ ਆ। ਜਦੋਂ ਇਵੈਪੋਰੇਟਰ ਦੇ ਵਿੱਚ ਜਿਹੜੀ ਗੈਸ ਆ ਸਾਡੀ ਸਪਰੇ ਹੁੰਦੀ ਆ, ਜਿਵੇਂ ਕਿ ਆਪਾਂ ਕਿਸੇ ਆਪਾਂ ਚੌਂਕ ਦੇ ਵਿੱਚ ਫੁਹਾਰੇ ਦੇਖਦੇ ਆ, ਤਾਂ ਫੁਹਾਰਾ ਜਿੱਥੋਂ ਪਾਣੀ ਨਿਕਲਦਾ ਉਹਦੇ ਨੋਜ਼ਲ ਦੇ ਵਿੱਚੋਂ, ਤਾਂ ਉਹ ਪਾਣੀ ਅੱਗੇ ਜਾ ਕੇ ਉੱਪਰ ਜਾ ਕੇ ਸਪਰੇ ਹੁੰਦਾ, ਤਾਂ ਜੇ ਉੱਥੇ ਕੀ ਆ? ਕੂਲਿੰਗ ਪੈਦਾ ਹੁੰਦੀ ਆ। ਇਸੇ ਤਰ੍ਹਾਂ ਸਾਡਾ ਜਿਹੜਾ ਇਵੈਪੋਰੇਟਰ ਦੀਆਂ ਕੋਇਲਾਂ ਦੇ ਵਿੱਚ ਕੈਪਿਲਰੀ ਦਾ ਡਾਇਆ ਛੋਟਾ ਬਰੀਕ ਹੋਣ ਕਾਰਨ ਗੈਸ ਸਪਰੇ ਹੁੰਦੀ ਆ, ਜਿੱਥੇ ਕਿ ਕੂਲਿੰਗ ਸ਼ੁਰੂ ਹੋ ਜਾਂਦੀ ਆ। ਇਵੈਪੋਰੇਟਰ ਦੇ ਵਿੱਚ ਇਵੈਪੋਰੇਟਰ ਦਾ ਕੀ ਕੰਮ ਆ? ਵੀ ਉਸਦੇ ਜਿਹੜਾ ਸਮਾਨ ਰੱਖਿਆ ਉਹਦੀ ਹੀਟ ਨੂੰ ਲੈ ਕੇ ਠੰਡਿਆਂ ਕਰਨਾ। ਜਿਹੜੀ ਗੈਸ ਆ ਉਹ ਵਸਤੂਆਂ ਦੀ ਜਿਹੜੀ ਇਵੈਪੋਰੇਟਰ ਦੇ ਵਿੱਚ ਰੱਖੀਆਂ ਨੇ ਉਹਦੀ ਹੀਟ ਲੈ ਲੈਂਦੀ ਆ। ਹੀਟ ਲੈਣ ਨਾਲ ਜਿਹੜਾ ਆਪਣਾ ਸਾਡਾ ਲਿਕਵਿਡ ਆ ਉਹ ਇਵੈਪੋਰੇਟ ਹੋ ਜਾਂਦਾ। ਇਵੈਪੋਰੇਟ ਹੋ ਕੇ ਉਹ ਵੇਪਰ ਦੇ ਰੂਪ ਦੇ ਵਿੱਚ ਸਕਸ਼ਨ ਲਾਈਨ ਰਾਹੀਂ ਫਿਰ ਵਾਪਸ ਜਿਹੜਾ ਕੰਪਰੈਸ਼ਰ ਦੇ ਵਿੱਚ ਆ ਜਾਂਦਾ। ਇਸੇ ਤਰ੍ਹਾਂ ਸਾਈਕਲ ਜਿਹੜਾ ਹੈਗਾ ਬਾਰ-ਬਾਰ ਚੱਲਦਾ ਰਹਿੰਦਾ। ਅੱਗੇ ਆ ਗਿਆ ਜਿਹੜਾ ਹੈਗਾ ਫਰੋਸਟ ਫਰੀ
ਫ੍ਰਿਜ ਦੇ ਵਿੱਚ ਕਿਹੜੇ ਇਲੈਕਟ੍ਰਿਕ ਕੰਪੋਨੈਂਟ ਲੱਗੇ ਹੁੰਦੇ ਨੇ। ਸਭ ਤੋਂ ਪਹਿਲਾਂ ਹੈਗਾ ਡੀਫਰੋਸਟ ਟਾਈਮਰ। ਡੀਫਰੋਸਟ ਟਾਈਮਰ, ਥਰਮੋਸਟੇਟ ਲੱਗੀ ਹੁੰਦੀ ਆ ਸਾਡੇ ਫ੍ਰਿਜ ਦੇ ਵਿੱਚ, ਰਿਲੇ ਲੱਗੀ ਹੁੰਦੀ ਆ, ਓਵਰਲੋਡ ਪ੍ਰੋਟੈਕਟਰ ਲੱਗਿਆ ਹੁੰਦਾ, ਹੀਟਰ ਲੱਗਿਆ ਹੁੰਦਾ, ਬਾਈਮੈਟਲਿਕ ਲੱਗੀ ਹੁੰਦੀ ਆ, ਥਰਮਲ ਫਿਊਜ਼ ਲੱਗਿਆ ਹੁੰਦਾ, ਇਵੈਪੋਰੇਟਰ ਫੈਨ ਐਂਡ ਬੱਲਬ ਤੇ ਡੋਰ ਸਵਿਚ, ਇਹ ਜਿਹੜੇ ਹੈਗੇ ਇਲੈਕਟ੍ਰਿਕ ਕੰਪੋਨੈਂਟ ਜਿਹੜੇ ਸਾਡੇ ਲੱਗੇ ਹੁੰਦੇ ਨੇ ਫਰੋਸਟ ਫ੍ਰੀ ਰੈਫਰੀਜਰੇਟਰ ਦੇ ਵਿੱਚ, ਜਿਹਦੇ ਵਿੱਚ ਟਾਈਮਰ ਸਭ ਤੋਂ ਮੇਨ ਆ, ਜੋ ਕਿ ਸਾਰਾ ਕਨਵਰਟ ਕਰਦਾ ਹੀਟਿੰਗ ਨੂੰ, ਹੀਟਿੰਗ ਸਾਈਕਲ ਔਰ ਕੂਲਿੰਗ ਸਾਈਕਲ ਨੂੰ ਜਿਹੜਾ ਹੈਗਾ। ਟਾਈਮਰ ਦਾ ਜਿਹੜਾ ਡੀਫਰੋਸਟ ਟਾਈਮਰ ਦਾ ਕੀ ਕੰਮ ਆ? ਡੀਫਰੋਸਟ ਟਾਈਮਰ ਦਾ ਕੰਮ ਆ, ਇਹਦੇ ਵਿੱਚ 2 ਸਾਈਕਲ ਚੱਲਦੀਆਂ ਨੇ, ਨੰਬਰ 1 ਕੂਲਿੰਗ ਸਾਈਕਲ, ਨੰਬਰ 2 ਡੀਫਰੋਸਟ ਸਾਈਕਲ। ਤਾਂ ਇਹ ਕੂਲਿੰਗ ਸਾਈਕਲ ਜਾਂ ਡੀਫਰੋਸਟ ਸਾਈਕਲ ਨੂੰ ਕਨਵਰਟ ਕਰਦਾ, ਜੋੜਦਾ ਜਾਂ ਤੋੜਦਾ ਰਹਿੰਦਾ ਜਿਹੜਾ ਹੈਗਾ। 8 ਘੰਟੇ ਜਿਹੜਾ ਹੈਗਾ ਕੂਲਿੰਗ ਸਾਈਕਲ ਆਨ ਰੱਖਦਾ, 8 ਘੰਟਿਆਂ ਬਾਅਦ ਕੰਪਰੈਸ਼ਰ ਦੇ 8 ਘੰਟੇ ਚੱਲਣ ਤੋਂ ਬਾਅਦ ਚ 10 ਤੋਂ 20 ਮਿੰਟ ਤੱਕ ਜਿਹੜਾ ਹੈਗਾ ਡੀਫਰੋਸਟ ਮੋਡ ਦੇ ਵਿੱਚ ਟਾਈਮਰ ਆਉਂਦਾ ਜਿਹੜਾ ਹੈਗਾ। ਟਾਈਮਰ ਦੀ ਤੁਹਾਨੂੰ ਡਾਇਆਗ੍ਰਾਮ ਮੈਂ ਦਿਖਾਉਂਗਾ। ਟਾਈਮਰ ਦੇ ਜਿਹੜੇ 4 ਪੁਆਇੰਟ ਹੁੰਦੇ ਨੇ, 1 2 3 4, ਜਿਹੜਾ ਥਰਮੋਸਟੇਟ ਤੋਂ ਮੇਨ ਜਿਹੜਾ ਹੈਗਾ 3 ਨੰਬਰ ਤੇ ਸਾਡੀ ਜਿਹੜੀ ਸਪਲਾਈ ਜਿਹੜੀ ਹੈਗੀ ਆ ਆਉਂਦੀ ਆ ਟਾਈਮਰ ਦੇ ਵਿੱਚ। ਟਾਈਮਰ ਦੇ ਵਿੱਚ ਡਾਇਆਗ੍ਰਾਮ ਦੇ ਵਿੱਚ ਦਿਖਾਈ ਦੇ ਰਹੇ ਨੇ 4 ਪੁਆਇੰਟ ਹੁੰਦੇ ਨੇ। ਅਲੱਗ-ਅਲੱਗ ਕੰਪਨੀ ਦੇ ਕਈ ਵਾਰੀ ਕਿਸੇ ਦਾ ਪੁਆਇੰਟ 2 ਨੰਬਰ ਅੱਗੇ ਆ ਜਾਂ 2 ਨੰਬਰ ਅੱਗੇ ਪਿੱਛੇ ਹੋ ਸਕਦਾ, ਪਰੰਤੂ 4 ਪੁਆਇੰਟ ਟਾਈਮਰ ਦੇ ਜਿਹੜੇ ਹੁੰਦੇ ਨੇ, 1 2 3 ਤੇ 4 ਜਿਹੜੇ ਹੈਗੇ। 3 ਨੰਬਰ ਜਿਹੜਾ ਹੈਗਾ ਇਹਦਾ ਮੇਨ ਪੁਆਇੰਟ ਆ, ਜਿੱਥੇ ਫੇਸ ਦੀ ਸਪਲਾਈ ਜਿਹੜੀ ਹੈਗੀ ਆ ਲੱਗਦੀ ਆ ਜਿਹੜੀ, ਤੇ 4 ਨੰਬਰ ਜਿਹੜਾ ਹੈਗਾ ਇਹਦੇ ਵਿੱਚੋਂ ਆਉਟਪੁੱਟ ਜਿਹੜੀ ਜਾਂਦੀ ਆ ਸਾਡੇ ਕੰਪਰੈਸ਼ਰ ਨੂੰ ਜਾਂਦੀ ਆ। 4 ਨੰਬਰ ਦੇ ਵਿੱਚੋਂ ਫੇਸ ਜਿਹੜਾ ਹੈਗਾ ਕੰਪਰੈਸ਼ਰ ਨੂੰ ਜਾਂਦਾ ਜਿਹੜਾ। ਤਾਂ 3 ਨੰਬਰ ਤੋਂ ਬਾਅਦ ਹੀ ਜਿਹੜਾ ਫੇਸ ਆ ਜਿਹੜਾ ਸਾਡਾ ਟਾਈਮਰ ਮੋਟਰ ਨੂੰ ਜਾਂਦਾ, 3 ਨੰਬਰ ਤੋਂ ਹੀ ਜਿਹੜਾ ਟਾਈਮਰ ਮੋਟਰ ਨੂੰ ਫੇਸ ਜਾਂਦਾ। ਤਾਂ ਜਿਹੜਾ ਟਾਈਮਰ ਮੋਟਰ ਨੂੰ ਨਿਊਟਰਲ ਮਿਲਦੀ ਆ ਉਹ 1 ਨੰਬਰ ਤੋਂ ਮਿਲਦੀ ਆ, ਜਿਹੜੀ ਨਿਊਟਰਲ ਮਿਲਦੀ ਆ ਟਾਈਮਰ ਨੂੰ, ਉਹ ਟਾਈਮਰ ਮੋਟਰ ਨੂੰ ਉਹ 1 ਨੰਬਰ ਤੋਂ ਮਿਲਦੀ ਆ। ਤਾਂ 2 ਨੰਬਰ ਤੇ ਕੀ ਲੱਗਿਆ ਹੁੰਦਾ, ਡਾਟਡ ਲਾਈਨ ਜਿਹੜੀ ਮੇਰੀ ਦਿਖਾਈ ਹੋਈ ਆ, ਕਿਉਂਕਿ ਇਹ ਕੱਟਦਾ ਤੇ ਜੋੜਦਾ ਰਹਿੰਦਾ। ਇਹ ਜਿਹੜਾ ਹੈਗਾ ਜਿਹੜਾ 3 ਤੇ 4 ਦੇ ਵਿੱਚ ਜਿਹੜਾ ਪੁਆਇੰਟ ਆ, ਇਹ ਕੂਲਿੰਗ ਸਾਈਕਲ ਦੇ ਪੁਆਇੰਟ ਨੇ। ਕੂਲਿੰਗ ਸਾਈਕਲ ਜਿਹੜਾ 8 ਘੰਟੇ ਚੱਲਦਾ, 3 ਤੋਂ 4 ਦੇ ਸਪਲਾਈ ਜਿਹੜੀ ਸ਼ੁਰੂ ਹੋ ਕੇ ਅੱਗੇ ਕੰਪਰੈਸ਼ਰ ਨੂੰ ਇੱਥੇ ਮਿਲਦੀ ਰਹਿੰਦੀ ਹੈ, ਜਿਹੜੀ ਲਗਾਤਾਰ ਜੁੜੇ ਹੁੰਦੇ ਨੇ। ਤਾਂ ਜਿਹੜੇ 10 ਤੋਂ 20 ਮਿੰਟਾਂ ਤੱਕ ਜਿਹੜੇ ਜੁੜਦੇ ਨੇ, ਉਹ 4 ਤੋਂ ਕੱਟ ਕਰਕੇ 2 ਨਾਲ ਜੁੜ ਜਾਂਦਾ। ਜਿਹੜਾ ਪੁਆਇੰਟ ਆ 4 ਤੋਂ ਕੱਟ ਕਰਕੇ ਕਾਇਮ ਆ ਜਿਹੜੀ ਉਹਦੇ ਵਿੱਚ 8 ਘੰਟਿਆਂ ਬਾਅਦ ਘੁੰਮ ਕੇ ਜਿਹੜੀ ਆਉਂਦੀ ਆ। ਤਾਂ ਰਾਈਟ ਸਾਈਡ ਤੁਹਾਨੂੰ ਜਿਹੜੀ ਦਿਖਾਈ ਦੇ ਰਹੀ ਆ, ਉਹਦੇ ਵਿੱਚ ਮੋਟਰ ਵੀ ਦਿਖਾਈ ਦੇ ਰਹੀ ਆ, ਤੇ ਉਹ 8 ਘੰਟਿਆਂ ਬਾਅਦ 10 ਤੋਂ 20 ਮਿੰਟ ਤੱਕ ਜਿਹੜੇ ਪੁਆਇੰਟ ਜੁੜਦੇ ਨੇ, ਉਹ 3 ਤੋਂ 2 ਦੇ ਵਿੱਚ ਜੁੜ ਜਾਂਦੇ ਨੇ, ਜਿਹੜੇ ਪਿਛਲੇ ਮੈਂ ਡਾਇਗਰਾਮ ਦੇ ਵਿੱਚ ਦਿਖਾਏ ਸੀਗੇ। ਜਿਹੜੇ ਇਹ ਮੈਂ ਜਿਹੜੀ ਦਿਖਾਈਆਂ ਨੇ, ਇਹ ਟਾਈਮਰ ਦੀਆਂ ਓਪਨ ਜਿਹੜੀਆਂ ਹੈਗੀਆਂ ਮੈਂ ਦਿਖਾਈਆਂ ਹੋਈਆਂ ਨੇ। ਜਿਹੜੀਆਂ ਉੱਪਰਲੇ ਜਿਹੜਾ ਨੀਲੇ ਜਿਹੜੇ ਕਲਰ ਦੇ ਵਿੱਚ ਰਿੰਗ ਦੇ ਰੂਪ ਦੇ ਵਿੱਚ ਦਿਖਾਈ ਰਹੀ ਆ, ਇਹਨੂੰ ਕੀ ਕਹਿੰਦੇ ਨੇ, ਕੈਮ ਕਹਿੰਦੇ ਨੇ। ਜਿਹੜੇ ਇਹਦੇ ਟਰਮੀਨਲ ਦਿਖਾਈ ਦੇ ਰਹੇ ਨੇ, 1 ਨੰਬਰ 2 3 4 ਜਿਹੜੇ ਦਿਖਾਈ ਦੇ ਰਹੇ ਨੇ, ਤੇ ਇਹਦੇ ਵਿੱਚ ਮਕੈਨੀਕਲ ਮਕੈਨਿਜ਼ਮ ਜਿਹੜਾ ਹੈਗਾ, ਜਿਹੜੀਆਂ ਇਹਦੀਆਂ ਗਰਾਰੀਆਂ ਦੇ ਰੂਪ ਦੇ ਵਿੱਚ ਹੀ ਘੁੰਮਦੀ ਆ, ਜਿਹੜਾ ਸਰਕਲ ਚੱਲਦੀ 8 ਘੰਟੇ ਚੱਲਦਾ ਜਿਹੜਾ ਇਹਦਾ ਸਾਈਕਲ ਆ, ਉਹ ਜਿਹੜੀਆਂ ਤੁਹਾਨੂੰ ਖੁੱਲੀਆਂ ਹੋਈਆਂ ਓਪਨ ਟਾਈਮਰ ਦਾ ਜਿਹੜਾ ਇੰਟਰਨਲ ਪਾਰਟ ਜਿਹੜੇ ਦਿਖਾਈ ਦੇ ਰਹੇ ਨੇ। ਤੇ ਇਹਦੇ ਵਿੱਚ ਜਿਹੜਾ ਹੈਗਾ 8 ਘੰਟਿਆਂ ਬਾਅਦ ਜਦੋਂ 1 ਰਾਉਂਡ ਪੂਰਾ ਲਾ ਲੈਂਦਾ, ਜਿਹੜਾ ਕੈਮ ਆ ਜਦੋਂ 1 ਰਾਉਂਡ ਲਾ ਲੈਂਦੀ ਆ, ਤਾਂ ਇਹਦੇ ਕੰਟੈਕਟ ਪੁਆਇੰਟ ਜਿਹੜੇ ਹੈਗੇ ਟੁੱਟ ਕੇ ਜਿਹੜੇ 3 ਤੇ 4 ਜਿਹੜੇ ਜੁੜੇ ਹੁੰਦੇ ਨੇ, ਉਹ 3 ਤੋਂ ਬਾਅਦ ਚ 2 ਨਾਲ ਆਟੋਮੈਟਿਕ ਜੁੜ ਜਾਂਦੇ ਨੇ। 2 ਨਾਲ ਜੁੜਨ ਤੋਂ ਬਾਅਦ ਚ ਜਿਹੜੀ ਬਾਈਮੈਟਲਿਕ ਸਪਲਾਈ, ਇਹਨੂੰ ਜਦੋਂ ਟੈਂਪਰੇਚਰ 10 ਡਿਗਰੀ ਸੈਂਟੀਗ੍ਰੇਡ ਹੋ ਜਾਂਦਾ, ਤਾਂ ਉਹ ਜਦੋਂ ਬਾਈਮੈਟਲਿਕ ਜਿਹੜੀ ਕੱਟ ਕਰ ਦਿੰਦੀ ਆ, ਤਾਂ ਇਹਨੂੰ ਸਪਲਾਈ ਮਿਲਣੀ ਬੰਦ ਹੋ ਜਾਂਦੀ ਆ, ਜਿਹਦੇ ਨਾਲ ਜਿਹੜਾ ਹੈਗਾ ਟਾਈਮਰ 3 ਤੋਂ 4 ਦੇ ਵਿੱਚ ਫਿਰ ਕੂਲਿੰਗ ਸਾਈਕਲ ਦੇ ਵਿੱਚ ਆ ਜਾਂਦਾ। ਜਿਹੜਾ ਇਹ ਤੁਹਾਨੂੰ ਓਪਨ ਡਾਇਗਰਾਮ ਜਿਹੜੀ ਮੈਂ ਦਿਖਾਈ ਹੋਈ ਆ, ਟਾਈਮਰ ਦੀ ਇੰਟਰਨਲ ਡਾਇਗਰਾਮ, ਇਹ ਇੱਕ ਘੜੀ ਦੀਆਂ ਸੂਈਆਂ ਵਾਂਗ ਹੁੰਦਾ। ਜਿਵੇਂ ਘੜੀ ਦੇ ਵਿੱਚ ਆਪਣੀਆਂ ਛੋਟੀਆਂ-ਛੋਟੀਆਂ ਗਰਾਰੀਆਂ ਹੁੰਦੀਆਂ ਨੇ, ਉਵੇਂ ਜ਼ਿਕਰ ਇਹਦੇ ਵਿੱਚ ਗਰਾਰੀਆਂ ਨੇ, ਜੋ ਕਿ ਲਗਾਤਾਰ ਜਿਹੜੀਆਂ ਹੈਗੀਆਂ ਚੱਲਦੀਆਂ ਰਹਿੰਦੀਆਂ ਨੇ। ਤੇ ਇੱਕ ਮੋਟਰ ਲੱਗੀ ਹੋਈ ਆ, ਜਿਹੜੀਆਂ ਕਿ ਇਹਨਾਂ ਗਰਾਰੀਆਂ ਨੂੰ ਜਾਂ ਇਹਨਾਂ ਨੂੰ ਕੈਮ ਨੂੰ ਚਲਾਉਂਦੀ ਆ। ਇਹਦੇ ਵਿੱਚ ਇੱਕ ਛੋਟੀ ਜਿਹੀ ਮੋਟਰ ਲੱਗੀ ਹੁੰਦੀ ਆ, ਜਿਹਨੂੰ ਨਿਊਟਰਲ ਫੇਸ ਸਪਲਾਈ ਆਪਾਂ ਉੱਪਰ ਦਿਖਾਈ ਸੀਗੀ। 1 ਨੰਬਰ ਤੋਂ ਨਿਊਟਰਲ ਮਿਲਦੀ ਆ ਤੇ 3 ਨੰਬਰ ਤੋਂ ਉਹਨੂੰ ਫੇਸ ਮਿਲਦਾ। ਜਿਉਂ-ਜਿਉਂ ਉਧਰ ਮੋਟਰ ਚੱਲਦੀ ਰਹਿੰਦੀ ਆ, ਤਾਂ ਇਹਦੇ ਜਿਹੜੇ ਹੈਗੇ ਨੇ ਪਾਰਟ ਨੇ, ਉਹ ਲਗਾਤਾਰ ਘੁੰਮਦੇ ਰਹਿੰਦੇ ਨੇ ਜਿਹੜੇ।
ਟਾਈਮਰ ਤੋਂ ਬਾਅਦ ਆ ਗਿਆ ਥਰਮੋਸਟੇਟ। ਟਾਈਮਰ ਤੋਂ ਜਿਹੜਾ ਅਗਲਾ ਪਾਰਟ ਇਲੈਕਟ੍ਰਿਕ ਪਾਰਟ ਆ ਗਿਆ ਥਰਮੋਸਟੇਟ। ਤਾਂ ਥਰਮੋਸਟੇਟ ਦਾ ਕੀ ਕੰਮ ਆ, ਫ੍ਰਿਜ ਦੇ ਵਿੱਚ ਲੋੜੀਂਦਾ ਤਾਪਮਾਨ ਲੈਣ ਵਾਸਤੇ ਅਸੀਂ ਭਾਵੇਂ ਉਹ ਡਾਇਰੈਕਟ ਕੂਲ ਰੈਫ੍ਰਿਜਰੇਟਰ ਹੋਵੇ ਭਾਵੇਂ ਫਰੋਸਟ ਫਰੀ ਰੈਫ੍ਰਿਜਰੇਟਰ ਹੋਵੇ, ਤਾਂ ਉਹਦੇ ਵਿੱਚ ਲੋੜੀਂਦਾ ਤਾਪਮਾਨ ਲੈਣ ਵਾਸਤੇ ਥਰਮੋਸਟੇਟ ਦੀ ਵਰਤੋਂ ਕਰਦੇ ਆ। ਇਹ ਇੱਕ ਇਲੈਕਟ੍ਰਿਕ ਸਪਲਾਈ ਦੇ ਥਰੂ ਜਿਹੜਾ ਕੰਟਰੋਲ ਕਰਦੀ ਆ। ਇਹ ਇਲੈਕਟ੍ਰਿਕ ਸਪਲਾਈ ਦੇ ਥਰੂ ਜਿਹੜਾ ਹੈਗਾ ਕੰਪਰੈਸਰ ਦੇ ਸਿਰੀ 'ਚ ਲੱਗੀ ਹੁੰਦੀ ਆ। ਜਿੰਨਾ ਅਸੀਂ ਸੈੱਟ ਤਾਪਮਾਨ ਕੀਤਾ ਜਾਂਦਾ, ਜਿੰਨਾ ਸਾਨੂੰ ਸਪੋਜ਼ ਕਰ ਲਓ ਕਿਸੇ ਕੈਬਨਿਟ ਦਾ -15 ਡਿਗਰੀ ਸੈਂਟੀਗ੍ਰੇਡ ਤਾਪਮਾਨ ਅਸੀਂ ਸੈੱਟ ਕਰਤਾ ਨੰਬਰ ਵਧਾ ਕੇ, ਤਾਂ ਜਦੋਂ 15 ਡਿਗਰੀ ਸੈਂਟੀਗ੍ਰੇਡ ਮਾਈਨਸ ਆ ਗਿਆ ਤਾਂ ਇਹਨੇ ਆਟੋਮੈਟਿਕ ਕੱਟ ਕਰ ਦੇਣਾ। ਕੱਟ ਕਰਨ ਤੋਂ ਬਾਅਦ ਚ ਫਿਰ ਇਹਨੇ ਦੁਬਾਰਾ ਕੱਟ ਰਹਿਣਾ, ਜਿੰਨਾ ਚਿਰ ਉਹਦੇ ਅੰਦਰ ਹੀਟ ਨਹੀਂ ਜਾਂਦੀ ਹੈਗੀ ਤੇ ਉਨਾ ਚਿਰ ਇਹਨੇ ਕੱਟ ਆਫ ਰਹਿਣਾ। ਕੱਟ ਆਫ ਹੋਣ ਤੋਂ ਬਾਅਦ ਚ ਫਿਰ ਦੁਬਾਰਾ ਉਹਦੇ ਇੰਟਰਨਲ ਬੋਡੀ ਦੇ ਵਿੱਚੋਂ ਹੀਟ ਜਾਊਗੀ। ਜਾਣ ਤੋਂ ਬਾਅਦ ਚ ਫਿਰ ਦੁਬਾਰਾ ਇਹਦੇ ਪੁਆਇੰਟ ਜੁੜਨਗੇ, ਕੰਟੈਕਟ ਪੁਆਇੰਟ ਜੁੜਨਗੇ ਤੇ ਫਿਰ ਦੁਬਾਰਾ ਆਨ ਹੋ ਜੂ। ਇਸ ਤਰ੍ਹਾਂ ਇਹ ਬਾਰ-ਬਾਰ ਜਿਹੜਾ ਹੈਗਾ ਕੱਟ ਕਰਦੀ ਤੇ ਜੁੜਦੀ ਰਹਿੰਦੀ ਹੈ। ਇਹਦੇ ਜਿਹੜੇ ਮੇਨ ਪਾਰਟ ਨੇ, ਕੰਟੈਕਟ ਪੁਆਇੰਟ ਨੇ, ਜਿਹਦੇ ਉੱਤੇ ਇੱਕ ਮੋਟਰ ਦੇ ਸਿਰੀ 'ਚ ਲੱਗੀ ਹੁੰਦੀ ਆ, ਫੇਸ ਸਪਲਾਈ ਇਹਦੇ 'ਚ ਆਉਂਦੀ ਆ। ਇਹ ਚੋਂ ਫੇਸ ਇਹਦੇ ਥਰੂ ਸਵਿਚ ਆ, ਕਿਉਂਕਿ ਇੱਕ ਸਵਿਚ ਆ, ਸਵਿਚ ਹਮੇਸ਼ਾ ਕਿਸੇ ਵੀ ਕੰਪਰੈਸ਼ਰ ਮੋਟਰ ਦੇ ਜਾਂ ਸਿਰੀ 'ਚ ਲੱਗੀ ਹੁੰਦੀ ਆ, ਤਾਂ ਇਹ ਤੋਂ ਫੇਸ ਜਿਹੜਾ ਹੈਗਾ ਮੋਟਰ ਨੂੰ ਜਾਂਦਾ। ਤਾਂ ਜਦੋਂ ਇਹ ਕੱਟ ਕਰ ਦਿੰਦੀ ਆ ਮੋਟਰ ਦੀ ਸਪਲਾਈ ਬੰਦ ਹੋ ਜਾਂਦੀ ਆ। ਤਾਂ ਇਹਦੇ ਵਿੱਚ ਥਰਮਲ ਬਲਬ ਆ, ਥਰਮਲ ਬਲਬ ਜੋ ਕਿ ਇੱਕ ਐਵੈਪੋਰੇਟਰ ਦੀ ਲਾਸਟ ਕੋਇਲ ਤੇ ਕਲੰਪ ਕੀਤਾ ਹੁੰਦਾ। ਤੇ ਕੰਟੈਕਟ ਪੁਆਇੰਟ ਨੇ ਅੰਦਰ ਐਡਜਸਟੇਬਲ ਨੋਬ ਆ, ਤੇ ਇਹਦੇ ਮੇਨ ਜਿਹੜੇ ਪੁਆਇੰਟ ਨੇ ਜੋ ਕਿ ਟੈਂਪਰੇਚਰ ਨੂੰ ਕੰਟਰੋਲ ਕਰਦੀ ਆ। ਜਿੰਨਾ ਟੈਂਪਰੇਚਰ ਸਾਨੂੰ ਚਾਹੀਦਾ ਉਹਨਾਂ ਆਉਣ ਤੇ ਇਹ ਆਟੋਮੈਟਿਕ ਕੱਟ ਕਰ ਦਿੰਦੀ ਆ। ਥਰਮੋਸਟੇਟ ਤੋਂ ਬਾਅਦ ਆ ਗਿਆ ਰਿਲੇ। ਰਿਲੇ ਕਿਸੇ ਵੀ ਕੰਪਰੈਸ਼ਰ ਨੂੰ ਚਲਾਉਣ ਦੇ ਵਿੱਚ ਮਦਦ ਕਰਦੀ ਆ। ਕਿਸੇ ਵੀ ਕੰਪਰੈਸ਼ਰ ਨੂੰ ਆਨ ਕਰਨ ਦੇ ਵਿੱਚ, ਸਟਾਰਟ ਕਰਨ ਦੇ ਵਿੱਚ ਮਦਦ ਕਰਦੀ ਆ। ਮੇਨ ਇਹਦਾ ਕੀ ਕੰਮ ਆ, ਸਟਾਰਟਿੰਗ ਵਾਈਂਡਿੰਗ ਨੂੰ ਕੱਟ ਕਰਨ ਵਾਸਤੇ ਸਾਡੇ ਫ੍ਰਿਜ ਦੇ ਵਿੱਚ ਸਟਾਰਟਿੰਗ ਵਾਈਂਡਿੰਗ ਨੂੰ ਕੱਟ ਕਰਨ ਵਾਸਤੇ ਅਸੀਂ ਰਿਲੇ ਦੀ ਵਰਤੋਂ ਕਰਦੇ ਹਾਂ। ਸਟਾਰਟ ਕਰਨ ਵਾਸਤੇ ਤੇ ਸਟਾਰਟਿੰਗ ਵਾਈਂਡਿੰਗ ਨੂੰ ਕੱਟ ਕਰਨ ਵਾਸਤੇ। ਜਦੋਂ ਅਸੀਂ ਫ੍ਰਿਜ ਨੂੰ ਆਨ ਕਰਦੇ ਹਾਂ ਤਾਂ ਰਨਿੰਗ ਵਾਈਂਡਿੰਗ ਦੇ ਵਿੱਚ ਇੰਨੀ ਪਾਵਰ ਨਹੀਂ ਹੁੰਦੀ ਵੀ ਉਹ ਮੋਟਰ ਨੂੰ ਸਟਾਰਟ ਕਰਦੇ। ਤਾਂ ਰਨਿੰਗ ਵਾਈਂਡਿੰਗ ਦੇ ਵਿੱਚ ਪਾਵਰ ਨਾ ਹੋਣ ਕਾਰਨ ਇਹ ਕੀ ਆ, ਕੋਇਲ ਦੇ ਵਿੱਚ ਇਹ ਫ੍ਰਿਜ ਆ ਜਿਹੜਾ ਵੱਧ ਲੋਡ ਲੈਂਦਾ। ਵੱਧ ਲੋਡ ਨਾਲ ਜਿਹੜੀ ਇਹਦੀ ਕੋਇਲ ਦਿਖਾਈ ਦੇ ਰਿਹਾ, ਇਹਦੇ ਵਿੱਚ ਮੈਗਨੇਟ ਬਣਦਾ। ਮੈਗਨੇਟ ਬਣਨ ਨਾਲ ਪਲੰਜਰ ਉੱਪਰ ਉੱਠਦਾ। ਉੱਪਰ ਉੱਠਣ ਨਾਲ ਜਿਹੜਾ ਸਟਾਰਟਿੰਗ ਵਾਈਂਡਿੰਗ ਨੂੰ ਜੋੜ ਦਿੰਦਾ। ਜਦੋਂ ਸਟਾਰਟਿੰਗ ਵਾਈਂਡਿੰਗ ਜੁੜ ਜਾਂਦੀ ਆ ਤਾਂ ਮੋਟਰ ਸਟਾਰਟ ਹੋ ਜਾਂਦੀ ਆ, 75% ਸਪੀਡ ਫੜ ਲੈਂਦੀ ਆ। ਤਾਂ ਕੋਇਲ ਦੇ ਵਿੱਚ ਮੈਗਨੇਟ ਖਤਮ ਹੋ ਜਾਂਦਾ। ਮੈਗਨੇਟ ਖਤਮ ਹੋਣ ਨਾਲ ਜਿਹੜਾ ਗ੍ਰੈਵਿਟੀ ਦੇ ਹਿਸਾਬ ਨਾਲ ਤੇ ਪਲੰਜਰ ਨੀਚੇ ਡਿੱਗ ਪੈਂਦਾ। ਨੀਚੇ ਡਿੱਗਣ ਨਾਲ ਸਟਾਰਟਿੰਗ ਜਿਹੜੀ ਵਾਈਂਡਿੰਗ ਆ ਉਹ ਕੱਟੀ ਜਾਂਦੀ ਆ ਤੇ ਫਿਰ ਸਾਡੀ ਮੋਟਰ ਜਦੋਂ ਸਟਾਰਟ ਹੋ ਜਾਂਦੀ ਆ ਸਿਰਫ ਓਨਲੀ ਰਨਿੰਗ ਵਾਈਂਡਿੰਗ ਦੇ ਉੱਪਰ ਹੀ ਚੱਲਦੀ ਰਹਿੰਦੀ ਆ। ਕਹਿਣ ਤੋਂ ਭਾਵ ਇਹਦੀ ਕੀ ਡੈਫੀਨੇਸ਼ਨ ਆ ਵੀ ਮੋਟਰ ਨੂੰ ਸਟਾਰਟ ਕਰਨ ਵਾਸਤੇ ਅਤੇ ਸਟਾਰਟਿੰਗ ਵਾਈਂਡਿੰਗ ਨੂੰ ਕੱਟ ਕਰਨ ਵਾਸਤੇ ਅਸੀਂ ਰਿਲੇ ਦੀ ਵਰਤੋਂ ਕਰਦੇ ਹਾਂ। ਅੱਗੇ ਆ ਗਿਆ ਓਵਰਲੋਡ। ਓਵਰਲੋਡ ਨਾਂ ਤੋਂ ਭਾਵ ਪਤਾ ਲੱਗਦਾ ਵੀ ਓਵਰਲੋਡ ਮਤਲਬ ਕੰਪਰੈਸ਼ਰ ਦੇ ਤੇ ਉਹ ਲੋਡ ਓਵਰ ਹੋਣ ਦੇ ਨਾਲ, ਜਦੋਂ ਕੰਪਰੈਸ਼ਰ ਤੇ ਲੋਡ ਓਵਰ ਹੁੰਦਾ। ਲੋਡ ਤੋਂ ਭਾਵ ਕੀ ਆ ਵੀ ਜਦੋਂ ਕੰਪਰੈਸਰ ਵੱਧ ਲੋਡ ਲੈਂਦਾ, ਜਦੋਂ ਕੰਪਰੈਸ਼ਰ ਆਪਦੇ ਸੈੱਟ ਲੋਡ ਤੋਂ ਵੱਧ ਲੋਡ ਲੈਂਦਾ ਤਾਂ ਓਵਰਲੋਡ ਕੱਟ ਕਰ ਦਿੰਦਾ। ਉਹਦੀ ਸੇਫਟੀ ਵਾਸਤੇ ਲਾਇਆ ਜਾਂਦਾ। ਕਿਸੇ ਕਾਰਨ ਸਾਡੀ ਸਪਲਾਈ ਆ ਜਿਹੜੀ ਵੋਲਟੇਜ ਆ ਉਹ ਘਟ ਜੇ, ਕਿਸੇ ਕਾਰਨ ਸਾਡੀ ਸਪਲਾਈ ਜਿਹੜੀ ਹੈਗੀ ਆ ਵੋਲਟੇਜ ਘਟ ਜੇ ਜਾਂ ਵੱਧ ਜੇ, ਤਾਂ ਵੱਧ ਆ ਜੇ ਤਾਂ ਕੀ ਹੋਊਗਾ, ਕੰਪਰੈਸ਼ਰ ਦਾ ਲੋਡ ਵੱਧ ਜਾਊਗਾ। ਲੋਡ ਵਧਣ ਨਾਲ ਕੀ ਹੋਊਗਾ, ਐਂਪੀਅਰ ਵੱਧ ਜਾਣਗੇ। ਐਂਪੀਅਰ ਵਧਣ ਨਾਲ ਕੀ ਹੋਊਗਾ, ਓਵਰਲੋਡ ਟ੍ਰਿਪ ਕਰ ਜਾਊਗਾ ਸਾਡਾ। ਓਵਰਲੋਡ ਟ੍ਰਿਪ ਕਰਨ ਨਾਲ ਕੀ ਹੋ ਜੂ, ਮੋਟਰ ਦੀ ਸੇਫਟੀ ਜੂ, ਮੋਟਰ ਸੜਨ ਤੋਂ ਬਚ ਜੂਗੀ। ਕਿਸੇ ਵੱਧ ਵੋਲਟੇਜ ਨਾਲ, ਘੱਟ ਵੋਲਟੇਜ ਨਾਲ, ਕੰਪਰੈਸ਼ਰ ਦੇ ਜਾਮ ਹੋਣ ਨਾਲ, ਕਿਸੇ ਵੀ ਕਾਰਨ ਸਾਡਾ ਕੰਪਰੈਸਰ ਸਟਾਰਟ ਨਹੀਂ ਲੈਂਦਾ, ਵੱਧ ਆਪਦੇ ਸੈੱਟ ਲੋਡ ਤੋਂ ਵੱਧ ਲੋਡ ਲੈਂਦਾ ਤਾਂ ਓਵਰਲੋਡ ਸਾਡਾ ਕੱਟ ਕਰ ਦਿੰਦਾ। ਕੱਟ ਕਰਨ ਤੋਂ ਬਾਅਦ 2 ਜਾਂ 3 ਮਿੰਟ ਵਾਸਤੇ ਕੱਟ ਰਹੂਗਾ, ਦੁਬਾਰਾ ਫਿਰ ਆਨ ਕਰਦਾ। ਅਗਰ ਕੰਪਰੈਸਰ ਸਟਾਰਟ ਹੋ ਜੇ ਠੀਕ ਆ, ਨਹੀਂ ਤਾਂ ਫਿਰ ਇਹ ਦੁਬਾਰਾ ਜਿਹੜਾ ਹੈਗਾ ਕੱਟ ਕਰ ਦੂ, ਜਿਹਦੇ ਨਾਲ ਕੰਪਰੈਸਰ ਸੜਨ ਤੋਂ ਬਚ ਜਾਂਦਾ। ਅਗਰ ਓਵਰਲੋਡ ਨਾ ਯੂਜ਼ ਕੀਤਾ ਜਾਵੇ ਤਾਂ ਵੱਧ ਕਰੰਟ ਤੇ ਸਾਡੀ ਮੋਟਰ ਆ ਜਿਹੜੀ ਉਹ ਮਚ ਜੂਗੀ। ਇਸ ਕਰਕੇ ਸੇਫਟੀ ਵਾਸਤੇ ਜਿਹੜਾ ਲਾਇਆ ਜਾਂਦਾ, ਸੇਫਟੀ ਡਿਵਾਈਸ ਆ ਇੱਕ ਓਵਰਲੋਡ ਪ੍ਰੋਟੈਕਟਰ ਜਿਹੜਾ। ਉਦੋਂ ਬਾਅਦ ਆ ਗਿਆ ਹੀਟਰ ਆ ਗਿਆ, ਜੋ ਕਿ ਜਿਹੜਾ ਫਰੋਸਟ ਫਰੀ ਰੈਫ੍ਰਿਜਰੇਟਰ ਦੇ ਵਿੱਚ ਵਰਤਿਆ ਜਾਂਦਾ। ਹੀਟਰ ਕੀ ਆ, ਹੀਟਰ ਜਿਹੜਾ ਸਾਡਾ ਹੈਗਾ ਡੀਫਰੋਸਟ ਸਾਈਕਲ ਦੇ ਦੌਰਾਨ ਚੱਲਦਾ। ਜਦੋਂ 8 ਘੰਟਿਆਂ ਬਾਅਦ ਕੂਲਿੰਗ ਜਿਹੜੀ ਹੈਗੀ ਆ ਸਾਈਕਲ ਪੂਰੀ ਕੰਪਲੀਟ ਹੋ ਜਾਂਦੀ 8 ਘੰਟੇ ਬਾਅਦ, ਤਾਂ ਫਿਰ ਇਹ 10 ਤੋਂ ਲੈ ਕੇ 20 ਮਿੰਟਾਂ ਤੱਕ 10 ਤੋਂ ਲੈ ਕੇ
20 ਮਿੰਟਾਂ ਤੱਕ ਸਾਡਾ ਹੀਟਰ ਆਨ ਹੋ ਜਾਂਦਾ, ਜੋ ਕਿ ਫਰੋਸਟ ਫਰੀ ਰੈਫਰੀਜਰੇਟਰ ਦੇ ਵਿੱਚ ਲਗਭਗ 650 ਵਾਟ ਦਾ ਲੱਗਿਆ ਹੁੰਦਾ। ਤਾਂ ਇਹਨੇ 10 ਤੋਂ 20 ਮਿੰਟ ਤੱਕ ਜਿਹੜਾ ਹੈਗਾ ਆਨ ਰਹਿਣਾ। 10 ਤੋਂ 20 ਮਿੰਟ ਦੇ ਵਿੱਚ ਜਿਹੜੀ ਹੈਗੀ ਸਾਡੀ ਫ੍ਰਿਜ ਦੀ ਫਰੋਸਟਿੰਗ ਪਿਘਲ ਜਾਂਦੀ ਆ। ਤਾਂ ਜਦੋਂ ਫਰੋਸਟਿੰਗ ਪਿਘਲ ਗਈ ਤਾਂ ਟੈਂਪਰੇਚਰ ਅਪ ਹੋ ਗਿਆ, 10 ਡਿਗਰੀ ਸੈਂਟੀਗ੍ਰੇਡ ਤੇ ਆ ਗਿਆ, ਤਾਂ ਸਾਡੀ ਬਾਈਮੈਟਲਿਕ ਜਿਹੜੀ ਹੈਗੀ ਆ ਉਹ ਕੱਟ ਕਰ ਦਿੰਦੀ ਆ। ਕੱਟ ਕਰਨਾ ਜਿਹੜੀ ਟਾਈਮਰ ਨੂੰ ਜਿਹੜੀ ਹੀਟਰ ਨੂੰ ਜਿਹੜੀ ਸਪਲਾਈ ਮਿਲਣੀ ਬੰਦ ਹੋ ਜਾਂਦੀ ਆ, ਤੇ ਉਦੋਂ ਬਾਅਦ ਚ ਜਿਹੜਾ ਹੈਗਾ ਹੀਟਰ ਬੰਦ ਹੋ ਜਾਂਦਾ, ਤਾਂ ਸਾਡੀ ਕੂਲਿੰਗ ਸਾਈਕਲ ਚੱਲ ਜਾਂਦੀ ਹੈ। ਕਹਿਣ ਤੋਂ ਭਾਵ ਫ੍ਰੀਜ਼ਰ ਨੂੰ ਡੀਫਰੋਸਟ ਕਰਨ ਵਾਸਤੇ ਅਸੀਂ ਹੀਟਰ ਦੀ ਵਰਤੋਂ ਕਰਦੇ ਹਾਂ, ਜੋ ਕਿ 8 ਘੰਟੇ ਬਾਅਦ 10 ਤੋਂ 20 ਮਿੰਟ ਤੱਕ ਇਹ ਚੱਲਦਾ, ਦੁਬਾਰਾ ਫਿਰ ਬੰਦ ਹੋ ਜਾਂਦਾ। ਬਾਈਮੈਟਲਿਕ ਦਾ ਕੀ ਕੰਮ ਆ? ਬਾਈਮੈਟਲਿਕ ਤੇ ਥਰਮਲ ਫਿਊਜ਼। ਬਾਈਮੈਟਲਿਕ ਦੇ ਵਿੱਚ ਜਿਹੜੇ ਹੈਗੇ ਦੋ ਟੈਂਪਰੇਚਰ ਹੁੰਦੇ ਨੇ, -5 ਤੇ 10 ਡਿਗਰੀ ਜਿਹੜਾ ਹੈਗਾ। -5 ਤੇ ਜਿਹੜੀ ਹੈਗੀ ਆ ਉਹ ਕੰਟੈਕਟ ਕੱਟ ਇਨ ਪੁਆਇੰਟ ਹੁੰਦੇ ਨੇ, 2 ਪੁਆਇੰਟ ਹੁੰਦੇ ਨੇ, ਕੱਟ ਇਨ ਤੇ ਕੱਟ ਆਊਟ। ਜਿਹੜਾ -5 ਤੇ ਜਿਹੜੀ ਹੈਗੀ ਆ ਉਹ ਜੋੜਦੀ ਆ, ਉਹ ਜਿਹੜੀ ਹੈਗੀ ਜਦੋਂ ਉਹਨੂੰ ਸਪਲਾਈ ਦਿੱਤੀ ਜਾਂਦੀ ਆ, ਜਦੋਂ 8 ਘੰਟਿਆਂ ਬਾਅਦ ਸਾਡਾ ਫ੍ਰੀਜ਼ਰ ਦੇ ਵਿੱਚ ਪੂਰੀ ਕੂਲਿੰਗ ਆ ਜਾਂਦੀ ਆ, ਤਾਂ ਜਦੋਂ -5 ਜਾਂ ਉਸ ਤੋਂ ਡਾਊਨ ਫ੍ਰੀਜ਼ਰ ਦਾ ਟੈਂਪਰੇਚਰ ਹੁੰਦਾ, ਤਾਂ ਜਦੋਂ ਟਾਈਮਰ ਸਾਡਾ 8 ਘੰਟਿਆਂ ਬਾਅਦ ਡੀਫਰੋਸਟ ਮੋਡ ਦੇ ਵਿੱਚ ਆਉਂਦਾ, ਤਾਂ ਬਾਈਮੈਟਲਿਕ ਸਾਡੀ ਆਨ ਹੋ ਜਾਂਦੀ ਆ। ਆਨ ਹੋਣ ਨਾਲ ਜਿਹੜੀ ਸਾਡੇ ਹੀਟਰ ਨੂੰ ਸਪਲਾਈ ਜਿਹੜੀ ਮਿਲਣੀ ਸ਼ੁਰੂ ਹੋ ਜਾਂਦੀ ਆ। ਹੀਟਰ ਨੂੰ ਸਪਲਾਈ ਜਦੋਂ ਮਿਲਦੀ ਆ ਤਾਂ ਉਹ 10 ਤੋਂ 20 ਮਿੰਟ ਤੱਕ ਚੱਲਦਾ ਗਾ। ਉਦੋਂ ਬਾਅਦ ਚ ਜਿਹੜਾ ਹੈਗਾ ਕੱਟ ਆਊਟ ਪੁਆਇੰਟ ਤੇ ਆ ਜਾਂਦੀ ਆ ਬਾਈਮੈਟਲਿਕ। ਜਦੋਂ 10 ਡਿਗਰੀ ਸੈਂਟੀਗ੍ਰੇਡ ਤਾਪਮਾਨ ਸਾਡਾ ਉਹਦੇ ਵਿੱਚ ਆ ਗਿਆ, ਤਾਂ ਉਹਦਾ ਕੱਟ ਆਊਟ ਪੁਆਇੰਟ ਤੇ ਉਹ ਕੰਟੈਕਟ ਪੁਆਇੰਟ ਟੁੱਟ ਜਾਂਦੇ ਨੇ, ਜਿਹਦੇ ਨਾਲ ਹੀਟਰ ਨੂੰ ਸਪਲਾਈ ਮਿਲਣੀ ਬੰਦ ਹੋ ਜਾਂਦੀ ਆ। ਤਾਂ ਸਾਡੀ ਇਹ ਡਾਇਗਰਾਮ ਜਿਹੜੀ ਹੈਗੀ ਆ ਬਾਈਮੈਟਲਿਕ ਜਿਹੜੀ ਸਵਿਚ ਦੀ ਹੈਗੀ ਆ। ਤਾਂ ਇੱਕ ਬਾਈਮੈਟਲਿਕ ਲੱਗੀ ਹੋਈ ਹੈ ਇਹਦੇ ਨਾਲ, ਤੇ ਇੱਕ ਲੱਗਿਆ ਹੋਇਆ ਥਰਮਲ ਫਿਊਜ਼, ਜੋ ਦੋਨੋਂ ਜਿਹੜੇ ਹੈਗੇ ਹੀਟਰ ਦੇ ਸਿਰੀ ਚ ਲੱਗੇ ਹੁੰਦੇ ਨੇ। ਤਾਂ ਬਾਈਮੈਟਲਿਕ ਕੱਟ ਕਰਦੀ ਆ ਤਾਂ ਵੀ ਹੀਟਰ ਬੰਦ ਹੋ ਜਾਂਦਾ, ਥਰਮਲ ਫਿਊਜ਼ ਜਿਹੜਾ ਫਿਊਜ਼ ਹੋ ਜੇ ਤਾਂ ਵੀ ਕੱਟ ਹੋ ਜਾਂਦੀ ਆ। ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਟਾਈਮਰ ਦਾ ਜਿਹੜਾ ਹੈਗਾ 8 ਘੰਟਿਆਂ ਬਾਅਦ ਜਿਹੜਾ ਹੈਗਾ ਹੀਟਿੰਗ ਮੋਡ ਦੇ ਵਿੱਚ ਜਦੋਂ ਆਉਂਦਾ ਜਾਂ ਡੀਫਰੋਸਟ ਮੋਡ ਦੇ ਵਿੱਚ ਆਉਂਦਾ, ਤਾਂ ਸਾਡੀ ਬਾਈਮੈਟਲਿਕ ਆਨ ਹੋ ਜਾਂਦੀ ਆ। ਬਾਈਮੈਟਲਿਕ ਆਉਣ ਨਾਲ ਜਿਹੜੀ ਹੈਗੀ ਆ ਹੀਟਰ ਨੂੰ ਸਪਲਾਈ ਮਿਲਣੀ ਸ਼ੁਰੂ ਹੋ ਜਾਂਦੀ ਆ। ਹੀਟਰ ਨੂੰ ਸਪਲਾਈ ਮਿਲਣ ਤੋਂ ਬਾਅਦ ਚ ਤਾਂ ਕਿਸੇ ਕਾਰਨ ਸਾਡਾ ਟਾਈਮਰ, ਕਿਉਂਕਿ ਕੋਈ ਵੀ ਇਕਵਿਪਮੈਂਟ ਆ ਚੱਲਣ ਦੇ ਦੌਰਾਨ ਫਾਲਟ ਉਹਦੇ ਵਿੱਚ ਪੈ ਜਾਂਦਾ, ਉਹਦੇ ਵਿੱਚ ਮਕੈਨੀਕਲ ਮਕੈਨਿਜ਼ਮ ਲੱਗਿਆ ਹੋਇਆ, ਜਿਸ ਦੇ ਨਾਲ ਜਿਹੜਾ ਹੈਗਾ ਉਹਦੇ ਕਿਸੇ ਕੋਈ ਗਰਾਰੀ ਜਾਮ ਹੋਊਗੀ, ਕਿਸੇ ਕਾਰਨ ਉਹ ਕੰਮ ਨਹੀਂ ਕਰਦਾ ਹੈਗਾ, ਉਹਦੇ ਵਿੱਚ ਫਾਲਟ ਪੈ ਗਿਆ, ਤਾਂ ਉਹ ਲਗਾਤਾਰ ਜਿਹੜਾ ਹੈਗਾ ਹੀਟਰ ਜਿਹੜੀ ਸਾਡੇ ਇਹਨੂੰ ਬਾਈਮੈਟਲਿਕ ਨੂੰ ਜਿਹੜਾ ਹੈਗਾ ਸਪਲਾਈ ਦਿੰਦਾ ਰਹੂਗਾ। ਤਾਂ ਇਹ ਬਾਈਮੈਟਲਿਕ ਦੇ ਵਿੱਚ ਵੀ ਕਿਸੇ ਕਾਰਨ ਫਾਲਟ ਪੈ ਜਾਂਦਾ, ਤਾਂ ਅੱਗੇ ਲੱਗਿਆ ਸਾਡਾ ਥਰਮਲ ਫਿਊਜ਼। ਅਗਰ ਬਾਈਮੈਟਲਿਕ ਕੱਟ ਨਾ ਕਰੇ ਤਾਂ ਸਾਡਾ ਜਿਹੜਾ ਹੀਟਰ ਲੱਗਿਆ ਹੋਇਆ ਉਹ ਲਗਾਤਾਰ ਚੱਲਣ ਨਾਲ ਕੈਬਨਿਟ ਦੇ ਵਿੱਚ ਹੀਟਿੰਗ ਬਹੁਤ ਜ਼ਿਆਦਾ ਹੋ ਜੂ, ਜਿਸ ਦੇ ਨਾਲ ਉਹਦੇ ਵਿੱਚ ਅੱਗ ਲੱਗਣ ਦਾ ਜਾਂ ਜਿਹੜੀ ਹੈਗੀ ਆ ਇੰਟਰਨਲ ਜਿਹੜਾ ਪਾਰਟ ਜਿਹੜਾ ਹੈਗਾ ਮੈਲਟ ਹੋਣ ਦਾ ਡਰ ਰਹਿੰਦਾ। ਤਾਂ ਉਹਦੀ ਸੇਫਟੀ ਵਾਸਤੇ ਤੀਜਾ ਪੁਆਇੰਟ ਜਿਹੜਾ ਹੈਗਾ ਬਾਈਮੈਟਲਿਕ ਦੇ ਨਾਲ ਜਿਹੜਾ ਤੀਜਾ ਥਰਮਲ ਫਿਊਜ਼ ਲੱਗਿਆ ਹੁੰਦਾ, ਤਾਂ ਜਿਹੜਾ ਕਿ 70 ਡਿਗਰੀ ਟੈਂਪਰੇਚਰ ਹੋਣ ਤੇ 70 ਡਿਗਰੀ, ਵੈਸੇ ਤਾਂ 10 ਡਿਗਰੀ ਤੇ ਹੋਣ ਤੇ ਜਿਹੜਾ ਕੱਟ ਕਰ ਦਿੰਦੀ ਆ ਬਾਈਮੈਟਲਿਕ, ਪਰ ਬਾਈਮੈਟਲਿਕ ਅਗਰ ਜਾਮ ਹੋ ਗਈ ਜਾਂ ਕਿਸੇ ਕਾਰਨ ਉਹਨੇ ਕੰਮ ਕਰਨਾ ਛੱਡਤਾ, ਤਾਂ 70 ਡਿਗਰੀ ਸੈਂਟੀਗ੍ਰੇਡ ਤੇ ਥਰਮਲ ਫਿਊਜ਼ ਹੋ ਜਾਊਗਾ, ਉਹਨੇ ਹੁਣ ਫਿਊਜ਼ ਹੋਣਾ। ਤਾਂ ਉਹ ਜਦੋਂ ਥਰਮਲ ਫਿਊਜ਼ ਹੋ ਗਿਆ ਤਾਂ ਉਹਨੂੰ ਜਿਹੜੀ ਹੀਟਰ ਨੂੰ ਸਪਲਾਈ ਮਿਲਣੀ ਬੰਦ ਹੋ ਜੂ, ਜਿਹਦੇ ਨਾਲ ਸਾਡੀ ਸੇਫਟੀ ਹੋ ਜੂ ਤੇ ਅੰਦਰ ਜਿਹੜਾ ਹੈਗਾ ਕੋਈ ਵੀ ਨੁਕਸਾਨ ਹੋਣ ਤੋਂ ਬਚ ਜੂਗਾ। ਇਹ ਕੰਮ ਨੇ ਜਿਹੜੇ ਹੈਗੇ ਬਾਈਮੈਟਲਿਕ ਥਰਮਲ ਫਿਊਜ਼ ਦੇ। ਅੱਗੇ ਆ ਗਿਆ ਵੈਪੋਰੇਟਰ ਫੈਨ। ਵੈਪੋਰੇਟਰ ਫੈਨ ਆ ਜਿਹੜਾ ਉਹ ਵੈਪੋਰੇਟਰ ਦੇ ਥਰੂ ਜਿਹੜਾ ਹੈਗਾ ਹਵਾ ਨੂੰ ਸਕ ਕਰਦਾ। ਤਾਂ ਜਿਹੜਾ ਸਾਡਾ ਨੇਚਰਲ ਕਨਵੈਨਸ਼ਨ ਰੈਫਰੀਜਰੇਟਰ ਹੈਗਾ ਉਹਦੇ ਵਿੱਚ ਕੋਈ ਫੈਨ ਨਹੀਂ ਲੱਗਿਆ ਹੁੰਦਾ, ਉਹਦੇ ਵਿੱਚ ਏਅਰ ਸਾਈਕਲ ਹੀ ਕੰਮ ਕਰਦਾ। ਉਹਦੇ ਵਿੱਚ ਕੀ ਕਰਦਾ? ਏਅਰ ਸਾਈਕਲ, ਨੇਚਰਲ ਏਅਰ ਸਾਈਕਲ ਹੀ ਕੰਮ ਕਰਦਾ। ਕਿਵੇਂ ਕੰਮ ਕਰਦਾ? ਉਹਦੇ ਵਿੱਚ ਕੀ ਆ, ਜਦੋਂ ਹਵਾ ਦਾ ਸਰਕੂਲੇਸ਼ਨ ਅੰਦਰ ਬਣਦਾ ਤਾਂ ਜਿਹੜਾ ਨੀਚੇ ਸਾਡਾ ਸਮਾਨ ਸੈਲਫਾਂ ਤੇ ਜਾਂ ਨੀਚੇ ਫਰੂਟ ਟਰੇ ਦੇ ਵਿੱਚ ਰੱਖਿਆ ਉਹ ਸਮਾਨ ਅਸੀਂ ਹਮੇਸ਼ਾ ਗਰਮ ਰੱਖਦੇ ਹਾਂ। ਜਿਹੜੀ ਉਹਦੇ ਸੰਪਰਕ ਦੇ ਵਿੱਚ ਹਵਾ ਆਉਂਦੀ ਆ ਤਾਂ ਉਹ ਹਵਾ ਵੀ ਗਰਮ ਹੋ ਜਾਂਦੀ ਆ। ਹਮੇਸ਼ਾ ਜਿਹੜੀ ਹਵਾ ਗਰਮ ਹੋਣ ਤੋਂ ਬਾਅਦ ਹਲਕੀ ਹੋ ਜਾਂਦੀ ਆ, ਹਲਕੀ ਹੋਣ ਤੋਂ ਬਾਅਦ ਚ ਜਿਹੜੀ ਉੱਪਰ ਉੱਠਦੀ ਆ ਉਹ, ਤੇ ਜਦੋਂ ਉੱਪਰ ਉੱਠਦੀ ਆ ਤਾਂ
ਫ੍ਰਿਜ ਦੇ ਸੰਪਰਕ ਦੇ ਵਿੱਚ ਆਉਂਦੀ ਆ ਉੱਥੇ ਟੈਂਪਰੇਚਰ ਡਾਊਨ ਹੁੰਦਾ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ -15 ਜਾਂ 18 ਡਿਗਰੀ ਸੈਂਟੀਗ੍ਰੇਡ -18 ਡਿਗਰੀ ਸੈਂਟੀਗ੍ਰੇਡ ਹੁੰਦਾ। ਤਾਂ ਉਹ ਟੈਂਪਰੇਚਰ ਡਾਊਨ ਹੋਣ ਤੋਂ ਬਾਅਦ ਚ ਹਵਾ ਉਹਦੇ ਸੰਪਰਕ ਦੇ ਵਿੱਚ ਆਉਣ ਤੋਂ ਬਾਅਦ ਚ ਹਵਾ ਜਿਹੜੀ ਠੰਡੀ ਹੋ ਕੇ ਭਾਰੀ ਹੋ ਜਾਂਦੀ ਆ। ਭਾਰੀ ਹੋਣ ਤੋਂ ਬਾਅਦ ਚ ਜਿਹੜੀ ਹਵਾ ਨੀਚੇ ਵੱਲ ਨੂੰ ਆਉਂਦੀ ਆ, ਤਾਂ ਨੀਚੇ ਜਦੋਂ ਆਉਂਦੀ ਆ ਫਿਰ ਉਹ ਗਰਮ ਸਮਾਨ ਦੀ ਹੀਟ ਲੈ ਕੇ ਉੱਪਰ ਜਾਂਦੀ ਆ। ਇਸੇ ਤਰ੍ਹਾਂ ਉਹਦੇ ਵਿੱਚ ਨੇਚਰਲ ਕੁਦਰਤੀ ਸਾਈਕਲ ਬਣਦਾ ਹਵਾ ਦਾ। ਕੁਦਰਤੀ ਉੱਪਰ ਨੀਚੇ ਹਵਾ ਜਿਹੜੀ ਹਲਕੀ ਹੌਲੀ ਹੌਲੀ ਹਵਾ ਜਿਹੜੀ ਉੱਪਰ ਨੀਚੇ ਹੁੰਦੀ ਰਹਿੰਦੀ ਆ। ਤੇ ਪਰੰਤੂ ਜਿਹੜਾ ਫਰੋਸਟ ਫਰੀ ਰੈਫਰੀਜਰੇਟਰ ਦੇ ਵਿੱਚ ਫੈਨ ਲੱਗਿਆ ਹੋਇਆ ਜੋ ਕਿ ਇਵੈਪੋਰੇਟਰ ਦੀਆਂ ਕੋਇਲਾਂ ਦੇ ਵਿੱਚੋਂ ਹਵਾ ਨੂੰ ਸੱਕ ਕਰਦਾ। ਇਵੈਪੋਰੇਟਰ ਦੀਆਂ ਕੋਇਲਾਂ ਦੇ ਵਿੱਚੋਂ ਹਵਾ ਨੂੰ ਸੱਕ ਕਰਦਾ। ਸੱਕ ਕਰਕੇ ਜਿਹੜਾ ਸਾਡਾ ਫ੍ਰੀਜ਼ਰ ਕੰਪਾਰਟਮੈਂਟ ਦੇ ਵਿੱਚ ਸਮਾਨ ਰੱਖਿਆ ਹੋਇਆ ਉਹਨੂੰ ਵੀ ਹਵਾ ਦਿੰਦਾ। ਤੇ ਉਹ ਤੋਂ ਇਲਾਵਾ ਡਕਟ ਦੇ ਰੂਪ ਦੇ ਵਿੱਚ ਜਿਹੜੀ ਉਹਦੇ ਵਿੱਚ ਜਗ੍ਹਾ ਬਣੀ ਹੋਈ ਆ ਉਹ ਨੀਚੇ ਕੰਪਾਰਟਮੈਂਟ ਦੇ ਵਿੱਚ ਉਹਨੂੰ ਵੀ ਹਵਾ ਜਿਹੜੀ ਹੈਗਾ ਭੇਜਦਾ ਰਹਿੰਦਾ। ਤੇ ਉਹਦੇ ਡਕਟ ਜਿਹੜਾ ਹੈਗਾ ਡਕਟ ਨੀਚੇ ਭੇਜਦੀ ਆ ਤੇ ਉੱਪਰ ਜਿਹੜਾ ਫੈਨ ਆ ਹਵਾ ਦਿੰਦਾ ਰਹਿੰਦਾ। ਤੇ ਉਹਦੇ ਨਾਲ ਜਿਹੜੀ ਇੱਕ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਵੀ ਹਵਾ ਦਾ ਜਿਹੜੇ ਹੈਗਾ ਕੰਟਰੋਲ ਕਰਕੇ ਜਿਹੜਾ ਉਹਨੂੰ ਵੱਧ ਜਾਂ ਘੱਟ ਕੀਤਾ ਜਾ ਸਕਦਾ। ਹਵਾ ਦੇ ਜਿਹੜੇ ਹੈਗੇ ਨੇ ਸਰਕੂਲੇਸ਼ਨ ਨੂੰ ਵੱਧ ਜਾਂ ਘੱਟ ਕੀਤਾ। ਟਾਈਮ ਪੁੱਛਦਾ ਟਾਈਮ ਹੈ 1 ਵਜ ਗਿਆ ਕੰਪਲੀਟ ਨਹੀਂ ਹੋਇਆ। ਜਿਹੜਾ ਹੈਗਾ ਉਹਦੇ ਵਿੱਚ ਹਵਾ ਦੇ ਸਰਕੂਲੇਟ ਕਰਦਾ ਰਹਿੰਦਾ। ਇਹ ਹੈਗੀ ਇਲੈਕਟ੍ਰਿਕ ਵਾਇਰਿੰਗ ਡਾਇਆਗ੍ਰਾਮ। ਨਿਊਟਰਲ ਫੇਸ ਮੈਂ ਜਿਹੜੀ ਹੈਗੀ ਤੁਹਾਨੂੰ ਦਿਖਾਈ ਹੋਈ ਆ। ਇਲੈਕਟ੍ਰਿਕ ਵਾਇਰਿੰਗ ਡਾਇਆਗ੍ਰਾਮ ਮੈਂ ਤੁਹਾਨੂੰ ਪਹਿਲਾਂ ਵੀ ਜਾਣਕਾਰੀ ਦੇਤੀ ਸੀ, ਪਰੰਤੂ ਇਹਦੇ ਵਿੱਚ ਬਕਾਇਦਾ ਨਿਊਟਰਲ ਫੇਸ ਦੋਨੋਂ ਜਿਹੜੇ ਹੈਗੇ ਦਿਖਾਏ ਹੋਏ ਨੇ ਮੈਂ ਇਹਦੇ ਵਿੱਚ। ਫੇਸ ਜਿਹੜਾ ਅਲੱਗ-ਅਲੱਗ ਕੰਪੋਨੈਂਟਾਂ ਨੂੰ ਜਾਂਦਾ ਤੇ ਨਿਊਟਰਲ ਜਿਹੜਾ ਹੈਗਾ ਅਲੱਗ-ਅਲੱਗ ਕੰਪੋਨੈਂਟਾਂ ਨੂੰ ਜਾਂਦਾ ਜਿਹੜਾ ਹੈਗਾ। ਇਹ ਡਾਇਆਗ੍ਰਾਮ ਮੈਂ ਤੁਹਾਨੂੰ ਇਲੈਕਟ੍ਰਿਕ ਵਾਇਰਿੰਗ ਡਾਇਆਗ੍ਰਾਮ ਜਿਹੜੀ ਦਿਖਾਈ ਹੋਈ ਆ। ਇਹ ਹੈਗਾ ਰਨਿੰਗ ਕਾਮਨ ਸਟਾਰਟਿੰਗ ਟਰਮੀਨਲ ਫਾਈਂਡ ਕਰਨੇ ਨੇ। ਜਿਵੇਂ ਵੀ ਤੁਹਾਨੂੰ ਪਿਛਲੇ ਜਿਹੜੇ ਮੇਰੇ ਲੈਕਚਰ ਦੇ ਵਿੱਚ ਕੁਐਸਚਨ ਪੁੱਟ ਅਪ ਕੀਤਾ ਸੀਗਾ ਵੀ ਰਨਿੰਗ ਕਾਮਨ ਸਟਾਰਟਿੰਗ ਕਿਵੇਂ ਫਾਈਂਡ ਕਰਨੇ ਨੇ। ਤਾਂ ਇਹਦੇ ਵਿੱਚ ਕੀ ਆ ਮੈਂ ਚਾਹੁੰਦਾ ਸੀਗਾ ਵੀ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂ, ਪਰੰਤੂ ਟਾਈਮ ਜਿਹੜਾ ਹੈਗਾ ਓਵਰ ਹੋ ਚੁੱਕਿਆ ਤੇ ਇਸ ਕਰਕੇ ਮੈਂ ਮਾਫੀ ਚਾਹੁੰਦਾ। ਇਹਦੇ ਤੇ ਮੈਂ ਜਿਹੜਾ ਹੈਗਾ ਅਗਲੇ ਟੌਪਿਕ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗਾ ਕਿਵੇਂ ਫਾਈਂਡ ਕਰਨੇ ਨੇ, ਕਿਵੇਂ ਇੰਟਰਨਲ ਜਿਹੜੇ ਹੈਗੇ ਸਾਡੀ ਕੰਪਰੈਸ਼ਰ ਮੋਟਰ ਆ ਉਹਦੇ ਜਿਹੜੇ ਸਰਕਟ ਜਿਹੜਾ ਹੈਗਾ ਕਿਵੇਂ ਕਨੈਕਸ਼ਨ ਹੁੰਦੇ ਨੇ ਤੇ ਕਿਵੇਂ ਫਾਈਂਡ ਕਰਨਾ ਰਨਿੰਗ ਕਾਮਨ ਸਟਾਰਟਿੰਗ ਜਿਹੜਾ ਹੈਗਾ ਉਹਦੀ ਮੈਂ ਤੁਹਾਨੂੰ ਡਾਇਆਗ੍ਰਾਮ ਦਿਖਾਈ ਹੋਈ ਸੀਗੀ। ਤੇ ਫਾਲਟ ਫਾਈਂਡਿੰਗ ਇਹਦੇ ਵਿੱਚ ਕਿਹੜੇ ਪੈਂਦੇ ਨੇ, ਕਿਉਂਕਿ ਫਾਲਟ ਫਾਈਂਡਿੰਗ ਜਿਹੜਾ ਦਿਖਾਉਣ ਤੇ ਮੈਨੂੰ ਥੋੜਾ ਟਾਈਮ ਲੱਗ ਜਾਊਗਾ। ਆਮ ਤੌਰ ਤੇ ਇਹਦੇ ਵਿੱਚ ਫਾਲਟ ਜਿਹੜਾ ਮੇਨ ਫਾਲਟ ਪੈਂਦਾ ਫਰੋਸਟਿੰਗ ਜ਼ਿਆਦਾ ਜੰਮ ਜਾਂਦੀ ਹੈ। ਜਦੋਂ ਟਾਈਮਰ ਕੰਮ ਕਰਨਾ ਬੰਦ ਕਰ ਦਿੰਦਾ ਤਾਂ ਪੂਰਾ ਫ੍ਰੀਜ਼ਰ ਜਿਹੜਾ ਹੈਗਾ ਫਰੋਸਟਿੰਗ ਦੇ ਨਾਲ ਜੰਮ ਜਾਂਦਾ ਤੇ ਫਿਰ ਜਿਹੜਾ ਹੈਗਾ ਫੈਨ ਦੇ ਵਿੱਚ ਸਪਲਾਈ ਆ ਜਿਹੜੀ ਰੁਕ ਜਾਂਦੀ ਆ, ਜਿਹਦੀ ਵਜ੍ਹਾ ਕਰਕੇ ਜਿਹੜੀ ਕੂਲਿੰਗ ਫਰੋਸਟ ਫਰੀ ਰੈਫਰੀਜਰੇਸ਼ਨ ਦੇ ਵਿੱਚ ਰੁਕ ਜਾਂਦੀ ਆ। ਥੈਂਕ ਯੂ, ਧੰਨਵਾਦ ਸਾਰਿਆਂ ਦਾ। ਤੇ ਟਾਈਮ ਥੋੜਾ ਓਵਰ ਹੋ ਗਿਆ। ਜੇ ਕਿਸੇ ਬੱਚੇ ਦਾ ਕੋਈ ਕੁਐਸਚਨ ਆ ਤਾਂ ਉਹ ਮੈਨੂੰ ਪੁੱਛ ਸਕਦਾ ਇਸ ਦੇ ਵਿੱਚ। ਦੇਈ ਜਾਂਦਾ ਲੈਕਚਰ ਹਟਾਇਆ ਕਿ ਨਹੀਂ ਸੀਗਾ, ਬੇਸ਼ੱਕ ਟਾਈਮ ਹੋ ਗਿਆ ਸੀ। ਮੈਂ ਤਾਂ ਫਿਰ ਕੱਟ ਕਰਨਾ ਪਿਆ, ਮੈਨੂੰ ਪਤਾ ਲੱਗਿਆ ਵੀ ਟਾਈਮ ਤਾਂ ਓਵਰ ਹੋ ਗਿਆ ਤੇ ਮੇਰਾ ਤਾਂ ਅਜੇ ਅੱਧੇ ਘੰਟੇ ਦਾ ਪੈਂਡਿੰਗ ਰਹਿ ਗਿਆ। ਨਹੀਂ, ਜਿਹੜਾ ਹੋਸਟ ਹੈ ਉਹਨਾਂ ਨੇ ਤਾਂ ਤੁਹਾਨੂੰ ਕਿਹਾ ਹੀ ਨਹੀਂ ਸੀਗਾ ਵੀ ਹਾਂ ਬੰਦ ਕਰ ਦੋ। ਨਹੀਂ ਟਾਈਮ ਮੈਨੂੰ ਪਤਾ ਲੱਗਿਆ ਵੀ 1 ਵਜ ਗਿਆ ਨਾ, ਅਗਲਾ ਲੈਕਚਰ ਵੀ ਸ਼ੁਰੂ ਹੋਣਾ। ਤੇ ਕਿਸੇ ਬੱਚੇ ਦਾ ਕੋਈ ਕੁਐਸਚਨ ਆ ਫਰੋਸਟ ਫਰੀ ਤੇ, ਕਿਉਂਕਿ ਮੈਨੂੰ ਟਾਈਮ ਥੋੜਾ ਹੋਰ ਚਾਹੀਦਾ ਸੀ, ਇਸ ਕਰਕੇ ਟਾਈਮ ਜਿਹੜਾ ਮੈਂ ਪੂਰੇ ਲਾਸਟ 2-3 ਜਿਹੜੇ ਪੁਆਇੰਟ ਸੀ ਕਲੀਅਰ ਨਹੀਂ ਕਰ ਸਕਿਆ। ਹੈਲੋ ਤੇ ਹਾਂਜੀ ਸਰ। ਹਾਂਜੀ ਸਰ, ਨਮਸਕਾਰ ਜੀ। ਹਾਂ ਨਮਸਕਾਰ ਸਰ। ਸਰ ਜਿੱਦਾਂ ਪਿਛਲੀ ਮੀਟਿੰਗ 'ਚ ਵੀ ਮੈਂ ਉਹੀ ਕੁਐਸਚਨ ਰਨਿੰਗ ਵਾਲਾ ਪੁੱਟ ਕੀਤਾ ਸੀ, ਉਦੋਂ ਤੁਸੀਂ ਗੱਲ ਕਰ ਰਹੇ ਸੀਗੇ, ਆਪਾਂ ਡਰਾਇਰ ਦੀ ਗੱਲ ਹੋਈ ਸੀਗੀ ਕਿ ਜੇ ਫ੍ਰਿਜ ਚੋਕ ਹੋਊਗਾ, ਮਤਲਬ ਅੰਦਰੋਂ ਇਵੈਪੋਰੇਟਰ ਉਹਦਾ ਚੋਕ ਹੋਊਗਾ ਤਾਂ ਸਰ ਇਹ ਦੱਸ ਦਿਓ ਵੀ ਆਪਾਂ ਫਰੋਸਟ ਫਰੀ ਫ੍ਰਿਜ ਦੀ ਗੱਲ ਕਰ ਰਹੇ ਹਾਂ ਜਾਂ ਦੂਜੀ? ਜੀ ਫਰੋਸਟ ਫਰੀ। ਹਾਂ ਫਰੋਸਟ ਫਰੀ ਜੀ। ਤਾਂ ਡਰਾਇਰ ਸਰ ਠੰਡਾ ਹੋਏਗਾ ਜਾਂ ਜ਼ਿਆਦਾ ਗਰਮ ਹੋਏਗਾ? ਜੇ ਫ੍ਰਿਜ ਕਦੇ ਵੀ ਚੋਕ ਹੋ ਗਿਆ ਡਰਾਇਰ ਠੰਡਾ ਹੋਊਗਾ ਜੀ। ਡਰਾਇਰ ਠੰਡਾ ਹੋਏਗਾ। ਅਗਰ ਡਰਾਇਰ ਗਰਮ ਹੁੰਦਾ ਹੈਗਾ ਤੇ ਸਕਸ਼ਨ ਵੀ ਗਰਮ ਹੁੰਦੀ ਹੈ, ਕੋਈ ਚੱਕਰ ਤਾਂ ਨਹੀਂ ਹੈਗਾ ਉਹਦੇ ਅੰਦਰ? ਨਹੀਂ, ਜੇ ਡਰਾਇਰ ਗਰਮ ਹੁੰਦਾ ਕੋਈ ਚੱਕਰ ਨਹੀਂ ਹੈਗਾ ਜੀ। ਸਕਸ਼ਨ ਗਰਮ ਨਹੀਂ ਹੋਣੀ ਚਾਹੀਦੀ। ਸਕਸ਼ਨ ਨਾਰਮਲ ਹਲਕੀ ਜੀ ਜਿਹੜੀ ਹੈਗੀ ਆ
ਠੰਡੀ ਜ਼ਰੂਰ ਹੋਣੀ ਚਾਹੀਦੀ ਆ। ਇੱਕ ਤੁਹਾਨੂੰ ਮੈਂ ਜੇ ਅਗਰ ਮੈਨੂੰ ਚਾਹੀਦਾ ਘੱਟੋ ਘੱਟ ਅੱਧਾ ਘੰਟਾ ਇਸ ਕੰਮ ਵਾਸਤੇ, ਤੇ ਮੈਂ ਪੂਰੀ ਡਿਟੇਲ ਦੇ ਵਿੱਚ ਫਾਲਟ ਫਾਈਂਡਿੰਗ ਦੇ ਵਿੱਚ ਮੈਂ ਤੁਹਾਨੂੰ ਇਹ ਚੀਜ਼ਾਂ ਦੱਸਣੀਆਂ ਚਾਹੁੰਦਾ ਸੀਗਾ, ਪਰੰਤੂ ਟਾਈਮ ਇਜਾਜ਼ਤ ਨਹੀਂ ਦਿੰਦਾ। ਮੈਂ ਤੁਹਾਨੂੰ ਜੀ ਇੱਕ ਲੈਕਚਰ ਹੋਰ ਲਗਾ ਲਿਓ ਸਰ, ਮੈਂ ਫਾਲਟ ਫਾਈਂਡਿੰਗ ਤੇ ਹੀ ਲਾਉਂਗਾ, ਪੂਰੇ ਫਾਲਟ ਫਾਈਂਡਿੰਗ ਤੇ ਵੀ ਫ੍ਰਿਜ ਦੇ ਵਿੱਚ ਫਰੋਸਟ ਫਰੀ ਜਾਂ ਉਹਦੇ ਵਿੱਚ ਆਪਾਂ ਡਿਸਕਸ ਫਾਲਟ ਫਾਈਂਡਿੰਗਾਂ ਤੇ, ਕਿਉਂਕਿ ਮੈਂ ਪ੍ਰਾਈਵੇਟ ਕੰਮ ਕਰਦਾ ਰਹਿਣਾ ਤੇ ਮੈਨੂੰ ਇਸ ਚੀਜ਼ ਦੇ ਉੱਤੇ ਕੋਈ ਦਿੱਕਤ ਨਹੀਂ। ਮੈਂ ਤੁਹਾਨੂੰ ਦੱਸ ਦੇਣਾ ਵੀ ਡਰਾਇਰ ਜਿਹੜਾ ਹੈਗਾ ਨਾਰਮਲ ਗਰਮ ਹੁੰਦਾ, ਅਗਰ ਡਰਾਇਰ ਲੋਡ ਤੋਂ ਵੱਧ ਗਰਮ ਹੋ ਰਿਹਾ ਤਾਂ ਜਦੋਂ ਸਾਡੇ ਮਸ਼ੀਨ ਦਾ ਪ੍ਰੈਸ਼ਰ ਡਾਊਨ ਹੋ ਜਾਂਦਾ, ਕੰਪਰੈਸ਼ਰ ਦਾ ਪ੍ਰੈਸ਼ਰ ਡਾਊਨ ਹੋ ਜਾਂਦਾ, ਉਸ ਵੇਲੇ ਜ਼ਿਆਦਾ ਗਰਮ ਵੀ ਹੋਣਾ ਸ਼ੁਰੂ ਹੋ ਜਾਂਦਾ। ਜੇ ਡਰਾਇਰ ਠੰਡਾ ਹੋ ਰਿਹਾ ਤਾਂ ਇਹਦਾ ਮਤਲਬ ਉਹਦੇ ਵਿੱਚ ਬਲੋਕੇਜ ਆ ਕੈਪਿਲਰੀ ਪਾਈਪ ਦੇ ਵਿੱਚ, ਕਿਉਂਕਿ ਗੈਸ ਪਾਸ ਨਹੀਂ ਹੋ ਰਹੀ। ਮੈਂ ਰਨਿੰਗ ਕਾਮਨ ਸਟਾਰਟਿੰਗ ਤੋਂ ਤੇ ਪੂਰੀ ਮੋਟਰ ਦੇ ਕਨੈਕਸ਼ਨ ਵੀ ਦੱਸਣਾ ਚਾਹੁੰਦਾ ਸੀ, ਮੈਂ ਬਣਾਏ ਹੋਏ ਸੀਗੇ ਵੀ ਕਿਵੇਂ ਅੰਦਰ ਇੰਟਰਨਲ ਕਨੈਕਸ਼ਨ ਹੁੰਦੇ ਨੇ, ਕਿਵੇਂ ਕਾਮਨ ਰਨਿੰਗ ਸਟਾਰਟਿੰਗ ਉਹਦੀਆਂ ਬਣਦੀਆਂ ਨੇ, ਕਿਵੇਂ ਕੋਇਲਾਂ ਜਿਹੜੀਆਂ ਹੈਗੀਆਂ ਨੇ ਉਹਦੇ ਚੋਂ ਕਾਮਨ ਕਿਵੇਂ ਨਿਕਲਦੀ ਆ, ਸਟਾਰਟਿੰਗ ਕਿਵੇਂ ਨਿਕਲਦੀ ਆ। ਪਰੰਤੂ ਮੈਂ ਟਾਈਮ ਦੇਖ ਰਿਹਾ ਵੀ ਟਾਈਮ ਮੇਰਾ ਓਵਰ ਹੋ ਗਿਆ। ਮੈਂ ਸਰ ਫਿਰ ਉਹੀ ਚੀਜ਼ ਕਿ ਨਿਮੀ ਵਾਲਿਆਂ ਨੂੰ ਰਿਕਵੈਸਟ ਕਰ ਰਿਹਾ ਕਿ ਇੱਕ ਲੈਕਚਰ ਸਰ ਨੂੰ ਹੋਰ ਦੇ ਦਿੱਤਾ ਜਾਵੇ। ਹਾਂਜੀ ਗੁਰਮੇਲ ਜੀ, ਜੋ ਵੀ ਪੈਂਡਿੰਗ ਰਹਿ ਗਿਆ ਉਹ ਅਸੀਂ ਅਗਲੇ ਟੌਪਿਕ 'ਚ ਪੂਰਾ ਕਰਾਂਗੇ ਪਲੀਜ਼, ਮੇਰਾ ਟਾਈਮ ਬਹੁਤ ਜ਼ਿਆਦਾ ਹੋ ਗਿਆ ਜੀ। ਠੀਕ ਹੈ ਸਰ, ਧੰਨਵਾਦ ਸਰ। ਥੋੜੀ ਇੱਕ ਹੋਰ ਚੀਜ਼ ਸੀਗੀ, ਹੈਲੋ ਹਾਂਜੀ ਹਾਂਜੀ ਸਰ ਜੀ, ਜਿਹੜਾ ਅਗਲਾ ਟੌਪਿਕ ਸਰ ਨੇ ਕਵਰ ਕਰਨਾ ਹੈਗਾ ਫਾਲਟ ਫਾਈਂਡਿੰਗ ਵਾਲਾ, ਉਹ 'ਚ ਇੰਨਾ ਕੁ ਚੀਜ਼ ਕਵਰ ਕਰ ਲੈਣ ਕਿ ਮੈਂ ਕਈ ਜਗ੍ਹਾ ਸੁਣਿਆ ਹੈਗਾ ਕਿ ਇਨਵਰਟਰ ਫ੍ਰਿਜ ਨੂੰ ਨਾਨ ਇਨਵਰਟਰ 'ਚ ਆਪਾਂ ਕਨਵਰਟ ਕਰ ਸਕਦੇ ਹਾਂ, ਉਹਦੇ ਬਾਰੇ ਥੋੜੀ ਨੌਲੇਜ ਦੇ ਦੇਣ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਅਗਲੇ ਟੌਪਿਕ ਦੇ ਵਿੱਚ ਮੈਂ ਜਿਹੜਾ ਮੈਂ ਪਿਛਲੇ 'ਚ ਕੀਤਾ ਸੀ ਮੈਂ ਫਰੋਸਟ ਫਰੀ ਤੇ ਦੇਵਾਂਗਾ। ਅਗਲੇ ਤੇ ਤੁਹਾਡੇ ਡਾਊਟ ਨੇ ਮੈਨੂੰ ਮੈਸੇਜ ਕਰ ਦਿਓ, ਉਹ ਡਾਊਟ ਵੀ ਤੁਹਾਡੇ ਮੈਂ ਕਲੀਅਰ ਕਰ ਦੂੰ ਪਹਿਲਾਂ ਹੀ। ਜੀ 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 ਥੈਂਕ ਯੂ ਸਰ। ਠੀਕ ਹੈ ਸਰ, ਥੈਂਕ ਯੂ ਸਾਰੇ ਸਟਾਫ ਦਾ, ਸਾਰੇ ਸਾਡੇ ਬੱਚਿਆਂ ਦਾ ਧੰਨਵਾਦ ਜੀ। ਮਾਕਾ ਜੀ ਬਹੁਤ ਵਧੀਆ ਜੀ, ਧੰਨਵਾਦ ਜੀ, ਧੰਨਵਾਦ ਜੀ, ਧੰਨਵਾਦ ਜੀ, ਧੰਨਵਾਦ। ਓਕੇ ਸਰ। ਓਕੇ ਸਰ ਜੀ।